ਪਹਿਲਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਜੁੜੀਆਂ ਸੰਗਤਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਮਿਹਰ ਕਰੇ, ਅੰਗ ਸੰਗ ਸਹਾਈ ਹੋਵੇ, ਬੜੀ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਤੇ ਸਾਰੇ ਅਸੀਂ ਸੰਗਤੀ ਰੂਪ ਦੇ ਵਿੱਚ ਇਸ ਤਰ੍ਹਾਂ ਜੁੜੇ ਹਾਂ। ਸਾਰੀਆਂ ਜੁੜੀਆਂ ਸੰਗਤਾਂ ਨੂੰ ਇੰਡੀਆ ਤੋਂ, ਟੋਰਾਂਟੋ ਤੋਂ, ਕੈਲਗਰੀ ਤੋਂ ਔਰ ਹੋਰ ਜਿੱਥੋਂ ਵੀ ਸਾਰੇ ਜੁੜੇ ਨੇ, ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਜੀ। ਮੇਰਾ ਨਾਮ ਬਲਰਾਜ ਸਿੰਘ ਹੈ ਤੇ ਮੇਰੇ ਨਾਲ ਮੇਰੇ ਸਹਿਯੋਗੀ ਮਿਸਿਸ ਗੁਰਦੀਸ਼ ਕੌਰ ਗਰੇਵਾਲ ਅਤੇ ਸਰਦਾਰ ਜਗਬੀਰ ਸਿੰਘ ਕੋਹਲੀ ਕੈਲਗਰੀ ਤੋਂ ਅਸੀਂ ਤੁਹਾਡੇ ਨਾਲ ਜੁੜੇ ਹਾਂ। ਤੁਸੀਂ ਸਾਡੀ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਕੇ ਇਸ ਪਲੇਟਫਾਰਮ ਤੇ, ਇਸ ਮੰਚ ਤੇ ਸਾਡੇ ਨਾਲ ਜੁੜੇ ਹੋ। ਮਨਸ਼ਾ ਇਹ ਸੀਗੀ ਗੁਰਦੀਸ਼ ਆਂਟੀ ਦੀ ਦਾ ਹੁਕਮ ਸੀਗਾ ਕਿ ਇੰਟਰਨੈਸ਼ਨਲ ਵਿਮਨਸ ਡੇ ਨੂੰ ਧਿਆਨ 'ਚ ਰੱਖਦਿਆਂ ਹੋਇਆਂ, ਉਸ ਨੂੰ ਕਮੈਮੋਰੇਟ ਕਰਦਿਆਂ ਹੋਇਆਂ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਕਵੀ ਦਰਬਾਰ ਜਿਹੜਾ ਹੈ ਉਸ ਦਾ ਇੱਕ ਆਰਗੇਨਾਈਜੇਸ਼ਨ ਕਰੀਏ ਵੀ ਜਿਸ ਦੇ ਵਿੱਚ ਡਿਫਰੈਂਟ ਥਾਵਾਂ ਤੋਂ ਜਿਹੜੇ ਕਵੀ ਨੇ ਉਹ ਜੁੜ ਸਕਣ ਔਰ ਆਪਣੀਆਂ ਰਚਨਾਵਾਂ ਜਿਹੜੀਆਂ ਨੇ ਉਹ ਸੰਗਤ ਦੇ ਨਾਲ ਇਸ ਦਿਨ ਦੇ ਸੰਦਰਭ ਦੇ ਵਿੱਚ ਸ਼ੇਅਰ ਕਰ ਸਕਣ। ਇਹ ਪਲੇਟਫਾਰਮ ਜਿਹੜਾ ਅਸੀਂ ਕੋਈ 1.5 ਸਾਲ ਪਹਿਲੇ ਸ਼ੁਰੂ ਕੀਤਾ ਸੀਗਾ, ਜਿਸ ਵੇਲੇ ਕੋਵਿਡ ਸ਼ੁਰੂ ਹੋਇਆ ਸੀਗਾ, ਕਿ ਵੀ ਜਿੱਥੇ ਵੀ ਕੋਈ ਬੈਠਾ ਹੈ ਅਸੀਂ ਸਾਰੇ ਇੱਕ ਦੂਸਰੇ ਦੇ ਨਾਲ ਜੁੜੇ ਰਹੀਏ। ਪਹਿਲੇ ਤਾਂ ਹੁੰਦਾ ਸੀਗਾ ਵੀ ਚਲੋ ਫਿਜ਼ੀਕਲੀ ਮਿਲ ਲਈਦਾ ਸੀਗਾ, ਕਵੀ ਦਰਬਾਰਾਂ ਦੇ ਵਿੱਚ, ਕੀਰਤਨ ਦਰਬਾਰਾਂ ਦੇ ਵਿੱਚ ਹਾਜ਼ਰੀਆਂ ਲੱਗ ਜਾਂਦੀਆਂ ਸੀਗੀਆਂ, ਪਰ ਕੋਵਿਡ ਕਰਕੇ ਜਿਸ ਵੇਲੇ ਆਈਸੋਲੇਸ਼ਨ ਹੋਈ ਤੇ ਫਿਰ ਉਹ ਨਹੀਂ ਹੋ ਪਾ ਰਿਹਾ ਸੀਗਾ। ਸੋ ਸੰਗਤ ਦਾ ਸਾਰਿਆਂ ਦਾ ਬਹੁਤ ਸਹਿਯੋਗ ਰਿਹਾ। ਹੁਣ ਤੱਕ ਇਸ ਨੂੰ ਚਲਾਉਂਦਿਆਂ ਨੂੰ ਸਾਨੂੰ 1.5-2 ਸਾਲ ਹੋ ਗਏ ਨੇ। ਜਗਬੀਰ ਸਿੰਘ ਕੋਹਲੀ ਵੀਰ ਜੀ ਔਰ ਮਿਸਿਸ ਗਰੇਵਾਲ ਔਰ ਹੋਰ ਜਿਹੜੇ ਨੇ ਪਤਵੰਤੇ ਸੱਜਣ, ਉਹਨਾਂ ਸਾਰਿਆਂ ਦਾ ਬੜਾ ਸਹਿਯੋਗ ਰਿਹਾ ਹੈ। ਔਰ ਜੋ ਵੀ ਇਸ ਪਲੇਟਫਾਰਮ ਦੇ ਉੱਤੇ ਕਿਸੇ ਨੇ ਲੈਕਚਰਸ ਦਿੱਤੇ ਨੇ ਜਾਂ ਕਵਿਤਾਵਾਂ ਜਿਹੜੀਆਂ ਨੇ ਸੰਗਤ ਨਾਲ ਸ਼ੇਅਰ ਕੀਤੀਆਂ ਨੇ, ਉਹਨਾਂ ਨੂੰ ਹੁਣ ਅਸੀਂ ਕੀ ਕਰੀਦਾ ਹੈ ਕਿ ਉਹਨਾਂ ਸਾਰਿਆਂ ਨੂੰ ਅਸੀਂ ਇਕੱਠੇ ਕਰਕੇ ਤੇ ਇੱਕ ਅਸੀਂ ਆਨਲਾਈਨ ਵੈਬਸਾਈਟ ਬਣਾਈ ਹੈ ਔਰ ਇੱਕ ਮੰਥਲੀ ਰਸਾਲਾ ਅਸੀਂ ਸ਼ੁਰੂ ਕੀਤਾ ਹੈ ਇਸ ਸਾਲ। ਉਸ ਦੇ ਵਿੱਚ ਅਸੀਂ ਉਹਨਾਂ ਨੂੰ ਸ਼ਾਮਲ ਕਰ ਰਹੇ ਹਾਂ। ਸੋ ਸਾਰਿਆਂ ਨੂੰ ਬੇਨਤੀ ਹੈ ਸਾਡੇ ਵੱਲੋਂ ਕਿ ਤੁਹਾਡੀਆਂ ਰਚਨਾਵਾਂ ਜਿਹੜੀਆਂ ਨੇ ਕੋਈ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਔਰ ਇਸ ਕਵੀ ਦਰਬਾਰ 'ਚ ਵੀ ਜਿਹੜੀਆਂ ਤੁਸੀਂ ਹੁਣ ਇਸ ਵੇਲੇ ਸ਼ੇਅਰ ਕਰ ਰਹੇ ਹੋ, ਵੀ ਉਹਨਾਂ ਨੂੰ ਤੁਸੀਂ ਸਾਨੂੰ ਲਿਖਤੀ ਰੂਪ ਦੇ ਵਿੱਚ ਜ਼ਰੂਰ ਲਿਖ ਕੇ ਭੇਜੋ ਤਾਂ ਕਿ ਅਸੀਂ ਉਹਨਾਂ ਨੂੰ ਉਸ ਮੈਗਜ਼ੀਨ ਦੇ ਵਿੱਚ ਵੀ ਸ਼ਾਮਲ ਕਰ ਸਕੀਏ। ਤੇ ਗੁਰਦੀਸ਼ ਆਂਟੀ ਉਸ ਮੈਗਜ਼ੀਨ ਬਾਰੇ ਜ਼ਿਆਦਾ ਜਾਣਕਾਰੀ ਜਿਹੜੀ ਹੈ ਤੁਹਾਨੂੰ ਜ਼ਰੂਰ ਦੇਣਗੇ। ਤੇ ਸੋ ਪ੍ਰੋਗਰਾਮ ਦੀ ਆਰੰਭਤਾ ਜਿਹੜੀ ਹੈ ਆਪਾਂ ਇਸ ਤਰ੍ਹਾਂ ਹੈ ਕਿ ਇੰਡੀਆ ਤੋਂ ਕਰਦੇ ਹਾਂ ਤਾਂ ਕਿ ਇੰਡੀਆ ਵਾਲੇ ਜਿਹੜੇ ਸੱਜਣ ਨੇ ਉਹਨਾਂ ਨੂੰ ਫਿਰ ਬਹੁਤਾ ਲੇਟ ਨਾ ਹੋਵੇ। ਬਿਲਕੁਲ ਜੀ, ਤੇ ਮੇਰੀ ਬੇਨਤੀ ਹੈ ਜੀ ਮਿਸਿਸ ਬ੍ਰਿਜਮਿੰਦਰ ਕੌਰ ਨੂੰ ਇੰਡੀਆ ਤੋਂ, ਜੈਪੁਰ ਤੋਂ ਸਾਡੇ ਨਾਲ ਉਹ ਜੁੜੇ ਨੇ ਤੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਰਚਨਾ ਦੇ ਨਾਲ ਹਾਜ਼ਰੀ ਲਗਾ ਕੇ ਪ੍ਰੋਗਰਾਮ ਦੀ ਆਰੰਭਤਾ ਕਰਨ। ਤੇ ਉਸ ਤੋਂ ਬਾਅਦ ਫਿਰ ਮੈਂ ਬੇਨਤੀ ਕਰਾਂਗਾ ਮਿਸਿਸ ਗੁਰਦੀਸ਼ ਕੌਰ ਗਰੇਵਾਲ ਅਤੇ ਸਰਦਾਰ ਜਗਬੀਰ ਸਿੰਘ ਕੋਹਲੀ ਨੂੰ ਕਿ ਉਹ ਸਟੇਜ ਦੀ ਸੇਵਾ ਜਿਹੜੀ ਹੈ ਉਹ ਅੱਗੇ ਸੰਭਾਲਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਈ ਦੀਵਾਨ ਚ ਜੁੜੀ ਸੰਗਤ ਨੂੰ ਬਹੁਤ ਬਹੁਤ ਸਭ ਨੂੰ ਫਤਿਹ ਪ੍ਰਵਾਨ ਕਰਨਾ ਜੀ। ਈ ਦੀਵਾਨ ਚ ਜੁੜੀ ਸਾਰੀ ਸੰਗਤ, ਅੱਜ ਸਭ ਅਸੀਂ ਇੱਥੇ ਮਿਲ ਕੇ ਜੁੜੇ ਹਾਂ ਤੇ ਵੂਮਨਸ ਡੇ ਦੀ ਸੈਲੀਬ੍ਰੇਸ਼ਨ ਦੇ ਵਿੱਚ ਮੇਰੀ ਵੀ ਇੱਕ ਕਵਿਤਾ ਸਭ ਤੋਂ ਤੇ ਅੱਛੀ ਔਰ ਪਿਆਰੀ ਜਿਹੜੀ ਸੀ, ਜਿਸਨੂੰ ਕਿ ਮਾਂ ਅਸੀਂ ਬੁਲਾਉਂਦੇ ਹਾਂ, ਮਾਂ ਨੂੰ ਸਮਰਪਿਤ ਇੱਕ ਕਵਿਤਾ ਹੈ ਜਿਸ ਵਿੱਚ ਕਵੀ ਨੇ ਮਾਂ ਦਾ ਦਰਜਾ ਪਰਮਾਤਮਾ ਤੋਂ ਵੀ ਉੱਚਾ ਦੱਸਿਆ ਗਿਆ ਹੈ। ਆਓ ਸਰਵਣ ਕਰੀਏ। ਮਾਂ ਸੁਖ ਹੁੰਦੀ ਹੈ, ਮਾਂ ਰੂਹ ਦੀ ਭੁੱਖ ਹੁੰਦੀ ਹੈ, ਮਾਂ ਸੁਖ ਹੁੰਦੀ ਹੈ, ਮਾਂ ਰੂਹ ਦੀ ਭੁੱਖ ਹੁੰਦੀ ਹੈ, ਵਾਹ ਜੀ ਵਾਹ, ਵਾਹ ਜੀ, ਬਹੁਤ ਵਧੀਆ। ਰੋਟੀ ਤੇ ਪਾਣੀ ਹੁੰਦੀ ਹੈ, ਆਪਣੇ ਬੱਚਿਆਂ ਦਾ ਦੁੱਖ ਮਹਿਸੂਸ ਕਰਨ ਲਈ ਸਾਰੀ ਦੁਨੀਆ ਤੇ ਵੱਧ ਸਿਆਣੀ ਹੁੰਦੀ ਹੈ। ਵਾਹ, ਬਹੁਤ ਵਧੀਆ, ਬਹੁਤ ਅੱਛਾ। ਆਪਣੇ ਬੱਚਿਆਂ ਦਾ ਦੁੱਖ ਮਹਿਸੂਸ ਕਰਨ ਲਈ ਸਾਰੀ ਦੁਨੀਆ ਤੋਂ
ਵੱਧ ਸਿਆਣੀ ਹੁੰਦੀ ਹੈ। ਵਾਹ ਮਾਂ ਦੀ ਮਮਤਾ ਅਲੱਗ ਹੁੰਦੀ ਹੈ। ਮਾਂ ਦੀ ਮਮਤਾ ਅਲੱਗ ਹੁੰਦੀ ਹੈ। ਪਿਆਰ ਕਰਦੀ ਸਭ ਤੋਂ ਵੱਧ ਹੁੰਦੀ ਹੈ। ਮਾਂ ਵਾਹ ਜੀ ਦੀ ਵਾਹ, ਵਾਹ ਜੀ। ਮਮਤਾ ਅਲੱਗ ਹੁੰਦੀ ਹੈ। ਪਿਆਰ ਕਰਦੀ ਸਭ ਤੋਂ ਵੱਧ ਹੁੰਦੀ ਹੈ। ਮਾਂ ਦਾ ਰੁਤਬਾ ਪਰਮਾਤਮਾ ਤੋਂ ਵੀ ਉੱਪਰ ਹੁੰਦਾ ਹੈ। ਮਾਂ ਦਾ ਰੁਤਬਾ ਪਰਮਾਤਮਾ ਤੋਂ ਵੀ ਉੱਪਰ ਹੁੰਦਾ ਹੈ, ਕਿਉਂਕਿ ਪਰਮਾਤਮਾ ਕਿਸਮਤ ਵਿੱਚ ਸੁੱਖ ਤੇ ਦੁੱਖ ਲਿਖਦਾ ਹੈ। ਕਿਉਂਕਿ ਪਰਮਾਤਮਾ ਕਿਸਮਤ ਵਿੱਚ ਸੁੱਖ ਤੇ ਦੁੱਖ ਲਿਖਦਾ ਹੈ, ਪਰ ਮਾਂ ਤਾਂ ਸਿਰਫ ਸੁੱਖ ਹੀ ਲਿਖਦੀ ਹੈ। ਵਾਹ ਪਰ ਮਾਂ ਵਾਹ ਤਾਂ ਜੀ। ਸਿਰਫ ਸੁੱਖ ਸੁੱਖ ਹੀ ਹੀ। ਲਿਖਦੀ ਹੈ। ਮਾਂ ਰੱਬ ਦਾ ਰੂਪ ਨਹੀਂ, ਮਾਂ ਤਾਂ ਖੁਦ ਹੀ ਰੱਬ ਹੁੰਦੀ ਰੱਬ ਹੈ। ਹੁੰਦੀ ਹੈ। ਵਾਹ ਜੀ ਮਾਂ ਵਾਹ ਜੀ। ਰੱਬ ਦਾ ਰੂਪ ਨਹੀਂ, ਮਾਂ ਤਾਂ ਖੁਦ ਹੀ ਰੱਬ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬਹੁਤ ਫਤਿਹ। ਵਧੀਆ ਜੀ। ਬਹੁਤ ਵਧੀਆ ਇਹਨਾਂ ਬਹੁਤ ਨੇ ਵਧੀਆ ਬਹੁਤ ਵਧੀਆ ਬਹੁਤ ਹਾਂਜੀ। ਵਧੀਆ ਜੀ। ਮਾਂ ਦੇ ਰੂਪ ਵਿੱਚ ਔਰਤ ਨੂੰ ਚਿਤਰਿਆ ਤੇ ਮਾਂ ਦੇ ਰੂਪ ਦੀ ਬਹੁਤ ਸੋਹਣੀ ਇੰਪੋਰਟੈਂਸ ਦੱਸੀ ਹੈ ਜੀ। ਬਹੁਤ ਵਧੀਆ ਜੀ ਬਹੁਤ ਵਧੀਆ। ਕੋਈ ਪੱਖ ਛੱਡਿਆ ਨਹੀਂ। ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਗਬੀਰ ਸਿੰਘ ਕੋਹਲੀ ਹਣਾ ਨੂੰ, ਕੈਲਗਰੀ ਤੋਂ ਸਾਡੇ ਨਾਲ ਉਹ ਜੁੜੇ ਨੇ, ਕਿ ਉਹ ਅੱਗੇ ਸਟੇਜ ਦੀ ਜਿਹੜੀ ਸੇਵਾ ਹੈ ਉਹ ਸੰਭਾਲਣ। ਸਰਦਾਰ ਜਗਬੀਰ ਸਿੰਘ ਕੋਹਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਹੀ ਸੰਗਤਾਂ ਨੂੰ ਜਿੱਥੋਂ ਜਿੱਥੋਂ ਵੀ ਆਪਾਂ ਜੁੜੇ ਆ, ਸਾਰਿਆਂ ਨੂੰ ਜੀ ਆਇਆਂ ਨੂੰ ਜੀ। ਸੋ ਸਾਡਾ ਸਭ ਤੋਂ ਜ਼ਿਆਦਾ ਜਿਹੜਾ ਉਪਰਾਲਾ ਆ ਇਸ ਪ੍ਰੋਗਰਾਮ ਦਾ, ਇਹ ਕਵੀ ਦਰਬਾਰ ਦਾ, ਬਹੁਤ ਹੀ ਸਤਿਕਾਰਯੋਗ ਗੁਰਦੀਸ਼ ਕੌਰ ਜੀ ਗਰੇਵਾਲ ਉਹ ਕਰ ਰਹੇ ਨੇ। ਉਹਨਾਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਹੈ ਜੀ। ਉਹ ਸਾਰਿਆਂ ਨੂੰ ਨਾਲ ਜੋੜ ਲੈਂਦੇ ਨੇ। ਤੇ ਇਸ ਤੋਂ ਪਹਿਲਾਂ ਕਿ ਅਸੀਂ ਉਹਨਾਂ ਨੂੰ ਕਹੀਏ ਕਿ ਪ੍ਰੋਗਰਾਮ ਦਾ ਸੰਚਾਲਨ ਕਰਨ, ਸਿਰਫ 2 ਮਿੰਟ ਲਈ ਮੇਰੀ ਬੇਨਤੀ ਹੈ ਜੀ। ਇੱਕ ਤਾਂ ਜਸਬੀਰ ਕੌਰ ਗਿੱਲ ਤੇ ਇੱਕ ਟੋਰਾਂਟੋ ਤੋਂ ਪਰਨੀਤ ਸਿਮਰਦੀਨ ਬੱਚਿਆਂ ਨੇ ਕਵਿਤਾ ਪੜ੍ਹਨੀ ਹੈ। ਉਸ ਤੋਂ ਬਾਅਦ ਮੇਰੀ ਬੇਨਤੀ ਹੈ ਜੀ ਗੁਰਦੀਸ਼ ਕੌਰ ਜੀ ਨੂੰ ਕਿ ਉਹ ਸੇਵਾ ਸੰਭਾਲਣਗੇ। ਜਸਬੀਰ ਕੌਰ ਗਿੱਲ ਜੀ, ਜੀ ਆਇਆਂ ਨੂੰ ਜੀ। ਜਸਬੀਰ ਆਂਟੀ, ਤੁਸੀਂ ਜਦੋਂ ਵੀ ਰੈਡੀ ਹੋ ਜੀ। ਓਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਭ ਜਾਣਦੀਆਂ ਹਾਂ ਕਿ ਇਹ ਦਿਨ ਸਾਡੇ ਵਾਸਤੇ ਕਿੰਨਾ ਖੁਸ਼ੀਆਂ ਭਰਿਆ ਹੈ। ਇਸ ਤੋਂ ਉੱਪਰ ਹੋਰ ਸਾਨੂੰ ਕੀ ਮਿਲ ਸਕਦਾ ਹੈ, ਜਦੋਂ ਪਰਮਾਤਮਾ ਨੇ ਹੀ ਦੇ ਦਿੱਤਾ ਕਿ ਔਰਤ ਰੱਬ ਦਾ ਰੂਪ ਹੈ। ਮੈਂ ਆਪਣੇ ਅਤੇ ਆਪਣੇ ਸਾਰੇ ਗਰੁੱਪ ਵੱਲੋਂ ਹਰ ਮਾਂ ਭੈਣ ਨੂੰ ਇਸ ਦਿਨ ਦੀਆਂ ਲੱਖ ਲੱਖ ਵਧਾਈਆਂ ਭੇਜਦੀ ਹਾਂ ਜੀ, ਪ੍ਰਵਾਨ ਕਰਨੀਆਂ। ਇਸ ਦੇ ਨਾਲ ਹੀ ਇੱਕ ਕਵਿਤਾ ਵੀ ਪੜਾਂਗੀ। ਧੀਆਂ ਸੁਗੜ ਸਿਆਣੀਆਂ, ਧੀਆਂ ਸੁਗੜ ਸਿਆਣੀਆਂ, ਕਰਦੇ ਮਾਪੇ ਮਾਣ, ਪਾ ਕੇ ਉੱਚੀ ਵਿਦਿਆ ਉੱਚੇ ਰੁਤਬੇ ਪਾਣ। ਵਾਹ ਜੀ ਵਾਹ ਜੀ ਬਹੁਤ ਵਧੀਆ। ਧੀਆਂ ਸੁਗੜ ਸਿਆਣੀਆਂ, ਕਰਦੇ ਮਾਪੇ ਮਾਣ, ਪਾ ਕੇ ਉੱਚੀ ਵਿਦਿਆ ਉੱਚੇ ਰੁਤਬੇ ਪਾਣ। ਦੇਸ਼ ਲਈ ਮਰ ਮਿਟਦੀਆਂ, ਲਾ ਕੇ ਪੂਰਾ ਤਾਣ, ਖੇਡਾਂ ਦੇ ਮੈਦਾਨ ਵਿੱਚ ਆਪਣਾ ਰੰਗ ਵਿਖਾਣ। ਵਾਹ ਜੀ ਵਾਹ ਜੀ ਵਾਹ। ਜਗਮਗ ਕਰਦੇ ਮੁਖੜੇ, ਵਰਸੇ ਰੱਬੀ ਨੂਰ, ਚੰਨ ਸੂਰਜ ਬਣ ਬੇਟੀਆਂ, ਕਰਨ ਹਨੇਰੇ ਦੂਰ। ਵਾਹ ਵਾਹ ਗਿਆਨ ਗੁਣਾਂ ਦਾ ਚਾਨਣਾ, ਸਮਝ ਗੁਣਾਂ ਦੀ ਖਾਨ, ਚੰਨ ਸਿਤਾਰੇ ਅਰਸ਼ ਦੇ ਹੋਣ ਪਏ ਕੁਰਬਾਨ। ਵਾਹ ਜੀ ਵਾਹ ਜੀ। ਖੁਸ਼ੀਆਂ ਨੇ ਪਿੜ ਮੱਲਿਆ, ਸੁਣ ਝਾਂਜਰ ਦੇ ਬੋਲ, ਥਾਂ ਥਾਂ ਹਾਸੇ ਬਿਖਰੇ, ਜਿਉ ਮੋਤੀ ਅਨਮੋਲ। ਖੁਸ਼ੀਆਂ ਨੇ ਪਿੜ ਮੱਲਿਆ, ਸੁਣ ਝਾਂਜਰ ਦੇ ਬੋਲ, ਥਾਂ ਥਾਂ ਹਾਸੇ ਬਿਖਰੇ, ਜਿਉ ਮੋਤੀ ਅਨਮੋਲ। ਵਾਹ ਜੀ ਵਾਹ। ਡਰ ਚਿੰਤਾ ਗਮ ਭੁੱਲ ਕੇ, ਦੁੱਖੋਂ ਮਿਲੇ ਨਿਜਾਤ, ਵੱਡ ਭਾਗੀ ਹੋ ਕੇ ਨਿਬੜੇ, ਧੀਆਂ ਦੀ ਹਰ ਦਾਤ। ਵਾਹ ਜੀ ਵਾਹ ਜੀ। ਬੋਲ ਗੁਣਾਂ ਦੀ ਪੋਟਲੀ, ਨਿਤਰਨ ਵਿੱਚ ਮੈਦਾਨ, ਧੀਆਂ ਭੈਣਾਂ ਬਣਦੀਆਂ, ਦੇਸ਼ ਧਰਮ ਦੀ ਸ਼ਾਨ। ਵਾਹ ਵੀ ਵਾਹ, ਬਹੁਤ ਵਧੀਆ ਬਹੁਤ ਵਧੀਆ। ਸ਼ਕਤੀ ਹੌਸਲਾ,
ਭੈ ਤੋਂ ਹੋਵਣ ਮੁਕਤ वाह ਆਪਣੇ ਕਾਮਲ ਪੀਰ ਤੋਂ ਪਾਉਣ ਇਲਾਹੀ ਜੁਗਤ वाह ਸੂਹਾ ਪੱਲੂ ਪ੍ਰੇਮ ਦਾ ਖੁਸ਼ਬੂ ਫੁੱਲ ਗੁਲਾਬ ਨੱਚਣ ਮਿਲ ਕੇ ਮੰਚ ਤੇ ਮਸਤੀ ਹੁਸਨ ਸ਼ਬਾਬ क्या बात ਪੈਦਾ ਹੋਈ ਵੇਖ ਕੇ ਮੁੜ ਜੀਵਨ ਦੀ ਆਸ ਖਿੜ ਉੱਠੇ ਮੁੜ ਜ਼ਿੰਦਗੀ ਰਹਿੰਦੀ ਨਿਤ ਅਦਾਸ वाह जी वाह जी ਹਸਮੁਖ ਜੀਵਨ ਜਿਉਣ ਦਾ ਚੜ ਜਾਵੇ ਜਦ ਚਾਹ ਰੂਪ ਖੁਦਾ ਦਾ ਬਖਸ਼ਿਆ ਦਿੰਦਾ ਸ਼ਹਿਬਰ ਲਾ वाह वाह जी वाह ਵੇਖ ਦਿਲਾਂ ਵਿੱਚ ਉਪਜੀ ਹਰਿਆਵਲ ਮੁੜ ਆਣ ਚੰਨ ਸੋਹਣੇ ਮੁਖ ਚਮਕਦੇ ਪਾ ਖੁਸ਼ੀਆਂ ਦੀ ਪਾਣ क्या बात ਲਾਡੀ ਪਲੀਆਂ ਬੇਟੀਆਂ ਮਾਪੇ ਕਰਦੇ ਮਾਣ ਵੇਖ ਉਹਨਾਂ ਦੇ ਹੌਸਲੇ ਮਾਤ ਪਿਤਾ ਹਰਸ਼ਾਨ वाह वाह ਖੁਸ਼ ਹੋਵਣ ਮਾਪੇ ਜਦੋਂ ਦਿਲ ਤੋਂ ਦੇਣ ਅਸੀਸ ਪਾ ਲੈਂਦੇ ਜੋ ਰੱਬ ਤੋਂ ਧੀਆਂ ਦੀ ਬਖਸ਼ੀਸ਼ वाह जी वाह जी वाह ਰੰਗ ਲਿਆਵੇ ਏਕਤਾ ਹਿੰਮਤ ਗੁਣ ਪ੍ਰਕਾਸ਼ ਮਿਲਦੀ ਸਾਰੇ ਜੱਗ ਤੋਂ ਧੀਆਂ ਨੂੰ ਸ਼ਾਬਾਸ਼ वाह ਖੁਸ਼ ਹੋਵਣ ਮਾਪੇ ਜਦੋਂ ਦਿਲ ਤੋਂ ਦੇਣ ਅਸੀਸ ਪਾ ਲੈਂਦੇ ਜੋ ਰੱਬ ਤੋਂ ਧੀਆਂ ਦੀ ਬਖਸ਼ੀਸ਼ वाह ਰੰਗ ਲਿਆਵੇ ਏਕਤਾ ਹਿੰਮਤ ਗੁਣ ਪ੍ਰਕਾਸ਼ ਮਿਲਦੀ ਸਾਰੇ ਜੱਗ ਨੂੰ ਧੀਆਂ ਨੂੰ ਸ਼ਾਬਾਸ਼ वाह वाह जी वाह ਖਾਲਸਾ जी ਵਾਹਿਗੁਰੂ ਜੀ ਕੀ ਖਾਲਸਾ ਫਤਿਹ ਵਾਹਿਗੁਰੂ ਜੀ ਕੀ ਫਤਿਹ। बहुत बढ़िया जी ਬਹੁਤ ਵਧੀਆ ਆਂਟੀ, ਬਹੁਤ ਵਧੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜਗਬੀਰ ਵੀਰ ਜੀ ਪਲੀਜ਼ ਗੋ ਅਹੈਡ। ਹਾਂਜੀ ਸੋ ਬਹੁਤ ਵਧੀਆ ਜੀ, ਬਹੁਤ ਧੰਨਵਾਦ ਜੀ। ਤੇ ਮੇਰੀ ਬੇਨਤੀ ਹੈ ਜੀ, ਆਪਾਂ ਟਾਈਮ ਦੀ ਮਰਿਆਦਾ ਨੂੰ ਸਮਝਦੇ ਹੋਏ ਤੇ ਟੋਰਾਂਟੋ ਤੋਂ ਆਪਾਂ ਬੱਚੇ ਪਰਨੀਤ ਕੌਰ, ਸਿਮਰਲੀਨ ਕੌਰ, ਇਹ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੀਸ਼ ਕੌਰ ਗਰੇਵਾਲ ਜੀ ਦੀ ਕਵਿਤਾ ਇਹ ਬੱਚੇ ਬੋਲਣ ਜਾ ਰਹੇ ਨੇ। जी वाह जी वाह जी ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਆਪਣਾ ਪਰਮਜੀਤ ਸਿੰਘ ਹੋਰਾਂ ਨੇ ਗਾਇਨ ਕੀਤੀ ਜੀ, ਬਹੁਤ ਵਧੀਆ ਜੀ। ਸੋ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਆ। ਜੀ ਆਇਆਂ ਨੂੰ ਜੀ, ਆਪ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਗੀਤ ਜੋ ਕਿ ਗੁਰਦੀਸ਼ ਆਂਟੀ ਨੇ ਭੇਜਿਆ ਸੀ, ਇਹਦਾ ਸਿਰਲੇਖ ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀ। ਸੋ ਇਸ ਵਾਹ। ਨੂੰ ਅਸੀਂ ਸੰਗੀਤਕ ਬੰਦਿਸ਼ ਦੇ ਤੌਰ ਤੇ ਅਸੀਂ ਪੇਸ਼ ਕਰ ਰਹੇ ਹਾਂ। वाह जी ਆਸ ਹੈ ਤੁਹਾਨੂੰ ਪਸੰਦ ਆਏਗਾ ਜੀ। ਧੰਨ ਮਾਤਾ ਗੁਜਰੀ ਧੰਨ ਤੇਰੇ ਲਾਲ ਨੀ, ਧੰਨ ਮਾਤਾ ਗੁਜਰੀ ਧੰਨ ਤੇਰੇ ਲਾਲ ਨੀ, ਧੰਨ ਮਾਤਾ ਗੁਜਰੀ। ਤੇਰੇ ਜੀਉਂਦੇ ਮਿਲਣਾ ਮਿਸਾਲ ਨੀ, ਧੰਨ ਮਾਤਾ ਗੁਜਰੀ ਧੰਨ ਤੇਰੇ ਲਾਲ ਨੀ, ਧੰਨ ਮਾਤਾ ਗੁਜਰੀ। ਤੇਰੇ ਜਈ ਕਿਸ ਤੇ ਤੇਰੇ ਜਈ ਜਗੇ ਤੇ ਮਿਲਣਾ ਮਸਾਲ ਨੀ, ਧੰਨ ਮਾਤਾ ਗੁਜਰੀ ਧੰਨ ਤੇਰੇ ਲਾਲ ਨੀ, ਧੰਨ ਮਾਤਾ ਗੁਜਰੀ। अपना सुहाग हथी अपने लुटाया तू, घर बार छड़ के भी दिल ना डुलाया तू, घर बार छड़ के भी दिल ना डुलाया तू। बुझने न देते सिखी वालड़ी मशालनी, धन माता गुजरी धन तेरे लाल नी, धन माता गुजरी।
पै गया विछोड़ा सी पिता दशमेश नाल पुत्रा दा जोड़ा सी पिता दशमेश नाल पुत्रा दा जोड़ा सी निकले मासूम तुरे पे तेरे लाल नी धन माता गुजरी धन तेरे लाल नी धन माता गुजरी तेरे जई जग ते मिलना मिसाल नी धन माता गुजरी धन तेरे लाल नी धन माता गुजरी अजीत ते जुझार लाड़ी मौत भी आई गड़ी चमकौर बिच पिठना वखाई गड़ी चमकौर बिच पिठना वखाई सूरबीर योद्धे तेरे पोतरे कमाल धन माता गुजरी धन तेरे लाल नी धन माता गुजरी छोटे आने सिद्दीक निभाया सरहंद सिद्ध को न डोले भावे डोल गई कंध सिद्ध को न डोले भावे डोल गई कंध कंबिया जलाद तक चेहरे दा जलाल नी धन माता गुजरी धन तेरे लाल नी धन माता गुजरी धन तेरे लाल नी तेरे जई जग ते मिलना मिसाल नी धन माता गुजरी पोतियां दे नाल सचखंड चल पाले बार सरबंस तुसा शुक्र मना ले बार सरबंस तुसा शुक्र मना ले दिश खोलोए ना दिश खोलोए ना बयान सारा हाल नी धन माता गुजरी धन तेरे लाल नी धन माता गुजरी धन तेरे लाल नी तेरे जही जग ते मिलना मिसाल नी धन माता गुजरी धन माता गुजरी धन माता गुजरी वाह 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 जी वाह बोले सो निहाल क्या बदलते आवाज कोई वाह ਬਹੁਤ ਵਧੀਆ ਦੇਖੋ ਜੀ ਜਿੱਡੀ ਵਧੀਆ ਲਿਖਤ ਸੀਗੀ ਗਾਉਣ ਵਾਲਿਆਂ ਨੇ ਵੀ ਉਸ ਤੋਂ ਵੱਧ ਕੇ ਕਮਾਲ ਕਰਤੀ ਹੈ ਜੀ ਬਹੁਤ ਧੰਨਵਾਦ ਪਰਮਜੀਤ ਜੀ ਤੁਹਾਡਾ ਬਹੁਤ ਸ਼ੁਕਰਾਨਾ ਜੀ ਬੱਚਿਆਂ ਦਾ ਵੀ ਬਹੁਤ ਪਿਆਰ ਬੱਚਿਆਂ ਨੂੰ ਕਮਾਲ ਸੀ ਜੀ ਬਹੁਤ ਆਨੰਦ ਆਇਆ ਮੌਕਾ ਦੇਣਾ ਚਾਹੀਦਾ ਜੀ ਵਧੀਆ ਵਧੀਆ ਹਾਂਜੀ ਨਹੀਂ ਬਹੁਤ ਵਧੀਆ ਜੀ ਬਹੁਤ ਹੀ ਖੂਬ ਸੀ ਸੋ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਣੇ ਆ ਜੀ ਮੇਰੀ ਬੇਨਤੀ ਹੈ ਜੀ ਹੁਣ
ਸਾਡੇ ਬਹੁਤ ਹੀ ਸਤਿਕਾਰਯੋਗ ਗੁਰਦੀਸ਼ ਕੌਰ ਜੀ ਗਰੇਵਾਲ ਆਪਣਾ ਉਹ ਸਟੇਜ ਦੀ ਸੇਵਾ ਸੰਭਾਲਣਗੇ ਤੇ ਬਾਕੀ ਕਵੀਆਂ ਨੂੰ ਉਹ ਜਿੱਦਾਂ ਉਹਨਾਂ ਨੇ ਤਰਤੀਬ ਬਣਾਈ ਹੈ ਜੀ ਆਇਆਂ ਕਹਿਣਗੇ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਜਗਵੀਰ ਜੀ, ਤੁਹਾਡਾ ਬਹੁਤ ਬਹੁਤ। ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਬੱਚਿਆਂ ਦਾ ਧੰਨਵਾਦ ਕਰਨੀ ਚਾਹੁੰਦੀ ਹਾਂ ਜੀ। ਅਸੀਂ ਲਿਖਾਰੀ ਤਾਂ ਲਿਖ ਦਿੰਨੇ ਆ ਤੇ ਇਹਨਾਂ ਨੇ ਮੇਰੇ ਗੀਤ ਨੂੰ ਆਵਾਜ਼ ਦਿੱਤੀ ਤੇ ਇੰਨੀ ਸੋਹਣੀ ਆਵਾਜ਼ ਦੇ ਵਿੱਚ, ਮਿੱਠੀ ਪਿਆਰੀ ਆਵਾਜ਼ ਦੇ ਵਿੱਚ ਗਾਇਆ। ਪਰਮਾਤਮਾ ਵੱਲੋਂ ਇਹਨਾਂ ਕੋਲ ਗੋਡ ਗਿਫਟਡ ਗਲੇ ਆ ਬੱਚਿਆਂ ਕੋਲ, ਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਬੱਚਿਓ। ਇਸੇ ਤਰ੍ਹਾਂ ਤੁਸੀਂ ਆਪਣੇ ਜਿਹੜੇ ਆ ਮਾਂ ਬੋਲੀ ਪੰਜਾਬੀ ਦੇ ਨਾਲ ਤੇ ਆਪਣੇ ਕੀਰਤਨ ਦੇ ਨਾਲ, ਸ਼ਬਦਾਂ ਦੇ ਨਾਲ, ਗੀਤਾਂ ਦੇ ਨਾਲ ਜੁੜੇ ਰਹੋ। ਦੁਆਵਾਂ ਤੁਹਾਡੇ ਲਈ ਬਹੁਤ ਬਹੁਤ। ਦੇਖੋ ਇਹ ਬੱਚੇ ਅੱਜ 10ਵੀਂ ਤੇ 8ਵੀਂ ਕਲਾਸ ਦੇ ਬੱਚੇ ਆ ਤੇ ਇਸ ਮੁਲਕ ਦੇ ਵਿੱਚ ਵਿਚਰਦੇ, ਬਹੁਤ ਛੋਟੀ ਉਮਰ ਦੇ ਵਿੱਚ ਇੰਡੀਆ ਤੋਂ ਆਏ ਆ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਜਦੋਂ ਇਸ ਤਰ੍ਹਾਂ ਸਾਡੇ ਦੀਵਾਨ ਦੇ ਵਿੱਚ ਕੀਰਤਨ ਕਰਦੇ ਆ ਜਾਂ ਕੋਈ ਕਵਿਤਾ ਗੀਤ ਪੜ੍ਹਦੇ ਆ ਜੀ। ਤੇ ਦੁਆਵਾਂ ਬੱਚਿਆਂ ਲਈ, ਸਾਰਿਆਂ ਲਈ। ਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆਂ ਦੀ। ਪਹਿਲਾਂ ਤਾਂ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਆ, ਜਿੰਨੇ ਵੀ ਸਾਡੇ ਕਵੀ ਸਹਿਬਾਨ ਆਏ ਆ ਇੰਡੀਆ ਤੋਂ। ਹਰੀ ਸਿੰਘ ਜਾਚਕ ਅਜੇ ਨਹੀਂ ਜੁੜੇ, ਮੇਰਾ ਖਿਆਲ ਹੁਣੇ ਜੁੜ ਜਾਣਗੇ। ਸੁੰਦਰਪਾਲ ਮੈਡਮ ਜੀ, ਤੁਹਾਨੂੰ ਬੇਨਤੀ ਆ ਉਹਨਾਂ ਨੂੰ ਜਰਾ ਫੋਨ ਲਾ ਕੇ ਕਹੋ ਜੀ, ਹੁਣ ਇੰਡੀਆ ਵਾਲਿਆਂ ਦੀ ਵਾਰੀ ਆ ਤੇ ਹਾਂਜੀ ਉਹਨਾਂ ਨੂੰ ਜਰਾ ਤੁਸੀਂ ਯਾਦ ਕਰਾ ਦਿਓ। ਤੇ ਸਾਡੇ ਇੰਡੀਆ ਤੋਂ ਗੁਰਜੀਤ ਕੌਰ ਅਜਨਾਲਾ ਜੀ ਜੁੜ ਚੁੱਕੇ ਆ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਹੀ ਬੇਨਤੀ ਕਰੂੰਗੀ ਜੀ। ਤੇ ਗੁਰਜੀਤ ਅਜਨਾਲਾ ਜੀ, ਤੁਹਾਨੂੰ ਪਹਿਲਾਂ ਤਾਂ ਜੀ ਆਇਆਂ ਨੂੰ ਜੀ। ਤੇ ਇਹ ਪਹਿਲੀ ਵਾਰੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਤੇ ਇਹ ਭੈਣ ਮੇਰੀ ਬਹੁਤ ਵਿਦਵਾਨ ਆ ਜੀ, ਪਤਾ ਨਹੀਂ ਕਿੰਨੀਆਂ MA ਕਰੀ ਫਿਰਦੀ ਆ ਇਹ। ਤੇ ਇਹ ਗੁਰਦਾਸਪੁਰ ਦੇ ਜੰਮਪਾਲਾ ਜੀ, ਬਹੁਤ ਪੱਕੀ ਸ਼ਖਸੀਅਤ ਦੇ ਮਾਲਕ ਆ ਤੇ ਇਹਨਾਂ ਨੇ MA ਪੰਜਾਬੀ ਕੀਤੀ ਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ। ਤੇ ਉਸ ਤੋਂ ਬਾਅਦ ਇਹਨਾਂ ਨੇ ਜੌਬ ਦੇ ਵਿੱਚ ਆ ਕੇ ਹੋਰ ਵੀ ਬਹੁਤ ਸਾਰੀਆਂ MA ਕਰ ਲਈਆਂ ਪੰਜਾਬੀ ਤੋਂ ਇਲਾਵਾ, ਇੰਗਲਿਸ਼, ਹਿਸਟਰੀ, ਪੋਲੀਟੀਕਲ ਸਾਇੰਸ, ਸੋਸ਼ੀਓਲੋਜੀ। ਫਿਰ ਇਹਨਾਂ ਨੇ MEd ਵੀ ਕੀਤੀ ਜੀ। ਬਾਬਾ ਆਇਆ ਸਿੰਘ ਰਿਆੜਕੀ ਤੁਗਲਵਾਲ ਜਿਹੜਾ ਕਾਲਜ ਹੈ ਜ਼ਿਲ੍ਹਾ ਗੁਰਦਾਸਪੁਰ 'ਚ, ਬੜਾ ਮਸ਼ਹੂਰ ਕਾਲਜ ਹੈ ਜੀ। ਤੇ ਉੱਥੋਂ ਇਹਨਾਂ ਨੇ ਉਚੇਰੀ ਵਿੱਦਿਆ ਹਾਸਲ ਕੀਤੀ ਆ। 2 ਸਾਲ ਦਾ ਗੁਰਮਤ ਕੋਰਸ ਵੀ ਇਹਨਾਂ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਕੀਤਾ ਹੋਇਆ। ਤੇ ਇਹ ਇਹਨਾਂ ਨੂੰ ਲਿਖਣ ਪੜ੍ਹਨ ਦਾ, ਸਾਹਿਤ ਦਾ ਸ਼ੌਕ ਆ ਜੀ। ਬਹੁਤ ਸੋਹਣੀਆਂ ਕਵਿਤਾਵਾਂ ਦੇ ਨਾਲੋਂ ਕਵਿਤਾ ਤੋਂ ਇਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਤੇ ਫਿਰ ਇੱਕ ਵਿਸ਼ਰੀ ਵੱਲ ਆ ਗਏ ਤੇ ਇਹਨਾਂ ਨੇ ਬਕਾਇਦਾ ਛੰਦਾਂ ਦੀ ਉਸਤਾਦਾਂ ਤੋਂ ਜਿਹੜੀ ਆ ਉਹ ਸਿਖਲਾਈ ਲੈ ਕੇ ਤੇ ਹੁਣ ਇੱਕ ਵਿਸ਼ਰੀ ਬਹੁਤ ਵਧੀਆ ਲਿਖਦੇ ਤੇ ਬੜੀ ਬੁਲੰਦ ਆਵਾਜ਼ ਦੇ ਮਾਲਕ ਆ ਜੀ। ਤੇ ਫੇਸਬੁੱਕ ਤੇ 2 ਗਰੁੱਪ ਵੀ ਚਲਾ ਰਹੇ ਆ, ਕਲਮਾਂ ਦਾ ਕਾਫਲਾ ਤੇ ਇੱਕ ਇਸਤਰੀ ਲਿਖਾਰੀ ਮੰਚ ਇਹਨਾਂ ਨੇ ਬਣਾਇਆ ਹੋਇਆ। ਬਹੁਤ ਸਾਰੇ ਇਹਨਾਂ ਨੂੰ ਨੇਕਾਂ ਮਾਨ ਸਨਮਾਨ ਮਿਲ ਚੁੱਕੇ ਆ। ਉਹ ਤਾਂ ਲਿਸਟ ਬਹੁਤ ਲੰਬੀ ਆ, ਮੈਂ ਕਿਸੇ ਦੀ ਵੀ ਨਹੀਂ ਪੜੂੰਗੀ ਜੀ। ਤੇ ਬਾਕੀ ਇਹਨਾਂ ਦੀਆਂ ਪੁਸਤਕਾਂ ਜਿਹੜੀਆਂ ਆ, 4 ਪੁਸਤਕਾਂ ਇਹਨਾਂ ਦੀਆਂ ਆ ਚੁੱਕੀਆਂ ਜੀ, ਸੰਪਾਦਨਾ ਕਰ ਚੁੱਕੇ ਆ ਤੇ ਇੱਕ ਹੋਰ ਪੁਸਤਕ ਅਜੇ ਛਪਾਈ ਦੀ ਇਹਨਾਂ। ਸੋ ਮੈਂ ਹੁਣ ਬੇਨਤੀ ਕਰੂੰਗੀ ਆਪਣੀ ਛੋਟੀ ਭੈਣ ਗੁਰਜੀਤ ਕੌਰ ਅਜਨਾਲਾ ਜੀ ਨੂੰ ਕਿ ਉਹ ਆਪਣੀ ਕਿਸੇ ਰਚਨਾ ਦੇ ਨਾਲ ਸਾਂਝ ਪਾਉਣ। ਅੱਜ ਦਾ ਜਿਹੜਾ ਪ੍ਰੋਗਰਾਮ ਆ, ਮੈਂ ਸਾਰੇ ਕਵੀਆਂ ਦੇ ਧਿਆਨ ਹਿੱਤ ਦੱਸ ਦਿੰਨੀ ਆ ਜੀ। ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਔਰਤ ਦੀ ਚੜ੍ਹਦੀ ਕਲਾ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਸਮਰਪਿਤ ਕੀਤਾ ਤੇ ਇਹਦੇ ਵਿੱਚ ਆਪਾਂ ਸਿੱਖ ਨਾਇਕਾਵਾਂ, ਜਿਹੜੀਆਂ ਸਿੱਧਕੀ ਸਿੱਖ ਬੀਬੀਆਂ ਸਾਡੇ ਸਿੱਖ ਇਤਿਹਾਸ 'ਚ ਹੋਈਆਂ, ਉਹਨਾਂ ਨੂੰ ਵੀ ਯਾਦ ਕਰਾਂਗੇ। ਸੋ ਗੁਰਜੀਤ ਜੀ, ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ। ਤੇ ਨਾਲ ਹੀ ਬੇਨਤੀ ਕੀਤੀ ਜਾਂਦੀ ਹੈ ਆਪਣੀ ਕਿਸੇ ਬਿਹਤਰੀਨ ਰਚਨਾ ਦੇ ਨਾਲ ਸਾਂਝ ਪਾਓ ਜੀ। ਹਾਂਜੀ ਭੈਣ ਜੀ, ਜਾਚਕ ਸਾਹਿਬ ਨਾਲ ਗੱਲ ਹੋ ਗਈ ਜੀ, ਉਹ ਜੁੜ ਰਹੇ ਜੀ। ਬਹੁਤ ਧੰਨਵਾਦ ਜੀ। ਆ ਰਹੇ ਹੋ? ਹਾਂਜੀ, ਉਹ ਜੁੜ ਰਹੇ ਜੀ ਹੁਣੇ। ਅੱਛਾ ਜੀ, ਓਕੇ ਜੀ, ਠੀਕ ਹੈ ਜੀ, ਥੈਂਕ ਯੂ ਭੈਣ ਜੀ। ਗੁਰਦੀਸ਼ ਗਰੇਵਾਲ ਜੀ ਜਿਨ੍ਹਾਂ ਨੇ ਮੇਰੇ ਲਈ ਇੰਨੇ ਸੋਹਣੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਕਿਉਂਕਿ ਇਹ ਆਪ ਖੁਦ ਹੀ ਬਹੁਤ ਹੀ ਵਧੀਆ ਸ਼ਖਸੀਅਤ ਦੇ ਮਾਲਕ ਨੇ ਤੇ ਇਸ ਲਈ ਇਹਨਾਂ ਨੂੰ ਸਾਰਿਆਂ 'ਚ ਗੁਣ ਹੀ ਨਜ਼ਰ ਆਉਂਦੇ ਨੇ ਤੇ ਇਹਨਾਂ ਨੇ ਮੈਨੂੰ ਇੱਥੇ ਆਪ ਸਭ ਦੇ ਰੂਬਰੂ ਹੋਣ ਦਾ ਮਾਣ ਬਖਸ਼ਿਆ ਤੇ ਇਸ ਲਈ ਮੈਂ ਇਹਨਾਂ ਦੀ ਧੰਨਵਾਦੀ ਹਾਂ। ਤੇ ਮੇਰੇ ਵੱਲੋਂ ਇਸ ਕਵੀ ਦਰਬਾਰ ਦੇ ਵਿੱਚ ਸ਼ਾਮਲ ਸਾਰੀਆਂ ਸ਼ਖਸੀਅਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਜੀਤ ਇੱਕ ਮਿੰਟ, ਇਸ ਤੋਂ ਬਾਅਦ ਜੀ ਅਮਰਜੀਤ ਕੌਰ ਮਰਿੰਡਾ ਜੀ ਤਿਆਰ ਹਨ ਤੇ ਫਿਰ ਉਸ ਤੋਂ ਬਾਅਦ ਹਰੀ ਸਿੰਘ ਜਾਚਕ ਜੀ, ਕਿਉਂਕਿ ਅਸੀਂ ਪਹਿਲਾਂ ਇੰਡੀਆ ਪਹੁੰਚੇ ਹੋਏ ਆ ਤੇ ਹੁਣ ਆਪਾਂ ਇੰਡੀਆ ਤੋਂ ਬਾਅਦ ਫਿਰ ਆਉਨੇ ਆ ਜੀ ਇੱਧਰ ਟੋਰਾਂਟੋ ਵੱਲ ਤੇ ਟੋਰਾਂਟੋ ਤੋਂ ਬਾਅਦ BC ਚਲਾਂਗੇ।
ਅੱਜ ਆਪਾਂ ਸਾਰੇ ਸੈਰ ਕਰਨ ਲੈਣੀ ਆ ਜੀ ਬਿਨਾਂ ਵੀਜ਼ੇ ਤੋਂ ਹੀ। ਪਰ ਸਾਰਿਆਂ ਨੂੰ ਸੁਣ ਕੇ ਜਾਣ। ਹਾਂਜੀ ਜੀ ਬਿਲਕੁਲ, ਹਾਂਜੀ, ਇਹ ਸਾਰਿਆਂ ਨੂੰ ਬੇਨਤੀ ਆ ਜੀ। ਇੱਕ ਤਾਂ ਸਮੇਂ ਦੀ ਸੀਮਾ 'ਚ ਰਹਿ ਕੇ ਗੱਲ ਕੀਤੀ ਜਾਵੇ। ਹਰੇਕ ਕਵੀ ਨੂੰ ਮੈਂ ਤੁਹਾਨੂੰ ਦੱਸਿਆ ਸੀ ਕਿ 5 ਤੋਂ 7 ਮਿੰਟ ਦਾ ਸਮਾਂ ਮਿਲੇਗਾ ਤਾਂ ਕਿ ਆਪਾਂ ਸਾਰਿਆਂ ਨੂੰ ਸੁਣ ਸਕੀਏ। ਬਾਕੀ ਇੰਡੀਆ ਵਾਲਿਆਂ ਨੂੰ ਬੇਨਤੀ ਆ ਕਿ ਥੋੜਾ ਜਿਹਾ ਅੱਜ ਉਹ ਸਾਡੇ ਲਈ ਇਸ ਪ੍ਰੋਗਰਾਮ ਦੇ ਲਈ ਜਾਗ ਲੈਣ ਤੇ ਸਾਰਿਆਂ ਨੂੰ ਸੁਣ ਕੇ ਜਾਣ ਜੀ। ਇਹ ਸਾਰਿਆਂ ਨੂੰ ਬੇਨਤੀ ਆ ਜੀ। ਗੁਰਜੀਤ ਜੀ। ਜੀ, ਜਿਵੇਂ ਆਪ ਜੀ ਨੇ ਹੁਕਮ ਕੀਤਾ ਸੀ ਕਿ ਔਰਤ ਦੇ ਬਾਰੇ ਹੀ ਲਿਖਣਾ ਹੈ ਤੇ ਔਰਤ ਦੇ ਬਾਰੇ ਹੀ ਕਵਿਤਾ ਪੇਸ਼ ਕਰਨੀ ਹੈ, ਸੋ ਮੈਂ ਜੋ ਚੰਦ ਪੱਤਰ ਲਿਖੀਆਂ ਨੇ ਮੈਂ ਆਪਦੇ ਰੂਪ ਕਰ ਰਹੀ ਹਾਂ। ਦੱਬੀ ਕੁਚਲੀ ਔਰਤ ਜੋ ਪਰਦੇ ਵਿੱਚ ਰਹਿੰਦੀ ਸੀ, ਰਹਿ ਕੇ ਚਾਰ ਦੀਵਾਰੀ ਲੱਖ ਜ਼ੁਲਮਾਂ ਨੂੰ ਸਹਿੰਦੀ ਸੀ। ਬਹੁਤ ਅੱਛੇ। ਖੇਤਰ ਵਿੱਚ ਯੋਗਦਾਨ ਹੈ ਪਾਇਆ ਔਰਤ ਨੇ, ਮਿਹਨਤ ਦੇ ਨਾਲ ਉੱਚਾ ਨਾ ਚਮਕਾਇਆ ਔਰਤ ਨੇ। ਬਹੁਤ ਵਧੀਆ। ਵੱਡਾ ਰੁਤਬਾ ਪਾਇਆ ਔਰਤ ਨੇ। ਮੰਦਾ ਨਾ ਇਹਨੂੰ ਕਹੀਏ ਆਖ ਸੁਣਾਇਆ ਬਾਣੀ ਨੇ, ਪੈਰਾਂ ਹੇਠੋਂ ਚੁੱਕ ਕੇ ਸਿਰ ਬਿਠਾਇਆ ਬਾਣੀ ਨੇ। ਮੰਦਾ ਨਾ ਇਹਨੂੰ ਕਹੀਏ ਆਖ ਸੁਣਾਇਆ ਬਾਣੀ ਨੇ, ਪੈਰਾਂ ਹੇਠੋਂ ਚੁੱਕ ਕੇ ਸਿਰ ਬਿਠਾਇਆ ਬਾਣੀ ਨੇ। ਸੂਰਬੀਰਾਂ ਨੂੰ ਜਾਇਆ ਔਰਤ ਨੇ, ਮਿਹਨਤ ਦੇ ਨਾਲ ਉੱਚਾ ਨਾ ਚਮਕਾਇਆ ਔਰਤ ਨੇ। ਸਿਦਕਾਂ ਦੇ ਨਾਲ ਵੱਡਾ ਰੁਤਬਾ ਪਾਇਆ ਔਰਤ ਨੇ। ਵਾਹ ਜੀ ਵਾਹ। ਇਤਿਹਾਸਾਂ ਦੇ ਪੰਨੇ ਦੀ ਗਾਥਾ ਗਾਉਂਦੇ ਨੇ, ਸਿਦਕ ਸਦਰ ਦੀ ਮੂਰਤ ਇਹੋ ਆਖ ਸੁਣਾਉਂਦੇ ਨੇ। ਬਣ ਕੇ ਭਾਗੋ ਵੈਰੀ ਸੋਦਾ ਲਾਇਆ ਔਰਤ ਨੇ, ਮਿਹਨਤ ਦੇ ਨਾਲ ਉੱਚਾ ਨਾ ਚਮਕਾਇਆ ਔਰਤ ਨੇ। ਸਿੱਧੇ ਵੱਡਾ ਰੁਤਬਾ ਪਾਇਆ ਔਰਤ ਨੇ। ਮਾਂ ਬਣ ਕੇ ਜਿਨ੍ਹਾਂ ਬੱਚਿਆਂ ਨੂੰ ਲਾਡ ਲਡਾਉਂਦੀ ਏ, ਧਰਮ ਦੀ ਖਾਤਰ ਟੋਟੇ ਝੋਲੀ ਵਿੱਚ ਪਵਾਉਂਦੀ ਏ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਪਵਾਲੇ ਨਾ ਹੰਝੂ ਬਹਾਇਆ ਔਰਤ ਨੇ, ਮਿਹਨਤ ਦੇ ਨਾਲ ਉੱਚਾ ਨਾ ਚਮਕਾਇਆ ਔਰਤ ਨੇ। ਵੱਡਾ ਰੁਤਬਾ ਪਾਇਆ ਔਰਤ ਨੇ। ਮਾਤਾ ਖੀਵੀ ਪਾਨੀ ਜਈ ਕੋਈ ਸੇਵਾ ਮੂਰਤ ਨਾ, ਮਾਤਾ ਗੁਜਰੀ ਵਰਗੀ ਬਲਿਦਾਨੀ ਕੋਈ ਸੂਰਤ ਨਾ। ਔਖੇ ਮਰਦ ਨਾ ਮੋਢਾ ਲਾਇਆ ਔਰਤ ਨੇ, ਸਿਦਕਾਂ ਦੇ ਨਾਲ ਵੱਡਾ ਰੁਤਬਾ ਪਾਇਆ ਔਰਤ ਨੇ। ਮਦਰ ਟੈਰੇਸਾ ਬਣ ਕੇ ਦੁਖੀ ਦੀ ਸੇਵਾ ਕਰਦੀ ਏ, ਕਲਪਨਾ ਬਣ ਕੇ ਔਰਤ
ਪੈਰ ਚੰਨ ਤੇ ਧਰਦੀ ਬਣ ਕੇ ਸਾਹਿਤਕਾਰ ਹੈ ਸੱਚ ਸੁਣਾਇਆ। ਔਰਤ ਨੇ ਮਿਹਨਤ ਦੇ ਨਾਲ ਉੱਚਾ ਨਾ ਚਮਕਾਇਆ। ਔਰਤ ਨੇ ਸਿਦਕਾਂ ਦੇ ਨਾਲ ਵੱਡਾ ਰੁਤਬਾ ਪਾਇਆ। ਔਰਤ ਨੇ ਬਹੁਤ ਬਹੁਤ ਧੰਨਵਾਦ। ਬਹੁਤ ਵਧੀਆ ਬਹੁਤ ਵਧੀਆ ਗੁਰਜੀਤ ਭੈਣ ਜੀ, ਵਾਹ ਵਾਹ, ਕਮਾਲ ਦੀ ਸੁੰਦਰਪਾਲ ਜੀ ਜੈਕਾਰਾ ਛੱਡੋ ਸੁੰਦਰਪਾਲ ਮੈਡਮ। ਬਹੁਤ ਵਧੀਆ। ਜੀ ਕਵੀਆਂ ਦੀ ਰਚਨਾ ਦੇ ਅੰਤ ਤੇ ਜੈਕਾਰਾ ਇੱਕ ਛੱਡ ਦਿਆ ਕਰੋ ਸੰਗਤ ਜੀ, ਤੇ ਸਾਡੇ ਕਵੀਆਂ ਨੂੰ ਪਤਾ ਲੱਗ ਜਾਂਦਾ ਕਿ ਸੰਗਤ ਵਿੱਚ ਸਾਡੀ ਰਚਨਾ ਪ੍ਰਵਾਨ ਹੋ ਗਈ ਤੇ ਹੌਸਲਾ ਵੀ ਮਿਲਦਾ। ਤੇ ਬਹੁਤ ਬਹੁਤ ਧੰਨਵਾਦ ਗੁਰਜੀਤ ਜੀ, ਤੁਸੀਂ ਬੁਲੰਦ ਆਵਾਜ਼ ਦੇ ਮਾਲਕ ਹੋ ਜੀ। ਇਹ ਵਾਹਿਗੁਰੂ ਦੀ ਬਖਸ਼ਿਸ਼ ਆ ਤੁਹਾਡੀ ਕਲਮ ਤੇ ਵੀ ਤੇ ਗਲੇ ਤੇ ਵੀ, ਤੇ ਵਾਹਿਗੁਰੂ ਇਸੇ ਤਰ੍ਹਾਂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ। ਬਹੁਤ ਬਹੁਤ ਧੰਨਵਾਦ, ਤੁਸੀਂ ਔਰਤ ਦੀ ਚੜ੍ਹਦੀ ਕਲਾ ਦੀ ਬਹੁਤ ਵਧੀਆ, ਬਹੁਤ ਖੂਬ ਜੀ ਆਪਣੀ ਬੁਲੰਦ ਆਵਾਜ਼ ਵਿੱਚ ਸਾਡੇ ਨਾਲ ਸਾਂਝੀ ਕੀਤੀ। ਉਮੀਦ ਹੈ ਕਿ ਅੱਗੋਂ ਵੀ ਜਦੋਂ ਵੀ ਅਸੀਂ ਤੁਹਾਨੂੰ ਆਵਾਜ਼ ਮਾਰਾਂਗੇ ਤੇ ਤੁਸੀਂ ਜ਼ਰੂਰ ਸਾਨੂੰ ਸਹਿਯੋਗ ਦਿਓਗੇ ਜੀ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਸਾਰੀ ਸੰਗਤ ਨੂੰ ਤੇ ਕਵੀ ਸਾਹਿਬਾਨ ਨੂੰ ਮੈਂ ਬੇਨਤੀ ਕਰਦੀ ਹਾਂ ਜੀ, ਆਪਣੀਆਂ ਵੀਡੀਓ ਤੁਸੀਂ 5-10 ਮਿੰਟ ਦੇ ਲਈ ਔਨ ਕਰ ਲਓ ਤਾਂ ਕਿ ਸਕਰੀਨਸ਼ਾਟ ਲਿਆ ਜਾ ਸਕੇ। ਤੇ ਪ੍ਰੈਸ ਨੋਟ ਦੇ ਨਾਲ ਆਪਾਂ ਸਕਰੀਨਸ਼ਾਟ ਲਾਣਾ ਹੁੰਦਾ ਜਦੋਂ ਖਬਰ ਚ ਦੇਣੀ ਹੁੰਦੀ ਆ। ਤੇ ਡਾਕਟਰ ਹਰੀ ਸਿੰਘ ਜਾਚਕ ਜੀ ਵੀ ਸਾਡੇ ਵਿੱਚ ਪਹੁੰਚੇ, ਬਹੁਤ ਬਹੁਤ ਜੀ ਆਇਆਂ ਨੂੰ ਵੀਰ ਜੀ। ਧੰਨਵਾਦ ਜੀ। ਜੀ ਹੁਣੇ ਆਉਣੇ ਆ ਜੀ ਤੁਹਾਡੇ ਵੱਲ। ਤੇ ਹੁਣ ਇਸ ਤੋਂ ਬਾਅਦ ਮੈਂ ਬੇਨਤੀ ਕਰੂੰਗੀ ਕਿ ਭੈਣ ਅਮਰਜੀਤ ਕੌਰ ਮੋਰਿੰਡਾ ਜੀ, ਜੋ ਸਾਡੇ ਵਿੱਚ ਪਹਿਲੀ ਵਾਰ ਸ਼ਾਮਲ ਹੋਏ ਆ ਸਾਡੇ ਦੀਵਾਨ ਦੇ ਵਿੱਚ, ਬਹੁਤ ਬਹੁਤ ਇਹਨਾਂ ਨੂੰ ਜੀ ਆਇਆਂ ਨੂੰ। ਇਹ MA BEd ਨੇ ਜੀ, ਰਿਟਾਇਰਡ ਐਜੂਕੇਸ਼ਨ ਡਿਪਾਰਟਮੈਂਟ ਵਿੱਚੋਂ। ਤੇ ਕਵਿਤਾ, ਗੀਤ, ਗਜ਼ਲ, ਛੰਦ, ਕਹਾਣੀਆਂ ਬਹੁਤ ਕੁਝ ਲਿਖਦੀ ਹੈ ਇਹ ਭੈਣ ਵੀ ਮੇਰੀ। 5 ਪੁਸਤਕਾਂ ਇਹਨਾਂ ਦੀਆਂ ਛਪ ਚੁੱਕੀਆਂ, ਇੱਕ ਨਾਵਲ ਵੀ ਛਪ ਚੁੱਕਾ। ਤੇ ਬਾਕੀ ਮਾਨ ਸਨਮਾਨ ਦੀ ਲਿਸਟ ਤਾਂ ਸਾਰਿਆਂ ਦੀ ਬਹੁਤ ਲੰਬੀ ਆ ਜੀ, ਤੇ ਮਾਫੀ ਚਾਹੁੰਦੀ ਉਹ ਅਸੀਂ ਨਹੀਂ ਦੱਸ ਸਕਾਂਗੇ। ਤੇ ਇਹ ਆਪਣੀ ਬੜੀ ਬੁਲੰਦ ਆਵਾਜ਼ ਦੇ ਵੀ ਮਾਲਕ ਆ, ਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਆ। ਤੇ ਮੈਂ ਇਹਨਾਂ ਨੂੰ ਬੇਨਤੀ ਕਰੂੰਗੀ, ਅਮਰਜੀਤ ਕੌਰ ਮਰਿੰਡਾ ਜੀ ਆਪਣੀ ਕਿਸੇ ਬਿਹਤਰੀਨ ਰਚਨਾ ਦੇ ਨਾਲ ਸਾਡੀ ਸੰਗਤ ਦੇ ਨਾਲ ਸਾਂਝ ਪਾਉਣ। ਅਮਰਜੀਤ ਕੌਰ ਜੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬੀ ਸ਼ਰਨ ਕੌਰ ਜੀ ਨੇ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਸਿੰਘਾਂ ਦਾ ਸੰਸਕਾਰ ਕੀਤਾ ਤੇ ਕਿਵੇਂ ਸ਼ਹੀਦੀ ਪਾਈ, ਇਹ ਮੇਰੀ ਕਵਿਤਾ ਦਾ ਵਿਸ਼ਾ ਹੈ। ਸਾਡੀ ਮਾੜੀ ਕਿਸਮਤ ਹੈ ਕਿ ਅਸੀਂ ਇਤਿਹਾਸ ਸਿਰਜ ਤਾਂ ਲੈਂਦੇ ਹਾਂ ਪਰ ਅਸੀਂ ਸੰਭਾਲਦੇ ਨਹੀਂ, ਅਸੀਂ ਆਪਣੇ ਬੱਚਿਆਂ ਨੂੰ ਜਾਣੂ ਨਹੀਂ ਕਰਾਉਂਦੇ। ਮੇਰਾ ਖਿਆਲ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਬੀਬੀ ਸ਼ਰਨ ਕੌਰ ਕੌਣ ਹੈ ਤੇ ਉਹਨੇ ਕਿਵੇਂ ਸ਼ਹੀਦੀ ਪ੍ਰਾਪਤ ਕੀਤੀ ਹੈ। ਤੇ ਮੈਂ ਇਸ ਬੀਬੀ ਦੀ ਸ਼ਹਾਦਤ ਬਾਰੇ ਕਵਿਤਾ ਪੇਸ਼ ਕਰਨ ਲੱਗੀ ਹਾਂ ਜੀ। ਬੈਂਤ ਛੰਦ ਵਿੱਚ ਹੈ। ਵਾਹ ਜੀ ਵਾਹ। ਧਰਤ ਚਮਕਾਰ ਦੀ ਨੂੰ ਲੱਖ ਵਾਰ ਸਿਜਦਾ, ਤੇ ਜਿੱਥੇ ਹੋਈ ਅਸਾਮੀ ਸੀ ਜੰਗ ਵੀਰੋ, ਚੜ੍ਹਦੀ ਕਲਾ ਵਿੱਚ ਗੁਰੂ ਦੇ ਸਿੰਘ ਸਾਰੇ, ਭਾਵੇਂ ਠੰਡ ਤੇ ਭੁੱਖ ਕੀਤੇ ਤੰਗ ਵੀਰੋ। ਅੰਮ੍ਰਿਤ ਪੀ ਕੇ ਗਿੱਦੜੋਂ ਸ਼ੇਰ ਹੋਏ, ਕੱਲਾ ਕੱਲਾ ਲੜਿਆ ਲੱਖਾਂ ਸੰਗ ਵੀਰੋ। ਰਾਖੀ ਧਰਮ ਦੀ ਕਰਨ ਲਈ ਸੂਰਿਆਂ ਨੇ ਦਿੱਤੀ, ਖੂਨ ਨਾਲ ਧਰਤ ਸੀ ਰੰਗ ਵੀਰੋ। ਬਹੁਤ ਅੱਛੇ, ਬਹੁਤ ਅੱਛੇ। ਮੁਗਲ ਫੌਜ ਢੰਡੋਰਾ
ਪਿਟਵਾ ਦਿੱਤਾ ਤੇ ਤੁਹਾਡਾ ਗੁਰੂ ਦਿੱਤਾ ਅਸੀਂ ਮਾਰ ਸਿੰਘੋ ਜੰਗ ਜਿੱਤ ਲਈਏ ਸਾਡੀ ਫੌਜ ਨੇ ਤੇ ਤੁਹਾਡਾ ਗੁਰੂ ਗਿਆ ਏ ਮਾਰ ਸਿੰਘੋ ਲਾਸ਼ਾਂ ਤਾਈਂ ਨਾ ਭੁੱਲ ਕੇ ਹੱਥ ਲਾਇਓ ਅਸੀਂ ਕਰਦੇ ਹਾਂ ਤੁਹਾਨੂੰ ਖਬਰਦਾਰ ਸਿੰਘੋ ਕੀਤੀ ਹੁਕਮ ਅਦੁਲੀ ਜੇ ਫੇਰ ਵੀ ਤਾਂ ਹਸ਼ਰ ਹੋ ਬਿਆਨੋ ਬਾਰ ਸਿੰਘੋ ਚੁੱਪ ਪਸਰੀ ਮੇਰ ਚੁਫੇਰ ਹੋਇਆ ਕਰਨ ਕੋਰ ਹੱਥ ਲੈ ਤਲਵਾਰ ਆਈ ਜਰਾ ਮੰਜ਼ਰ ਸੋਚੋ ਕਿ ਕਿਹੋ ਜਿਹਾ ਸੀ ਕਿ ਚੁੱਪ ਪਸਰੀ ਨੇਰ ਚੁਫੇਰ ਹੋਇਆ ਸ਼ਰਨ ਕੌਰ ਲੈ ਫੜ ਤਲਵਾਰ ਆਈ ਬਰਫੀਲੀ ਰਾਤ ਤੇ ਵੈਰੀ ਦੀ ਫੌਜ ਭਰੀ ਬਰਫੀਲੀ ਰਾਤ ਤੇ ਵੈਰੀ ਦੀ ਫੌਜ ਭਰੀ ਲਹੂ ਪਿੱਛੇ ਰਣ ਭੂਮੀ ਕਰ ਪਾਰ ਆਈ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਾਹ ਅੱਛਾ। ਭੈਣ ਜੀ। ਕੜੇ ਕੇਸਾਂ ਤੋਂ ਸਿੰਘਾਂ ਦੀ ਪਛਾਣ ਕਰਕੇ ਕੜੇ ਕੇਸਾਂ ਤੋਂ ਸਿੰਘਾਂ ਦੀ ਪਛਾਣ ਕਰਕੇ ਸੰਸਕਾਰ ਕਰਨਾ ਮਨ ਤਾਰ ਆਈ ਕਰਨਾ ਫਰਜ਼ ਪੂਰਾ ਸੀਸ ਤਲੀ ਧਰ ਕੇ ਖੌਫ ਮੌਤ ਦਾ ਮਨੋ ਵਿਸਾਰ ਆਈ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ। ਬਹੁਤ ਅੱਛਾ। ਫਰਜ਼ ਪੂਰਾ ਸੀਸ ਤਲੀ ਧਰ ਕੇ ਖੌਫ ਮੌਤ ਦਾ ਮਨੋ ਵਿਸਾਰ ਆਈ ਆਪੋ ਆਪਣੇ ਤੰਬੂਆਂ ਵਿੱਚ ਜਾ ਕੇ ਥੱਕੀ ਫੌਜ ਆਰਾਮ ਫਰਮਾਉਣ ਲੱਗੀ ਅਣਖੀ ਨਿਡਰ ਦਲੇਰ ਸ਼ਰਨਕਾਰ ਬੀਬੀ ਦੇਹਾਂ ਸਿੰਘਾਂ ਦੀਆਂ ਰੁਣੋਂ ਬਚਾਉਣ ਲੱਗੀ ਵਾਹ ਜੀ ਵਾਹ ਵਾਹ ਜੀ ਵਾਹ। ਬਹੁਤ ਅੱਛਾ। ਬਹੁਤ ਵਧੀਆ। ਉਧਰੋਂ ਲੱਕੜਾਂ ਕਰ ਇਕੱਠੀਆਂ ਬੀਬੀ ਸਿੰਘਾਂ ਲਈ ਚਿਤਾ ਬਣਾਉਣ ਲੱਗੀ ਕੱਲਾ ਕੱਲਾ ਸਿੰਘ ਚੁੱਕ ਕੇ ਮੋਢਿਆਂ ਤੇ ਬੀਬੀ ਚਿਤਾ ਦੇ ਤੇ ਟਿਕਾ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ। ਥੱਕ ਚੂਰ ਹੋਈ ਅੰਗ ਸੁੰਨ ਹੋਏ ਥੱਕ ਚੂਰ ਹੋਈ ਅੰਗ ਸੁੰਨ ਹੋਏ ਰੱਖਿਆ ਹੌਸਲਾ ਬਰਕਰਾਰ ਬੀਬੀ ਅਰਦਾਸ ਕਰਕੇ ਚਿਤਾ ਨੂੰ ਅੱਗ ਲਾਈ ਪਾਠ ਕਰਦੀ ਰਹੀ ਨਾਲ ਸਤਿਕਾਰ ਬੀਬੀ ਵਾਹ ਜੀ ਵਾਹ ਵਾਹ ਭੈਣ ਜੀ ਬਹੁਤ ਵਧੀਆ। ਦਸ਼ਮੇਸ਼ ਵੀ ਹੱਥ
तलवार फड़ के खड़ी रही बन के पहरेदार बीबी। वाह 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 जी वाह। बाण चेरनी दृढ़ संकल्प करके कीता शहीदां दा संस्कार। वाह जी वाह, वाह जी वाह। बहुत बढ़िया जी। अग होई प्रचंड मुगल आए दौड़े लई आन चुफेरियों केर बीबी। तलवार तू के परमा वार करके तीन चार मुगल कीते ढेर बीबी। वाह जी वाह जी वाह। मुगलां नाल तलवार दे कर जख्मी तड़फदी चिखाच सुटती फेर रोम रोम सिखां दा तैनू ताने आखे बीज शहादत दा गई खलेर। वाह जी वाह, वाह जी वाह, वाह जी हाँ जी बहुत खूब। बहुत बढ़िया भैन जी, बहुत क्या बहुत बात। खूबसूरत। बोले शहादत दा गई खलेर बीबी। बहुत बढ़िया। सਤਿ ਸ੍ਰੀ ਅਕਾਲ ਇਹੋ ਜਿਹਾ ਪੱਖ ਲਿਆ ਜਿਹੜਾ ਕਿਸੇ ਨੇ ਘੱਟ ਹੀ ਲੈਂਦੇ ਕੋਈ। ਜੀ। ਬਹੁਤ ਬਹੁਤ ਧੰਨਵਾਦ ਅਮਰਜੀਤ ਜੀ। ਬੀਬੀ ਸ਼ਰਨ ਕੌਰ ਨੂੰ ਬਹੁਤ ਘੱਟ ਯਾਦ ਕੀਤਾ ਜਾਂਦਾ ਜੀ। ਇਤਿਹਾਸ ਦੀ ਬਹੁਤ ਇੱਕ ਦਲੇਰ ਸਾਡੀ ਸਿੱਧਗੀ ਸਿੱਖ ਬੀਬੀ। ਦੇਖੋ ਜੀ, ਜਿਸ ਵੇਲੇ ਗੁਰੂ ਸਾਹਿਬ ਵੀ ਪੰਜ ਸਿੰਘਾਂ ਦਾ ਹੁਕਮ ਮੰਨ ਕੇ ਤੇ ਗੜੀ ਵਿੱਚੋਂ ਚਲੇ ਗਏ ਤੇ ਮਾਛੀਵਾੜੇ ਵੱਲ, ਤੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ, ਸਿੰਘ ਵੀ ਸ਼ਹੀਦ ਹੋ ਗਏ, ਤੇ ਉਹਨਾਂ ਦਾ ਸੰਸਕਾਰ ਕਰਨ ਵਾਲਾ ਕੋਈ ਨਹੀਂ ਸੀ। ਦੇਖੋ ਇਸ ਦਲੇਰ ਬੀਬੀ ਨੇ ਕਿਸ ਤਰ੍ਹਾਂ ਮੋਢਿਆਂ ਤੇ ਚੁੱਕ ਕੇ ਸਾਰੀਆਂ ਲਾਸ਼ਾਂ ਤੇ ਮੁਗਲਾਂ ਦੀ ਪਰਵਾਹ ਕੀਤੇ ਬਿਨਾਂ, ਉਹਨਾਂ ਦੇ ਡਰ ਤੋਂ ਬਿਨਾਂ ਇਹਨਾਂ ਨੇ ਸੰਸਕਾਰ ਕੀਤਾ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਉਸ ਬੀਬੀ ਨੂੰ ਯਾਦ ਕਰਨ ਦਾ। ਅੱਜ ਆਪਾਂ ਇਸੇ ਦਿਨ ਨੂੰ ਇਸੇ ਲਈ ਮਨਾ ਰਹੇ ਹਾਂ ਕਿ ਅਸੀਂ ਉਹਨਾਂ ਸਾਡੀਆਂ ਜਿਹੜੀਆਂ ਸਿੱਧਕੀ ਸਿੱਖ ਬੀਬੀਆਂ ਨਾਇਕਾਵਾਂ ਹੋ ਗਈਆਂ ਸਾਡੇ ਸਿੱਖ ਇਤਿਹਾਸ 'ਚ, ਉਹਨਾਂ ਨੂੰ ਯਾਦ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ ਅਮਰਜੀਤ ਜੀ। ਤੇ ਹੁਣ ਮੈਂ ਇਸ ਤੋਂ ਬਾਅਦ ਬੇਨਤੀ ਕਰਾਂਗੀ, ਡਾਕਟਰ ਹਰੀ ਸਿੰਘ ਜਾਚਕ ਜੀ ਸਾਡੇ ਕੋਲ ਪਹੁੰਚ ਚੁੱਕੇ ਆ। ਡਾਕਟਰ ਹਰੀ ਸਿੰਘ ਜਾਚਕ ਜੀ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ, ਤੇ ਇਹਨਾਂ ਨੂੰ ਤੁਸੀਂ ਜ਼ੂਮ ਤੇ YouTube ਤੇ ਇਹਨਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਇਹਨਾਂ ਦੀ ਬੁਲੰਦ ਆਵਾਜ਼ 'ਚ ਤੁਸੀਂ ਸੁਣਦੇ ਰਹਿੰਦੇ ਆ। ਤੇ ਇਹ AA PhD ਗੋਲਡ ਮੈਡਲਿਸਟ, ਰਿਟਾਇਰਡ DPDO, ਤੇ ਇਹਨਾਂ ਦੀਆਂ 250 ਦੇ ਕਰੀਬ ਵੀਡੀਓਜ਼ ਜਿਹੜੀਆਂ ਕਵਿਤਾ ਦੀਆਂ ਆ ਚੁੱਕੀਆਂ YouTube ਤੇ ਤਕਰੀਬਨ 2000 ਇਹ ਕਵਿਤਾਵਾਂ ਲਿਖ ਚੁੱਕੇ ਆ। ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨਾਲ ਵੀ ਜੁੜੇ ਹੋਏ ਆ। ਤੇ ਇਹ ਹੈਗੇ ਆ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਆ, ਸ਼੍ਰੋਮਣੀ ਪੰਥਕ ਕਵੀ ਸਭਾ ਦੇ ਜਨਰਲ ਸੈਕਟਰੀ ਆ। 11 ਕਿਤਾਬਾਂ ਇਹਨਾਂ ਦੀਆਂ ਆ ਚੁੱਕੀਆਂ, ਤੇ ਬਾਕੀ ਮਾਨ ਸਨਮਾਨਾਂ ਦੀ ਲਿਸਟ ਤਾਂ ਬਹੁਤ ਲੰਬੀ ਆ ਜੀ। ਤੇ ਆਪਾਂ ਸਾਰੇ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੀ ਆ ਜੀ। ਸਾਡੇ ਪੰਥ ਦੇ ਸਿਰਮੌਰ ਸ਼ਾਇਰ ਆ, ਸਿਰਮੌਰ ਪੰਥਕ ਕਵੀ ਆ। ਸੋ ਮੈਂ ਇਹਨਾਂ ਨੂੰ ਬੇਨਤੀ ਕਰਦੀ ਆ, ਸਾਡੇ ਲਈ ਮਾਣ ਵਾਲੀ ਗੱਲ ਆ ਕਿ ਇਹ ਸਾਡੇ ਛੋਟੀ ਜਿਹੀ ਬੇਨਤੀ ਤੇ ਇਹ ਸਾਡੇ ਵਿੱਚ ਸ਼ਾਮਲ ਹੁੰਦੇ ਆ। ਸੋ ਡਾਕਟਰ ਹਰੀ ਸਿੰਘ ਜਾਚਕ ਜੀ ਜੋ ਮੇਰੇ ਸ਼ਹਿਰ ਲੁਧਿਆਣੇ ਦੇ ਨਾਲ ਰਿਲੇਟਡ ਆ ਜੀ, ਤੇ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਆਪਣੀ ਕਿਸੇ ਨਜ਼ਮ ਦੇ ਨਾਲ, ਔਰਤ ਦੀ ਚੜ੍ਹਦੀ ਕਲਾ ਤੇ ਇਹਨਾਂ ਨੇ ਬੜੀ ਸੋਹਣੀ ਇੱਕ ਨਜ਼ਮ ਲਿਖੀ ਆ, ਤੇ ਉਹਦੇ ਨਾਲ ਜਿਹੜੀ ਆ ਸਾਂਝ ਪਾਉਣ। ਤੇ ਬਾਕੀ ਸਾਰੇ ਕਵੀ ਸਾਹਿਬਾਨ ਨੂੰ ਇੱਕ ਵਾਰੀ ਫੇਰ ਬੇਨਤੀ ਕੀਤੀ ਜਾਂਦੀ ਹੈ ਜੀ, ਸਮੇਂ ਦੀ ਸੀਮਾ 'ਚ ਰਹਿ ਕੇ ਆਪਾਂ ਸਾਰਿਆਂ ਕਵੀਆਂ ਨੂੰ ਸੁਣਨਾ ਹੈ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਜੀ ਆਇਆਂ ਨੂੰ ਡਾਕਟਰ ਹਰੀ ਸਿੰਘ ਜਾਚਕ। ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਬਹੁਤ ਹੀ ਸਤਿਕਾਰਯੋਗ ਸਾਡੀਆਂ ਕਵਿਤਰੀਆਂ ਤੇ ਕਵੀ ਸਹਿਬਾਨ ਅੱਜ ਭੈਣ ਜਗਦੀਸ਼ ਕੌਰ ਗਰੇਵਾਲ ਜੀ ਦੇ ਤੇ ਇਹਨਾਂ ਦੇ ਹੋਰ ਸਾਥੀਆਂ ਦੇ ਸਹਿਯੋਗ ਦੇ ਨਾਲ ਇਹ ਮਹਾਨ ਕਵੀ ਦਰਬਾਰ ਔਰਤਾਂ ਨੂੰ ਸਮਰਪਿਤ ਕਰਵਾ ਰਹੇ ਨੇ। ਬਹੁਤ ਬਹੁਤ ਮੁਬਾਰਕਾਂ ਇਹਨਾਂ ਨੂੰ, ਪਾਤਸ਼ਾਹ ਹੋਰ ਬਖਸ਼ਿਸ਼ਾਂ ਕਰਨ
ਤੇ ਸਮਾਂ ਜਿਹੜਾ ਹੈ ਉਹ ਮੈਨੂੰ ਤੇ ਪਤਾ ਨਹੀਂ ਲੱਗਦਾ ਹੁੰਦਾ ਕਦੋਂ 15 ਮਿੰਟ ਹੋ ਗਏ, ਪਰ ਮੈਂ 5 ਮਿੰਟ ਕੋਸ਼ਿਸ਼ ਕਰਾਂ ਜੇ ਵੱਧ ਗਿਆ ਤੇ ਦੇਖੀ ਜਾਏ ਜੇ, ਕੋਈ ਗੱਲ ਨਹੀਂ। 15 ਮਿੰਟ ਨਹੀਂ ਵੀਰ ਜੀ, ਆਪਾਂ ਜੇ ਸੁਣਨਾ ਜੀ ਟੋਰਾਂਟੋ BC ਵਾਲਿਆਂ ਨੂੰ ਵੀ ਜੀ 5 ਤੋਂ 7 ਮਿੰਟ। ਚਲੋ ਮੈਂ ਸਿਰਫ 2-4 ਬੰਦ ਨਾਲ ਹਾਜ਼ਰੀ ਲਗਵਾ ਰਿਹਾ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ ਸਾਰੇ ਸੰਸਾਰ ਵਿੱਚ ਔਰਤਾਂ ਨੇ ਅੱਜ ਕੱਲ ਸਾਰੇ ਸੰਸਾਰ ਵਿੱਚ ਔਰਤਾਂ ਨੇ ਹਰ ਇੱਕ ਪੱਖ ਤੋਂ ਧਾਕ ਜਮਾਈ ਸੋਹਣੀ। ਜਿੱਥੇ ਵੀ ਇਸ ਨੇ ਕੰਮ ਕੀਤਾ ਹਰ ਥਾਂ ਪਾਈ ਹੈ ਮਾਣ ਵਡਿਆਈ ਸੋਹਣੀ। ਹਰ ਖੇਤਰ ਵਿੱਚ ਮੱਲਾ ਮਾਰ ਕੇ ਤੇ ਕੰਮ ਕਰਨ ਦੀ ਸ਼ਕਤੀ ਵਿਖਾਈ ਸੋਹਣੀ। ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਬਣ ਕੇ ਦਿੱਤੀ ਲੋਕਾਂ ਦੇ ਤਾਈਂ ਅਗਵਾਈ ਸੋਹਣੀ। ਤੇ ਸੁਜਾਨ ਜੀ, ਸਿੱਖ ਧਰਮ ਅੰਦਰ ਸਦਾ ਬੀਬੀਆਂ ਨੂੰ ਸਿੱਖ ਧਰਮ ਅੰਦਰ ਸਦਾ ਬੀਬੀਆਂ ਨੂੰ ਉੱਚਾ ਸੁੱਚਾ ਹਮੇਸ਼ਾ ਸਥਾਨ ਮਿਲਿਆ। ਸੋ ਕਿਉਂ ਮੰਦਾ ਆਖੀਐ ਸ਼ਬਦ ਅੰਦਰ ਗੁਰਾਂ ਵੱਲੋਂ ਹੈ ਵੱਡਾ ਸਨਮਾਨ ਮਿਲਿਆ। ਸਾਰੀ ਬਾਣੀ ਚ ਜੀਵ ਇਹ ਇਸਤਰੀ ਹੈ ਮਹਿਲਾ ਹੈ। ਸਾਰੀ ਬਾਣੀ ਚ ਜੀਵ ਇਹ ਇਸਤਰੀ ਹੈ। ਇਹਦੇ ਰਾਹੀਂ ਬ੍ਰਹਮ ਗਿਆਨ ਮਿਲਿਆ। ਤੇ ਬੇਬੇ ਨਾਨਕੀ ਤੋਂ ਲੈ ਕੇ ਬੀਬੀਆਂ ਨੂੰ ਸਿੱਖ ਧਰਮ ਵਿੱਚ ਰੁਤਬਾ ਮਹਾਨ ਮਿਲਿਆ। ਵਾਹ ਜੀ ਵਾਹ, ਬਹੁਤ ਅੱਛਾ, ਬਹੁਤ ਅੱਛਾ। ਨਾਨਕੀ ਤੋਂ ਲੈ ਕੇ ਬੀਬੀਆਂ ਨੂੰ ਸਿੱਖ ਧਰਮ ਵਿੱਚ ਰੁਤਬਾ ਮਹਾਨ ਮਿਲਿਆ। ਤੇ ਦਰਸ਼ਨ ਕਰਿਓ ਕਿ ਮਾਤਾ ਤ੍ਰਿਪਤਾ ਤੋਂ ਲੈ ਕੇ ਅੱਜ ਤੀਕਰ ਪੂਰਾ ਫਰਜ਼ ਨਿਭਾਇਆ ਇਹ ਬੀਬੀਆਂ ਨੇ। ਗੁਰ ਇਤਿਹਾਸ ਤੇ ਸਿੱਖ ਇਤਿਹਾਸ ਅੰਦਰ ਆਪਣਾ ਨਾਮ ਲਿਖਵਾਇਆ ਏ। ਬੀਬੀਆਂ ਨੇ ਗੁਰੂ ਸੰਗਤਾਂ ਨੂੰ ਗੁਰੂ ਸਹਿਬਾਨ ਵੇਲੇ ਸੇਵਾ ਸਿਮਰਨ ਸਿਖਾਇਆ ਏ। ਬੀਬੀਆਂ ਨੇ ਸਿੱਧਕੀ ਸਿੰਘਾਂ ਦੇ ਮੋਢੇ ਨਾਲ ਜੋੜ ਮੋਢਾ ਸਿੱਖੀ ਸਿਦਕ ਨਿਭਾਇਆ ਏ ਬੀਬੀਆਂ ਨੇ। ਤੋ ਭੈਣ ਜੀ ਗਰੇਵਾਲ ਜੀ ਕਿ ਪਰਮ ਸਤਿਕਾਰਯੋਗ ਬੇਬੇ ਨਾਨਕੀ ਜੀ ਨਹੀਂ ਕੋਈ ਵੀ ਤੇਰੇ ਸਮਾਨ ਬੇਬੇ। ਪਰਮ ਸਤਿਕਾਰਯੋਗ ਬੇਬੇ ਨਾਨਕੀ ਜੀ ਨਹੀਂ ਕੋਈ ਵੀ ਤੇਰੇ ਸਮਾਨ ਬੇਬੇ। ਜਾਣੀ ਜਾਨ ਨੂੰ ਜਾਣ ਸੀ ਲਿਆ ਜਿਸਨੇ ਧੁਰ ਅੰਦਰੋਂ ਸੀ ਜਾਣੀ ਜਾਨ ਬੇਬੇ। ਚੱਲ ਕੇ ਧਰਤੀ ਤੇ ਆਪ ਨਿਰੰਕਾਰ ਆਇਆ। ਚੱਲ ਕੇ ਧਰਤੀ ਤੇ ਆਪ ਨਿਰੰਕਾਰ ਆਇਆ। ਤੇਰੀ ਨਜ਼ਰ ਨੇ ਕੀਤੀ ਪਛਾਣ ਬੇਬੇ। ਤੇ ਬਾਬਾ ਨਾਨਕ ਜੀ ਦਿੰਦੇ ਸਤਕਾਰ ਪੂਰਾ ਦਿੱਤਾ ਤੁਸਾਂ ਵੀ ਮਾਨ ਸਨਮਾਨ ਬੇਬੇ। ਬਾਬਾ ਨਾਨਕ ਜੀ ਦਿੰਦੇ ਸਤਕਾਰ ਪੂਰਾ ਤੇ ਦਿੱਤਾ ਤੁਸਾਂ ਵੀ ਮਾਨ ਸਨਮਾਨ ਬੇਬੇ। ਸੋ ਮੈਂ ਸਾਰੇ ਬੰਦ ਛੱਡਦਾ ਹੋਇਆ ਮਾਤਾ ਗੁਜਰੀ ਜੀ ਦਾ ਇੱਕ ਬੰਦ ਕਿ ਸਾਰੀ ਉਮਰ ਹੀ ਦੁੱਖ ਮੁਸੀਬਤਾਂ ਨੇ ਤੇਰੇ ਸਿਦਕ ਦਾ ਲਿਆ ਇਮਤਿਹਾਨ ਗੁਜਰੀ। ਸਾਰੀ ਉਮਰ ਹੀ ਦੁੱਖ ਮੁਸੀਬਤਾਂ ਨੇ ਤੇਰੇ ਸਿਦਕ ਦਾ ਲਿਆ ਇਮਤਿਹਾਨ ਗੁਜਰੀ। ਪਹਿਲਾ ਪਤੀ ਨੂੰ ਦਿੱਲੀ ਵਿੱਚ ਵਾਰ ਦਿੱਤਾ ਝੱਲਿਆ ਔਕੜਾਂ ਵਾਲਾ ਤੂਫਾਨ ਗੁਜਰੀ। ਚੜ੍ਹਦੀ ਕਲਾ ਨਾਲ ਪੋਤਰੇ ਤੋਰ ਦਿੱਤੇ ਆਪਣੇ ਚਿਹਰੇ ਤੇ ਰੱਖ ਮੁਸਕਾਨ ਗੁਜਰੀ। ਤੇ ਹਰ ਕੋਈ ਪਿਆਰ ਸਤਿਕਾਰ ਦੇ ਨਾਲ ਕਹਿੰਦਾ ਦਸਮ ਪਿਤਾ ਦੀ ਮਾਤਾ ਮਹਾਨ ਗੁਜਰੀ। ਬਹੁਤ ਅੱਛਾ। ਪਿਆਰ ਸਤਿਕਾਰ ਦੇ ਨਾਲ ਕਹਿੰਦਾ ਬਹੁਤ ਬਹੁਤ ਧੰਨਵਾਦ ਜੀ। ਹਰ ਕੋਈ ਪਿਆਰ ਸਤਿਕਾਰ ਦੇ ਨਾਲ ਕਹਿੰਦਾ ਦਸਮ ਪਿਤਾ ਦੀ ਮਾਤਾ ਮਹਾਨ ਗੁਜਰੀ। ਤੇ ਮਾਤਾ ਸਾਹਿਬ ਕੌਰ ਜੀ ਨੂੰ ਯਾਦ ਕਰੀਏ। ਮਾਤਾ ਸਾਹਿਬ ਕੌਰ ਜੀ ਨੂੰ ਯਾਦ ਕਰੀਏ। ਕਰਦੇ ਰਹੇ ਅਗਵਾਈ ਸਨ ਠੀਕ ਮਾਤਾ। ਪੰਥਕ ਹਿੱਤਾਂ ਲਈ ਫੈਸਲੇ ਲੈਣ ਲੱਗਿਆਂ ਸਹੀ ਸਮੇਂ ਦੀ ਕਰਦੇ
ਉਡੀਕ ਮਾਤਾ ਅੱਜ ਵੀ ਅੰਮ੍ਰਿਤ ਸੰਚਾਰ ਉਪਰੰਤ ਸਾਡੇ ਆਦਰ ਮਾਣ ਦੇ ਬਣਦੇ ਪ੍ਰਤੀਕ ਮਾਤਾ। ਔਰ ਸਾਡੇ ਪਿਤਾ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬ ਕੌਰ ਸਾਡੇ ਪੂਜਨੀਕ ਮਾਤਾ। ਪਿਤਾ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬ ਕੌਰ ਸਾਡੇ ਪੂਜਨੀਕ ਮਾਤਾ ਤੇ ਭਾਗਾਂ ਵਾਲੀ ਤੇ ਭਾਗ ਭਰੀ ਸਨ ਕਹਿੰਦੇ ਜਦੋਂ ਅਜੇ ਨਿਆਣੀ ਸੀ ਮਾਈ ਭਾਗੋ। ਦਰਸ਼ਨ ਕਰਿਓ ਮਾਈ ਭਾਗੋ ਦੇ ਜੀ। ਭਾਗਾਂ ਵਾਲੀ ਤੇ ਭਾਗ ਭਰੀ ਸਨ ਕਹਿੰਦੇ ਜਦੋਂ ਅਜੇ ਨਿਆਣੀ ਸੀ ਮਾਈ ਭਾਗੋ। ਅੰਮ੍ਰਿਤ ਛਕ ਕੇ ਗੁਰੂ ਦਸ਼ਮੇਸ਼ ਜੀ ਤੋਂ ਆ ਬਣ ਗਈ ਸੁਗੜ ਸਿਆਣੀ ਸੀ ਮਾਈ ਭਾਗੋ। ਬਦਲਾ ਲੈਣਾ ਏ ਗੁਰੂ ਦੇ ਦੋਖੀਆਂ ਤੋਂ ਜਾਚਕ ਦਿਲ ਵਿੱਚ ਠਾਣੀ ਸੀ ਮਾਈ ਭਾਗੋ। ਵਾਹੁੰਦੀ ਰਹੀ ਤਲਵਾਰ ਮੈਦਾਨ ਅੰਦਰ ਸ਼ੇਰ ਮਰਦਾਂ ਦੀ ਹਾਣੀ ਸੀ ਮਾਈ ਭਾਗੋ। ਵਾਹੁੰਦੀ ਰਹੀ ਤਲਵਾਰ ਮੈਦਾਨ ਅੰਦਰ ਸ਼ੇਰ ਮਰਦਾਂ ਦੀ ਹਾਣੀ ਸੀ ਮਾਈ ਭਾਗੋ। ਤੋਂ ਇੱਕ ਗੱਲ ਬੀਬੀਆਂ ਬਾਰੇ ਕਹਿ ਕੇ ਮੈਂ ਸਮਾਪਤੀ ਕਰਾਂ ਜੀ ਕਿ ਮੀਰ ਮੰਨੂ ਜਦ ਜ਼ੁਲਮ ਦੀ ਹੱਦ ਕੀਤੀ, ਮੀਰ ਮੰਨੂ ਜਦ ਜ਼ੁਲਮ ਦੀ ਹੱਦ ਕੀਤੀ ਤੇ ਦਿੱਤਾ ਡਰ ਉਤਾਰ ਸੀ ਬੀਬੀਆਂ ਨੇ। ਆ ਟੋਟੇ ਟੋਟੇ ਹੋਏ ਜਿਗਰ ਦੇ ਟੋਟਿਆਂ ਦੇ ਪੁਆਲੇ ਗਲਾਂ 'ਚ ਹਾਰ ਸੀ ਬੀਬੀਆਂ ਨੇ। ਬਾਣੀ ਜਪਦਿਆਂ ਜਾਚਕਾ ਮੁਖ ਵਿੱਚੋਂ ਸਹਿਲੇ ਅਤਿਆਚਾਰ ਸੀ ਬੀਬੀਆਂ ਨੇ ਤੇ ਆਪਣੇ ਲਾਲਾਂ ਦੇ ਖੂਨ ਨਾਲ ਸਿੱਖ ਬੂਟਾ ਕੀਤਾ ਅਮਰ ਬਹਾਰ ਸੀ ਬੀਬੀਆਂ ਨੇ। ਆਪਣੇ ਲਾਲਾਂ ਦੇ ਖੂਨ ਨਾਲ ਸਿੱਖ ਬੂਟਾ ਕੀਤਾ ਅਮਰ ਬਹਾਰ ਸੀ ਬੀਬੀਆਂ ਨੇ, ਕੀਤਾ ਅਮਰ ਬਹਾਰ ਸੀ ਬੀਬੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਇਹਨਾਂ ਦੇ ਕੋਲ ਤਾਂ ਖਜ਼ਾਨਾ ਹੈ ਜੀ, ਇਹਨਾਂ ਨੂੰ ਸਮਾਂ ਵੀ ਖੁੱਲਾ ਚਾਹੀਦਾ ਹੁੰਦਾ। ਮਾਫੀ ਚਾਹੁੰਦੇ ਆ ਵੀਰ ਜੀ, ਅਸੀਂ ਤੁਹਾਡੇ ਨਾਲ ਬਹੁਤਾ ਇਨਸਾਫ ਨਹੀਂ ਕਰ ਸਕਦੇ ਜੀ, ਸਮੇਂ ਦੀ ਪਾਬੰਦੀ ਆ। ਤੇ ਕਿਉਂਕਿ ਟੋਰਾਂਟੋ ਵਾਲੇ BC ਵਾਲੇ ਕਵੀ ਵੀ ਅਜੇ ਉਡੀਕਦੇ ਆ ਜੀ ਆਪਣੀ ਵਾਰੀ। ਤੇ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਤੇ ਮੈਨੂੰ ਮਾਣ ਆ ਜੀ, ਮੇਰੇ ਮੁਹੱਲੇ ਮੇਰੇ ਗੁਆਂਢ ਚ ਰਹਿੰਦੇ ਆ ਵੀਰ ਜੀ ਤੇ ਬਹੁਤ ਬੁਲੰਦ ਆਵਾਜ਼ ਦੇ ਮਾਲਕ ਆ ਜੀ। ਇਹਨਾਂ ਦੀ ਇਹ ਪੇਸ਼ਕਾਰੀ ਵੀ ਕਮਾਲ ਹੁੰਦੀ ਆ, ਇਹਨਾਂ ਦੀ ਕਵਿਤਾ ਵੀ ਇਹ ਕਮਾਲ ਦੇ ਹੁੰਦੇ ਅਲਫਾਜ਼। ਤੇ ਬਹੁਤ ਬਹੁਤ ਇਹਨਾਂ ਤੇ ਵਾਹਿਗੁਰੂ ਦੀ ਬਖਸ਼ਿਸ਼ ਹੈ ਜੀ, ਇਹਨਾਂ ਦੀ ਕਲਮ ਤੇ ਵੀ ਤੇ ਇਹਨਾਂ ਦੀ ਆਵਾਜ਼ ਤੇ ਵੀ। ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਤੇ ਤੁਹਾਨੂੰ ਵੀ ਭੈਣ ਜੀ ਚੜ੍ਹਦੀ ਕਲਾ ਦੇ ਨਾਲ ਇਹ ਸਾਰੇ ਕਾਰਜ ਕਰਨ ਦੀ ਪਾਤਸ਼ਾਹ ਹਿੰਮਤ ਬਖਸ਼ੀ ਰੱਖੇ, ਤੁਹਾਡੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੇ। ਤੁਹਾਡੇ ਜੋ ਨਾਲ ਸਹਿਯੋਗੀ ਨੇ ਉਹ ਵੀ ਇਸੇ ਤਰ੍ਹਾਂ ਨਿਰੰਤਰਤਾ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਜੋ ਇਹ ਕਵੀ ਦਰਬਾਰਾਂ ਦੀ ਲਹਿਰ ਚਲਾਈ ਰੱਖਣ ਦੇ ਸਮਰੱਥ ਰਹਿਣ। ਬਹੁਤ ਬਹੁਤ ਧੰਨਵਾਦ ਭੈਣ ਜੀ। ਜੀ ਬਿਲਕੁਲ ਜੀ, ਕਵੀ ਦਰਬਾਰਾਂ ਦੀ ਪਰੰਪਰਾ ਮੇਰੇ ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਆ। ਸਾਰੇ ਜਾਣਦੇ ਆ ਕਿ ਪੌਂਟਾ ਸਾਹਿਬ ਵਿਖੇ ਉਹ ਕਵੀ ਦਰਬਾਰ ਕਰਵਾਉਂਦੇ ਹੁੰਦੇ ਸੀ। 52 ਕਵੀ ਸੀ ਉਹਨਾਂ ਦੇ ਦਰਬਾਰ ਵਿੱਚ ਹੁੰਦੇ ਤੇ ਬਹੁਤ ਮਾਣ ਸਨਮਾਨ ਕਰਦੇ ਸੀ। ਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਪਰੰਪਰਾ ਨੂੰ ਜਿਹੜਾ ਸੁਰਜੀਤ ਰੱਖਿਆ ਜਾਵੇ ਤਾਂ ਕਿ ਸਾਡੀ ਅਗਲੀ ਪੀੜ੍ਹੀ ਕਿਤੇ ਇਸ ਮਹਾਨ ਵਿਰਸੇ ਤੋਂ ਵਾਂਝੀ ਨਾ ਹੋ ਜਾਵੇ। ਪਰ ਮੈਨੂੰ ਬੜਾ ਦੁੱਖ ਹੁੰਦਾ ਕਿ ਸਾਡੇ ਗੁਰੂ ਘਰਾਂ ਵਿੱਚ ਇਸ ਪਰੰਪਰਾ ਨੂੰ ਪਿੱਛੇ ਛੱਡਿਆ ਜਾ ਰਿਹਾ ਤੇ ਬਾਕੀ ਜਿਹੜੇ ਹੋਰ ਕਥਾ ਕੀਰਤਨ ਬਾਕੀ ਸਾਰਾ ਕੁਝ ਕਰਵਾਇਆ ਜਾ ਰਿਹਾ। ਪਰ ਕਵੀ ਦਰਬਾਰ ਜਿਹੜਾ ਹੈ ਉਹ ਗੁਰੂ ਘਰ ਵਾਲੇ ਕਦੇ ਕਦਾਈ ਹੀ ਕਰਾਉਂਦੇ ਜਾਂ ਬਹੁਤੇ ਨਹੀਂ ਵੀ ਕਰਵਾਉਂਦੇ। ਸੋ ਚਾਹੀਦਾ ਇਹ ਆ ਕਿ ਇਸ ਪਰੰਪਰਾ ਨੂੰ ਵੀ ਜਾਰੀ ਰੱਖਿਆ ਜਾਵੇ। ਸਾਡੇ ਜਿਹੜੇ ਬਜ਼ੁਰਗ ਕਵੀ ਇੰਨੀਆਂ ਵਧੀਆ ਕਵਿਤਾਵਾਂ ਲਿਖਦੇ ਸੀ, ਬਹੁਤ ਸਾਰੇ ਇਸ ਜਿਹੜੇ ਆ ਦੁਨੀਆ ਤੋਂ ਜਿਹੜੇ ਚਲੇ ਗਏ ਆ ਤੇ ਬਹੁਤ ਗਿਣਤੀ ਦੇ ਕਵੀ ਰਹਿ ਗਏ, ਉਂਗਲਾਂ ਤੇ ਗਿਣਨ ਜੋਗੇ ਜਿਹੜੇ ਧਾਰਮਿਕ ਕਵਿਤਾ ਵਾਲੇ ਪਾਸੇ ਆਉਂਦੇ ਆ। ਸੋ ਆਪਾਂ ਇਹਨਾਂ ਦੀ ਹੌਸਲਾ ਅਫਜ਼ਾਈ ਵੀ ਕਰਨੀ ਆ ਤੇ ਕੋਸ਼ਿਸ਼ ਕਰਦੇ ਆ ਕਿ ਇਸ ਮੰਚ ਰਾਹੀਂ ਅਸੀਂ ਜਿਹੜੇ ਸਾਲ ਦੇ ਵਿੱਚ 1-2 ਕਵੀ ਦਰਬਾਰ ਜਾਂ ਜਿੰਨਾ ਵੀ ਸਾਨੂੰ ਸਮਾਂ ਪ੍ਰਬੰਧਕਾਂ ਵੱਲੋਂ ਮਿਲਿਆ, ਅਸੀਂ ਜ਼ਰੂਰ ਇਸ ਪਰੰਪਰਾ ਨੂੰ ਦਸ਼ਮੇਸ਼ ਪਿਤਾ ਦੀ ਚਲਾਈ ਪਰੰਪਰਾ ਨੂੰ ਸੁਰਜੀਤ ਰੱਖਣ ਦੀ ਕੋਸ਼ਿਸ਼ ਕਰਾਂਗੇ ਜੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਹੁਣ ਇਸ ਤੋਂ ਬਾਅਦ ਆਪਾਂ ਟੋਰਾਂਟੋ ਚੱਲਦੇ ਹਾਂ ਜੀ। ਟੋਰਾਂਟੋ ਤੋਂ ਬਾਅਦ ਆਪਾਂ BC ਚੱਲਾਂਗੇ ਤੇ ਟੋਰਾਂਟੋ ਤੋਂ ਮੈਂ ਬੇਨਤੀ ਕਰੂੰਗੀ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ
ਸੁੰਦਰਪਾਲ ਕੌਰ ਰਾਜਾ ਸਾਂਸੀ ਜੀ ਜੀ। ਸੁੰਦਰਪਾਲ ਜੀ ਇੱਕ ਬਹੁਤ ਵਧੀਆ ਰਾਈਟਰ ਨੇ, ਪੋਇਟ, ਸਿੰਗਰ, ਐਕਟਰ, ਟੀਵੀ ਹੋਸਟ, ਟੀਚਰ, ਡਰਾਈਵਿੰਗ ਇੰਸਟ੍ਰਕਟਰ, ਸੋਸ਼ਲ ਵਰਕਰ, ਪਤਾ ਨਹੀਂ ਕੀ ਕੁਝ ਹੈ। ਮੇਰੀ ਭੈਣ ਬਹੁਤ ਪੱਕੀ ਸ਼ਖਸੀਅਤ ਦੀ ਮਾਲਕ ਆ ਜੀ। ਤੇ ਜੀ ਸਾਈਂ ਮੀਆਂ ਮੀਰ ਹੰਬਲ ਫਾਊਂਡੇਸ਼ਨ ਕੈਨੇਡਾ ਦੇ ਬਾਨੀ ਆ, ਤੇ ਇਹਨਾਂ ਦੀਆਂ 2 ਕਿਤਾਬਾਂ ਆ ਚੁੱਕੀਆਂ। ਕਵਿਤਾ ਕਵੀਸ਼ਰੀ, ਇਹ ਵੀ ਅੱਜ ਕੱਲ ਛੰਦਾਂ ਦੀ ਸਿਖਲਾਈ ਲੈ ਰਹੇ ਆ ਤੇ ਬਹੁਤ ਸੋਹਣੇ ਛੰਦ ਲਿਖਦੇ ਆ। ਮੈਨੂੰ ਤਾਂ ਉਹਨਾਂ ਛੰਦਾਂ ਬਾਰੇ ਗਿਆਨ ਨਹੀਂ ਜਿਨ੍ਹਾਂ ਛੰਦਾਂ 'ਚ ਕਵਿਤਾ ਲਿਖਦੇ ਆ। ਤੇ ਦੇਖਦੇ ਆ ਜੀ ਅੱਜ ਆਪਣੀ ਕਿਹੜੀ ਰਚਨਾ ਦੇ ਨਾਲ ਸਾਡੇ ਨਾਲ ਸਾਂਝ ਪਾਉਂਦੇ ਆ। ਸੋ ਬਹੁਤ ਬਹੁਤ ਜੀ ਆਇਆਂ ਨੂੰ। ਸੁੰਦਰਪਾਲ ਕੌਰ ਰਾਜਾ ਸਾਂਸੀ ਜੀ, ਤੁਸੀਂ ਆਪਣੀ ਕਿਸੇ ਰਚਨਾ ਨਾਲ ਸਾਡੀ ਸੰਗਤ ਨਾਲ ਸਾਂਝ ਪਾਓ। ਬਹੁਤ ਬਹੁਤ ਧੰਨਵਾਦ ਜਗਦੀਪ ਕੌਰ ਭੈਣ ਜੀ ਗਰੇਵਾਲ ਜੀ, ਨਾਲ ਤੁਹਾਡੀ ਸਾਰੀ ਸਮੁੱਚੀ ਟੀਮ ਦਾ। ਤੇ ਆਓ ਸਭ ਤੋਂ ਪਹਿਲਾਂ ਤੁਸੀਂ ਬਹੁਤ ਸਿਫਤਾਂ ਕਰ ਦਿੱਤੀਆਂ, ਇੰਨੀ ਸਿਫਤ ਦੇ ਯੋਗ ਨਹੀਂ ਜੀ, ਬੜਾ ਕੁਝ ਬੋਲ ਗਏ ਆਪ ਜੀ। ਔਰ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਅੰਤਰਰਾਸ਼ਟਰੀ ਔਰਤ ਦਿਵਸ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ। ਇੱਥੇ ਥੋੜੀ ਜਿਹੀ 1 ਮਿੰਟ ਦੀ ਜਾਣਕਾਰੀ ਕਿ ਜਿਹੜਾ 8 ਮਾਰਚ 2017 ਨੂੰ 3 ਔਰਤਾਂ ਨੂੰ ਜਿਨ੍ਹਾਂ ਨੂੰ ਮਹਾਨ ਔਰਤਾਂ 'ਚ ਦਰਜਾ ਦਿੱਤਾ ਗਿਆ ਸੀ BBC ਵੱਲੋਂ, ਉਹਨਾਂ ਵਿੱਚੋਂ ਇੱਕ ਮਾਤਾ ਭਾਵ ਕੌਰ ਜੀ ਸੀਗੇ, ਇੱਕ ਛਿੰਗ ਸ਼ੀ ਸੀ ਔਰ ਇੱਕ ਜੈਨਟ ਰੈਂਕਨ ਸੀਗੇ ਜਿਹੜੇ US ਤੋਂ। ਇਹਨਾਂ ਤਿੰਨਾਂ ਨੂੰ ਮਹਾਨ ਔਰਤਾਂ ਦਾ 2017 8 ਮਾਰਚ ਨੂੰ ਜਿਹੜਾ ਸੀਗਾ ਇਹ ਦਰਜਾ ਕੀਤਾ ਸੀ। ਮਾਤਾ ਭਾਵ ਕੌਰ ਦਾ ਇਹਦੇ ਵਿੱਚ ਨਾਂ ਸੀ। ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਜੀ। ਸੋ ਇਸ ਕਰਕੇ ਸਾਡਾ ਇਹਨਾਂ ਔਰਤਾਂ ਨੂੰ ਸਿਜਦਾ ਜੀ। ਮੇਰੇ ਸਹਿਯੋਗੀ ਅਸੀਂ ਦਰਸ਼ਨ ਸਿੰਘ ਭੰਮਾ ਸਾਡੇ ਗੁਰੂ ਨੇ ਜੀ, ਤੇ ਆਪਣੇ ਅਮਰਜੀਤ ਕੌਰ ਮਰਿੰਡਾ ਭੈਣ ਜੀ, ਗੁਰਜੀਤ ਕੌਰ ਜਨਾਲਾ, ਅਸੀਂ ਉਹਨਾਂ ਤੋਂ ਸਿਖਲਾਈ ਲੈਂਦੇ ਹਾਂ ਜੀ। ਤੇ ਬਸ ਉਹਨਾਂ ਨੇ ਇੰਨੇ ਕੁ ਸ਼ਬਦਾਂ ਦੇ ਯੋਗ ਬਣਾਤਾ ਜੀ। ਵਾਹਿਗੁਰੂ ਕਿਰਪਾ ਕਰਨ ਤੇ ਹੋਰ ਚੜ੍ਹਦੀ ਕਲਾ ਬਖਸ਼ਣ। ਮੈਂ ਇੱਕ ਕੋੜਾ ਛੰਦ 'ਚ ਮਾਤਾ ਭਾਵ ਕੌਰ ਜੀ ਤੇ ਮੇਰੀ ਰਚਨਾ ਹੋਊਗੀ ਜੀ, ਇਤਿਹਾਸ 'ਚ ਬਿਆਨ ਦੀ ਕੋਸ਼ਿਸ਼ ਕੀਤੀ ਹੈ। ਤੇ ਮੈਂ ਕੇਸਰੀ ਕਵਿਤ ਛੰਦ ਲਿਖਿਆ ਸੀ। ਅੱਜ ਮੈਂ ਕੇਸਰੀ ਕਵਿਤ ਛੰਦ ਵਿੱਚ ਤੁਹਾਡੇ ਨਾਲ ਮਾਤਾ ਭਾਵ ਕੌਰ ਜੀ ਦੇ ਉੱਪਰ ਰਚਨਾ ਸਾਂਝੀ ਕਰ ਰਹੀ ਹਾਂ ਜੀ। ਗੌਰ ਫਰਮਾਓ ਜੀ। ਵਾਲ 'ਚ ਪੱਗ ਆਈ ਮਾਲੇ ਦੀ ਜਾਈ, ਚੁੱਕ ਖੁਸ਼ੀ ਸੀ ਮਨਾਈ, ਬੜੀ ਹੀ ਦਲੇਰੀ ਸੀ। ਵਾਹ ਜੀ ਵਾਹ। ਵਾਲ 'ਚ ਪੱਗ ਆਈ ਪਾਈ ਮਾਲੇ ਦੀ ਜਾਈ, ਚੁੱਕ ਖੁਸ਼ੀ ਸੀ ਮਨਾਈ, ਬੜੀ ਹੀ ਦੁਲਾਰੀ ਸੀ। ਕੱਲੀ ਭੈਣ 4 ਵੀਰ, ਬੜਾ ਸੁੰਦਰ ਸਰੀਰ। ਕੱਲੀ ਭੈਣ 4 ਵੀਰ, ਬੜਾ ਸੁੰਦਰ ਸਰੀਰ, ਹੱਥ ਰੱਖੇ ਚਮਚੀਰ, ਲੱਗਦੀ ਪਿਆਰੀ ਸੀ। ਉਹ ਪਿਤਾ ਗੁਰੂ ਘਰ ਤਾਵੇ, ਭਾਗ ਪਰੀ ਨਾਲ ਜਾਵੇ। ਉਹ ਪਿਤਾ ਗੁਰੂ ਘਰ ਤਾਵੇ, ਭਾਗ ਪਰੀ ਨਾਲ ਜਾਵੇ, ਉਥੇ ਹਰੀ ਜਸ ਗਾਵੇ, ਪ੍ਰੀਤ ਬਨਵਾਰੀ ਸੀ। ਉਹ ਦਲੇਰ ਨਹੀਂ ਕੋਈ ਹੇਰ ਫੇਰ, ਦਲੇਰ ਨਹੀਂ ਕੋਈ ਹੇਰ ਫੇਰ, ਕੰਮ ਨੂੰ ਨਾ ਕਰੇ ਦੇਰ, ਉਹ ਨਾ ਨਕਾਰੀ ਸੀ। ਨੋ ਮੇਰੀ ਸ਼ਹੀਦੀ ਫੁੱਲ ਸ਼ਰਦਾ ਕੀਦੀ, ਮੋੜੂ ਟਿਕਟਰ ਸੀਦੀ, ਚੋਟ ਤਾਂ ਕਰਾਰੀ ਸੀ। ਮੈਂ ਤਾਂ ਚੱਕੂ ਤਲਵਾਰ ਬੈਰੀ ਚੂਣ ਦਊ ਮਾਰ, ਤਲਵਾਰ ਬੈਰੀ ਚੂਣ ਦਊ ਮਾਰ, ਖਾਲੀ ਜਾਣਾ ਨਹੀਂ ਬਾਹਰ, ਖਿੱਚ ਕੇ ਤਿਆਰੀ ਸੀ। ਬੇਮੁਖ ਉਹ ਕਹਾਏ, ਲਿਖ ਕੇ ਬਤਾਵਾਏ। ਉਹ ਬੇਮੁਖ ਆਵਾਜ਼ ਘਟ ਗਈ ਭੈਣ ਜੀ, ਤੁਹਾਡੀ ਆਵਾਜ਼ ਉੱਚੀ ਕਰੋ ਥੋੜੀ। ਇਹ ਦੁੱਖ ਬੜਾ ਮਾਈਕ ਦੇ ਨੇੜੇ ਹੋ ਜਾਓ ਸੁੰਦਰਪਾਲ ਜੀ। ਮਾਈਕ ਦੇ ਨੇੜੇ ਦੁਬਾਰਾ ਬੋਲਿਓ ਆਪਣਾ ਬੰਦ। ਠੀਕ ਹੈ ਸੱਚ ਜੀ, ਹੁਣ ਆਵਾਜ਼ ਠੀਕ ਆ। ਮੈਂ ਤਾਂ ਚੱਕੂ ਤਲਵਾਰ ਬੈਣ ਚੂਣ ਦਊ ਮਾਰ, ਖਾਣਾ ਜਾਣਾ। ਮੈਂ ਤਾਂ ਚੱਕੂ ਤਲਵਾਰ ਬੈਰੀ ਚੂਣ ਦਊ ਮਾਰ, ਉਹ ਖਾਲੀ ਜਾਣਾ ਨਹੀਂ ਬਾਹਰ, ਖਿੱਚ ਕੇ ਤਿਆਰੀ ਸੀ। ਬੇਮੁਖ ਉਹ ਕਹਾਏ, ਲਿਖ ਕੇ ਬਦਾਵਾਏ। ਉਹ ਬੇਮੁਖ ਉਹ ਕਹਾਏ, ਲਿਖ ਕੇ ਬਦਾਵਾਏ। ਉਹ 40 ਗੁਰੂ ਕਿੱਥੋਂ ਪਾਏ, ਦੁੱਖ ਬੜਾ ਭਾਰੀ ਸੀ। ਪਾਲੋ ਹੱਥੀ ਚੂੜੀਆਂ ਜੀ, ਰੂੜੋ ਵਿੱਚ ਰੂੜੀਆਂ, ਨਾ ਕਰੋ ਗੱਲਾਂ ਗੂੜੀਆਂ, ਬੜੀ ਖੁਆਰੀ ਸੀ। ਸਿੰਘਾਂ ਦੀ ਜ਼ਮੀਰ ਜਾਗੀ, ਅਸੀਂ ਹੁਣ ਨਹੀਂ ਬਾਗੀ। ਉਹ ਸਿੰਘਾਂ ਦੀ ਜ਼ਮੀਰ ਜਾਗੀ, ਅਸੀਂ ਹੁਣ ਨਹੀਂ ਬਾਗੀ। ਸਾਡਾ ਗੁਰੂ ਵੱਡ ਭਾਗੀ, ਸਿਰ ਚੱਲੇ ਆ ਰਹੀ ਸੀ। ਜਥਾ ਕੀਤਾ ਸੀ ਤਿਆਰ, ਪੱਗੋ ਮਾਰੀ ਲਲਕਾਰ। ਜਥਾ ਕੀਤਾ ਸੀ ਤਿਆਰ, ਪੱਗੋ ਮਾਰੀ ਲਲਕਾਰ।
ਉਹ ਡਾਡਾ ਗੁਰੂ ਨਾ ਪਿਆਰ ਲੱਗਦੀ ਨਿਆਰੀ ਸੀ। ਚਲੋ ਜੀ ਬਹੀਰਾ ਕੱਤ ਚੁੱਕੀ ਮੁਗਲਾਂ ਨੇ ਅੱਤ, ਗੁਰੂ ਰੱਖੂ ਸਾਡੀ ਪੱਤ ਨਾਲ ਤਾਂ ਮਰਾਰੀ ਸੀ। ਕਦੇ ਰਾਣੇ ਵਾਲੀ ਟਾਬ ਨਹੀਂ ਲੱਭੇ ਉੱਥੇ ਆਬ, ਉਹ ਕਦੇ ਰਾਣੇ ਵਾਲੀ ਟਾਬ ਨਹੀਂ ਲੱਭੇ ਉੱਥੇ ਆਬ, ਕੌਣ ਝੱਲੂ ਸਾਡੀ ਤਾਬ ਬੈਰੀ ਨੂੰ ਚਤਾਰੀ ਸੀ। ਉਹ ਸਿੰਘ ਸ਼ੇਰਾਂ ਵਾਂਗ ਟੁੱਟੇ ਬੈਰੀ ਦੇ ਪਸੀਨੇ ਛੁੱਟੇ, ਉਹ ਸਿੰਘ ਸ਼ੇਰਾਂ ਵਾਂਗ ਟੁੱਟੇ ਬੈਰੀ ਦੇ ਪਸੀਨੇ ਛੁੱਟੇ, ਲਾਲਾ ਆਹੂ ਸੁੱਟੇ ਰੰਗ ਨਸਵਾਰੀ ਸੀ। ਗੁਰੂ ਮਾਰੀ ਸੀ ਆਵਾਜ਼, ਉਹ ਗੁਰੂ ਮਾਰੀ ਸੀ ਆਵਾਜ਼ 5-10 ਕਹਿ ਨਵਾਜ਼, ਗੁਰੂ ਮਾਰੀ ਸੀ ਆਵਾਜ਼ 5-10 ਕਹਿ ਨਵਾਜ਼, ਗੁਰੂ ਰੱਖੀ ਸਾਡੀ ਲਾਜ ਪੈਜ ਜੀ ਸਵਾਰੀ ਸੀ। ਮਹਾ ਸਿੰਘ ਕੁਝ ਮੰਗ ਤੁਸੀਂ ਜੂਝੇ ਵਿੱਚ ਜੰਗ, ਉਹ ਮਹਾ ਸਿੰਘ ਕੁਝ ਮੰਗ ਤੁਸੀਂ ਜੂਝੇ ਵਿੱਚ ਜੰਗ, ਹੁਣ ਹੋਣਾ ਨਹੀਂ ਤੰਗ ਹੋਈ ਮੁਖਤਾਰੀ ਸੀ। ਜੀ ਬਦਾਵਤ ਪਾੜ, ਪਾੜ ਸੀਨੇ ਵਿੱਚ ਬੜਾ ਸਾੜ, ਖੋਲੋ ਮੁਕਤੀ ਕਵਾੜ ਛੇਤੀ ਆਵੇ ਵਾਰੀ ਸੀ। 40 ਮੋੜ ਕੇ ਲਿਆਈ ਕੀਤੀ ਜਗ ਰਚਨਾਈ, ਉਹ 40 ਮੋੜ ਕੇ ਲਿਆਈ ਕੀਤੀ ਜਗ ਰਚਨਾਈ, ਟੁੱਟੀ ਗੰਢ ਕੇ ਦਿਖਾਈ ਗਲਤੀ ਸੁਧਾਰੀ ਸੀ। ਉਹ ਗੁਰੂ ਪੱਗ ਕੋਲੇ ਆਏ ਖੰਡੇ ਪੌਲ ਚਕਾਏ, ਉਹ ਗੁਰੂ ਪੱਗ ਕੋਲੇ ਆਏ ਖੰਡੇ ਪੌਲ ਚਕਾਏ, ਭਾਗ ਕੌਰ ਸੀ ਬਣਾਏ ਫੁੱਲਾਂ ਦੀ ਕਿਆਰੀ ਸੀ। ਨਵਾਈ ਜਿੰਦ ਗੁਰੂ ਲਿਖੇ ਲਾਈ, ਉਹ ਸੇਵਾ ਬੜੀ ਸੀ ਨਵਾਈ ਜਿੰਦ ਗੁਰੂ ਲਿਖੇ ਲਾਈ, ਵੱਡੀ ਕੀਤੀ ਸੀ ਕਮਾਈ ਨਾਮ ਦੀ ਵਪਾਰੀ ਸੀ। ਉਹ ਅੱਜ ਲੋੜ ਤੇਰੀ ਪਾਜਾ ਛੇਤੀ ਛੇਤੀ ਫੇਰੀ, ਉਹ ਅੱਜ ਲੋੜ ਪੜੀ ਤੇਰੀ ਪਾਜਾ ਛੇਤੀ ਛੇਤੀ ਫੇਰੀ, ਝੁੱਲੀ ਕੌਮ ਤੋਂ ਹਨੇਰੀ ਸਾਰੇ ਦੁਰਾਚਾਰੀ ਸੀ। ਹੈ ਕੋਟੀ ਕੋਟੀ ਪ੍ਰਣਾਮ ਕੀਤਾ ਕੰਮ ਸੀ ਮਹਾਨ, ਕੋਟੀ ਕੋਟੀ ਪ੍ਰਣਾਮ ਕੀਤਾ ਕੰਮ ਸੀ ਮਹਾਨ, ਯਾਦ ਕਰਦਾ ਜਹਾਨ ਰੰਗ ਕਰ ਤਾਰੀ ਸੀ। ਉਹ ਸੀ ਉੱਚਾ ਰੁਤਬਾ ਪਾਇਆ ਤੂੰ ਮਾਨ ਸੀ ਵਧਾਇਆ, ਉਹ ਸੀ ਉੱਚਾ ਰੁਤਬਾ ਪਾਇਆ ਤੂੰ ਮਾਨ ਸੀ ਵਧਾਇਆ, ਤਾਂ ਹੀ ਸੀਸ ਚਕਾਇਆ ਖਲਕਤ ਤਾਰੀ ਸੀ। ਜੰਮੇਰ ਜਾਨ ਦੇਵੋ ਤੁਸੀਂ ਇੰਨਾ ਮਾਣ, ਜੰਮੇਰ ਜਾਨ ਦੇਵੋ ਤੁਸੀਂ ਇੰਨਾ ਮਾਣ, ਚੇਤੇ ਰੱਖੋ ਭਗਵਾਨ ਚਾਰਨਾ ਦਵਾਰੀ ਸੀ। ਜੀ ਕਰੋ ਨਾ ਨਰਾਦਰ, ਜੀ ਕਰੋ ਨਾ ਨਰਾਦਰ, ਹੋਵੇ ਔਰਤ ਸਦਾ ਆਦਰ, ਬੇਦਾਗ ਰੱਖੋ ਚਾਦਰ ਨਾਹੀ ਬੰਦ ਵਾਰੀ ਸੀ। ਰੂਪ ਤਾਰੋ ਹੈ ਛੀਣੀ ਰੂਪ ਤਾਰ, ਲੋੜ ਵੇਲੇ ਬੈਰੀ ਮਾਰੋ, ਉਹ ਛੀਣੀ ਰੂਪ ਤਾਰ ਲੋੜ ਵੇਲੇ ਬੈਰੀ ਮਾਰੋ, ਪਤ ਆਪਣੀ ਸਵਾਰੋ ਚੱਜ ਤਾਂ ਅਚਾਰੀ ਸੀ। ਹੈ ਤੁਸੀਂ ਬਾਰਿਸ਼ ਪਾਗੋ, ਸੁੱਤੀ ਨੀਂਦ ਤੋਂ ਜਾਗੋ, ਮਾੜੇ ਕੰਮਾਂ ਨੂੰ ਤਿਆਗੋ, ਲਾਵਾਂ ਜੀ ਗੁਹਾਰੀ ਸੀ। ਹੈ ਤੁਸੀਂ ਬਾਰਿਸ਼ ਪਾਗੋ, ਸੁੱਤੀ ਨੀਂਦ ਤੋਂ ਜਾਗੋ, ਮਾੜੇ ਕੰਮਾਂ ਨੂੰ ਤਿਆਗੋ, ਲਾਵਾ ਜੀ ਗੁਹਾਰੀ ਸੀ। ਸਭ ਔਰਤ ਅਪੀਲ ਗੱਲ ਕਰੋ ਜੀ ਦਲੀਲ, ਉਹ ਸਭ ਔਰਤ ਅਪੀਲ ਗੱਲ ਕਰੋ ਜੀ ਦਲੀਲ, ਉਹ ਨਾ ਵਿਚਾਰੀ ਸੀ। BBC ਨਾਮ ਦਰਜ ਹੈ ਨਿਭਾ ਦਿੱਤਾ ਫਰਜ਼, BBC ਨਾਮ ਦਰਜ ਹੈ ਨਿਭਾ ਦਿੱਤਾ ਫਰਜ਼, ਨਾ ਰਿਹਾ ਕੋਈ ਕਰਜ਼ ਪਾਲ ਬਲਿਹਾਰੀ ਸੀ। ਸਭ ਔਰਤ ਅਪੀਲ ਗੱਲ ਕਰੋ ਜੀ ਦਲੀਲ, ਉਹ ਖੁਦ ਵਕੀਲ ਹੁਣ ਨਾ ਵਿਚਾਰੀ ਸੀ। BBC ਨਾਮ ਦਰਜ ਹੈ ਨਿਭਾ ਦਿੱਤਾ ਫਰਜ਼, ਨਾ ਰਿਹਾ ਕੋਈ ਕਰਜ਼ ਪਾਲ ਬਲਿਹਾਰੀ ਸੀ। ਬਹੁਤ ਵਧੀਆ, ਬਹੁਤ ਖੂਬ, ਬਹੁਤ ਵਧੀਆ, ਬਹੁਤ ਵਧੀਆ ਜੀ। ਧੰਨਵਾਦ ਜੀ ਇੰਨਾ ਮਾਣ ਬਖਸ਼ਣ ਦਾ, ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਸੁੰਦਰਪਾਲ ਜੀ, ਕਿ ਤੁਸੀਂ ਜਦੋਂ ਵੀ ਅਸੀਂ ਤੁਹਾਨੂੰ ਯਾਦ ਕਰਦੇ ਹਾਂ ਤੁਸੀਂ ਹਾਜ਼ਰ ਹੁੰਦੇ ਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਸੋਹਣੀ ਤੁਸੀਂ ਕਵਿਤ ਛੰਦ ਦੇ ਵਿੱਚ ਆਪਣੀ ਕਵਿਤਾ ਜਿਹੜੀ ਸੀ ਸਾਰੀਆਂ ਬੀਬੀਆਂ ਨੂੰ ਉਹਦੇ ਵਿੱਚ ਸਿੱਧਕੀ ਸਿੱਖ ਬੀਬੀਆਂ ਨੂੰ ਉਹਦੇ ਚ ਪਰੋ ਦਿੱਤਾ ਤੇ ਮਾਈ ਭਾਗੋ ਖਾਸ ਕਰਕੇ ਮਾਈ ਭਾਗੋ ਤੇ ਲਿਖੀ ਸੀ ਤੁਸੀਂ। ਬਹੁਤ ਵਧੀਆ ਤੁਹਾਡੀ ਕਵਿਤਾ। ਬਹੁਤ ਧੰਨਵਾਦ ਜੀ। ਤੇ ਆਪਾਂ ਜੀ ਜਿੰਨੇ ਸਾਡੇ ਨਾਲ ਕੁਛ ਸੰਗਤ ਜਿਹੜੀ ਨਵੀਂ ਵੀ ਅੱਜ ਜੁੜੀ ਆ ਉਹਨਾਂ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ। ਜੀ ਆਇਆਂ ਨੂੰ। ਗੁਰਦਿਆਲ ਸਿੰਘ ਨਿਮਰ ਜੀ ਯਮੁਨਾ ਨਗਰ ਤੋਂ ਸਾਡੇ ਪੰਥਕ ਕਵੀ, ਉਹ ਵੀ ਸਾਡੇ ਨਾਲ ਜੁੜੇ। ਆਉਣ ਵਾਲੇ ਸਮੇਂ 'ਚ ਅਸੀਂ ਉਹਨਾਂ ਨੂੰ ਜ਼ਰੂਰ ਸੱਦਾ ਦੇਵਾਂਗੇ ਜੀ। ਵਿਜੇ ਸਿੰਘ ਜੀ, ਮਹਿੰਦਰ ਕੌਰ ਜੀ, ਕੁਲਵਿੰਦਰ ਕੌਰ, ਕੁਛ ਦਿੱਲੀ ਦੀ ਸੰਗਤ, ਬਹੁਤਿਆਂ ਦੇ ਮੈਂ ਜਾਣਦੀ ਨਹੀਂ ਜੀ ਆਈਡੀ ਉਹਨਾਂ ਦੇ। ਤੇ ਸੋ ਸਾਰਿਆਂ ਨੂੰ ਬਹੁਤ ਬਹੁਤ ਜੀ ਆਇਆਂ ਜੀ। ਜਿਹੜੇ ਸੁਣ ਰਹੇ ਆ ਸਰੋਤਿਆਂ ਦੀ ਵੀ ਸਾਨੂੰ ਕਵੀਆਂ ਨੂੰ ਬਹੁਤ ਲੋੜ ਹੁੰਦੀ ਆ। ਸੋ ਜਿਹੜੇ ਸਾਡੇ ਇਸ ਪ੍ਰੋਗਰਾਮ ਨੂੰ ਧਿਆਨ ਦੇ ਨਾਲ ਸੁਣ ਰਹੇ ਉਹਨਾਂ ਸਾਰਿਆਂ ਦਾ ਧੰਨਵਾਦ। ਤੇ ਹੁਣ ਉਸ ਤੋਂ ਬਾਅਦ ਮੈਂ ਸੁਜਾਨ ਸਿੰਘ ਸੁਜਾਨਵੀਰ ਜੀ ਤੇ ਉਸ ਤੋਂ ਬਾਅਦ ਹਰਚੰਦ ਬਾਗੜੀ ਜੀ BC ਤੋਂ ਤਿਆਰ ਰਹਿਣ ਤੇ ਫਿਰ ਪਲਵਿੰਦਰ ਰੰਧਾਵਾ ਜੀ। ਤੇ ਸੁਜਾਨ ਸਿੰਘ ਸੁਜਾਨ ਵੀਰ ਜੀ ਜਿਹੜੇ ਆ ਇਹ ਵੀ ਸਾਡੇ ਸਿਰਮੌਰ ਪੰਥਕ ਕਵੀ ਆ ਜੀ। ਟੋਰਾਂਟੋ ਨਾਲ ਸੰਬੰਧ ਰੱਖਦੇ ਆ ਤੇ ਪਿੱਛੋਂ ਇਹ ਜਲੰਧਰ ਤੋਂ ਬਿਲੋਂਗ ਕਰਦੇ ਆ। ਹੈਡਮਾਸਟਰ ਰਿਟਾਇਰ ਹੋਏ ਆ। 3 ਪੁਸਤਕਾਂ ਇਹਨਾਂ ਦੀਆਂ ਛਪ ਚੁੱਕੀਆਂ ਗੀਤਾਂ ਤੇ ਕਵਿਤਾਵਾਂ ਦੀਆਂ। ਤੇ ਆਪ ਵੀ ਬੁਲੰਦ ਆਵਾਜ਼ ਦੇ ਮਾਲਕ ਆ ਤੇ ਇਹਨਾਂ ਦੇ ਗੀਤ ਬਹੁਤ ਸਾਰੇ ਗਾਇਕਾਂ ਨੇ ਇਹਨਾਂ ਕੋਲੋਂ ਲੈ ਕੇ ਲਿਖਵਾ ਕੇ ਗਾਏ ਆ। ਖਾਸ ਕਰਕੇ ਜਿਹੜੇ ਪੰਜਾਬ ਦੇ ਰਫੀ ਜਿਨ੍ਹਾਂ ਨੂੰ ਕਿਹਾ ਜਾਂਦਾ ਰਛਪਾਲ ਸਿੰਘ ਜੀ ਪਾਲ, ਇਹਨਾਂ ਦੇ ਗੀਤਾਂ ਨੂੰ ਗਾਉਂਦੇ ਆ। ਤੇ ਇਹਨਾਂ ਦੇ ਆਪਾਂ ਜ਼ਰੂਰ ਅੱਜ ਇਹਨਾਂ ਨੂੰ ਬੇਨਤੀ ਕਰਦੇ ਹਾਂ ਜੀ ਸੁਜਾਨ ਸਿੰਘ ਸੁਜਾਨ ਜੀ ਆਪਣੀ ਕਿਸੇ ਬੁਲੰਦ ਆਵਾਜ਼ 'ਚ ਕਿਸੇ ਗੀਤ ਦੇ ਨਾਲ ਸਾਡੇ ਨਾਲ ਸਾਂਝ ਪਾਉਣ। ਬਹੁਤ ਬਹੁਤ ਸਵਾਗਤ ਹੈ ਜੀ ਵੀਰ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਘਰਦਿਆਂ ਨੇ ਸੁਜਾਨ ਰੱਖਿਆ ਜੀ ਪਰ ਮੇਰੀ ਬੁੱਧੀ ਤੁਛਿਆ। ਜੀ ਵਾਹਿਗੁਰੂ ਦੀ ਬਹੁਤ ਬਖਸ਼ਿਸ਼ ਹੈ ਜੀ ਤੁਹਾਡੀ ਕਲਮ ਤੇ ਵੀ ਤੁਹਾਡੀ ਆਵਾਜ਼ ਤੇ ਵੀ। ਉਹ ਗੱਲ ਜੀ ਕਿ ਮੇਰੇ ਕੋਲ ਕਵਿਤਾਵਾਂ ਵੀ ਹੈਗੀਆਂ, ਕਵਿਤਾਵਾਂ ਥੋੜ੍ਹੀਆਂ ਲੰਬੀਆਂ ਆ ਤੇ ਇਸ ਕਰਕੇ ਮੈਂ ਚਲੋ ਗੀਤ ਹੀ ਬੋਲ ਦੇਣਾ ਜੀ। ਇੱਕ ਸ਼ੇਰ ਤੇ ਇੱਕ ਗੀਤ ਛੋਟਾ ਜਿਹਾ ਗੀਤ ਜੀ। ਗੀਤ ਤੁਹਾਡੇ ਬਹੁਤ ਕਮਾਲ ਦੇ ਆ ਜੀ, ਗੀਤ ਸੁਣਾਓ। ਪਹਿਲਾਂ ਇੱਕ ਸ਼ੇਰ ਬੋਲਣਾ ਜੀ। ਸਿੱਖ ਜਗਤ ਦੇ ਸਾਰੇ ਸੰਸਾਰ ਅੰਦਰ ਤੇ ਕਿੰਨਾ ਡੂੰਘਾ ਸਤਿਕਾਰ ਹੈ ਬੀਬੀਆਂ ਦਾ। ਜੀਵਨ ਦੇਣ ਲਈ, ਜੀਵਨ ਦੀ ਸਫਲਤਾ ਲਈ ਤੇ ਹੋਇਆ ਜੀਵਨ ਨਿਸਾਰ ਹੈ ਬੀਬੀਆਂ ਦਾ। ਤੇ ਪਤਾ ਨਾਨਕੀ ਪਾਨੀ ਜੀ ਮਾਤ ਗੰਗਾ ਤੇ ਕਿੰਨਾ ਉੱਚਾ ਕਿਰਦਾਰ ਹੈ ਬੀਬੀਆਂ ਦਾ। ਮੰਜ਼ਲਾਂ ਪਾਉਣ ਲਈ ਮਰਦਾਂ ਦਾ ਸਾਥ ਦਿੱਤਾ ਤੇ ਮਰਦਾਂ ਉੱਤੇ ਉਪਕਾਰ ਹੈ ਬੀਬੀਆਂ ਦਾ। ਬਹੁਤ ਸਿੱਖ ਪੰਥ ਦੀਆਂ ਸੁਜਾਨ ਸਭ ਬੀਬੀਆਂ ਦਾ ਤੇ ਉੱਚਾ ਜਗ ਦੇ ਵਿੱਚ ਮੁਕਾਮ ਰਹਿਣਾ। ਉਹ ਜਦ ਤੱਕ ਜਿਮੀ ਅਸਮਾਨ ਤੇ ਚੰਦ ਸੂਰਜ ਹਸ਼ਰ ਤੀਕਰਾਂ ਉਹਨਾਂ ਦਾ ਨਾਮ ਰਹਿਣਾ। ਜਦ ਤੱਕ ਜਿਮੀ ਅਸਮਾਨ ਤੇ ਚੰਦ ਸੂਰਜ ਹਸ਼ਰ ਤੀਕਰਾਂ ਉਹਨਾਂ ਦਾ ਨਾਮ ਰਹਿਣਾ। ਬਹੁਤ ਕਾਰਜੋਗ ਸਾਡੀਆਂ ਭੈਣਾਂ ਉਹਨਾਂ ਨੂੰ ਇਹ ਸਮਰਪਿਤ ਹੈ ਗੀਤ। ਤੋ ਮਾਤਾ ਸਹਿਬਦੇਵਾਂ ਦਾ ਜਿਹੜਾ ਪਹਿਲਾ ਨਾਮ ਮਾਤਾ ਸਹਿਬਦੇਵਾਂ, ਉਹਨਾਂ ਉੱਤੇ ਮੈਂ ਇਹ ਗੀਤ ਮੇਰਾ ਪਾਲ ਸਾਹਿਬ ਨੇ ਬੋਲਿਆ ਸੀ। ਸਾਹਿਬ ਕੌਰ ਨੂੰ ਸਾਹਿਬਾਂ ਨੇ ਏਦਾਂ ਵਡਿਆਇਆ, ਪੰਥ ਖਾਲਸਾ ਉਸ ਦੀ ਝੋਲੀ ਵਿੱਚ ਪਾਇਆ। ਸਾਹਿਬ ਕੌਰ ਨੂੰ ਸਾਹਿਬਾਂ ਨੇ ਏਦਾਂ ਵਡਿਆਇਆ, ਪੰਥ ਖਾਲਸਾ ਉਸ ਦੀ ਝੋਲੀ ਵਿੱਚ ਪਾਇਆ। ਸਾਹਿਬ ਕੌਰ ਦੀ ਕਿਸੇ ਗੱਲੋਂ ਨਹੀਂ ਘੱਟ ਕੁਰਬਾਨੀ, ਜਿਨ੍ਹਾਂ ਬਿਤਾਈ ਜੱਟ ਸੱਤ ਦੇ ਵਿੱਚ ਉਮਰ ਜਵਾਨੀ। ਕਿੱਡੀ ਵੱਡੀ ਗੱਲ ਆ ਜੀ। ਸਾਹਿਬ ਕੌਰ ਦੀ ਕਿਸੇ ਗੱਲੋਂ ਘੱਟ ਨਹੀਂ ਕੁਰਬਾਨੀ,
ਜਿਨ੍ਹਾਂ ਬਿਤਾਈ ਜਤ ਸਤ ਦੇ ਵਿੱਚ ਉਮਰ ਜਵਾਨੀ, ਭਾਵੇਂ ਗ੍ਰਸਤ ਧਰਮ ਵੀ ਊਨਾ ਅਪਨਾਇਆ, ਪੰਥ ਖਾਲਸਾ ਉਸ ਦੀ ਝੋਲੀ ਵਿੱਚ ਪਾਇਆ। ਪੰਥ ਲਈ ਪੂਜਣ ਯੋਗ ਕੇਸਗੜ੍ਹ ਥਾਂ ਅਖਵਾਉਂਦੀ, ਦਸਮ ਪਾਤਸ਼ਾਹ ਪਿਤਾ ਸਾਹਿਬ ਕੌਰ ਮਾਂ ਅਖਵਾਉਂਦੀ। ਬਾਜਾਂ ਵਾਲੇ ਇਸ ਨੂੰ ਜਦ ਪੌਲ ਪਿਲਾਇਆ, ਪੰਥ ਖਾਲਸਾ ਉਸ ਦੀ ਝੋਲੀ ਵਿੱਚ ਪਾਇਆ। ਜਿਹੜੇ ਅੰਮ੍ਰਿਤਪਾਨ ਕਰਾਉਂਦੇ ਉਸ ਵੇਲੇ ਕਿਹਾ ਜਾਂਦਾ ਕਿ ਮਾਤਾ ਤੁਹਾਡੀ ਸਾਹਿਬ ਦੇ ਬਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ। ਵਾਹਿਗੁਰੂ। ਸੁਣ ਕੌਰ ਜੀ। ਸਾਹਿਬ ਕੌਰ ਪਈ ਸਾਹਿਬ ਦੇ ਇੰਜ ਤਰਲੇ ਪਾਵੇ, ਕਾਟ ਪੁੱਤਰ ਦੀ ਦਾਤ ਆ ਮੈਨੂੰ ਬੜੀ ਸਤਾਵੇ। ਸਾਹਿਬ ਕੌਰ ਪਈ ਸਾਹਿਬ ਦੇ ਇੰਜ ਤਰਲੇ ਪਾਵੇ, ਕਾਟ ਪੁੱਤਰ ਦੀ ਦਾਤ ਆ ਮੈਨੂੰ ਬੜੀ ਸਤਾਵੇ। ਬਹੁਤ ਅੱਛੇ, ਬਹੁਤ ਖੂਬ। ਝੋਲੀ ਪਾ ਪਾਤਸ਼ਾਹ ਕਰਮ ਕਮਾਇਆ, ਪੰਥ ਖਾਲਸਾ ਉਸ ਦੀ ਝੋਲੀ ਵਿੱਚ ਪਾਇਆ। ਸਾਹਿਬ ਕੌਰ ਦੇ ਅੰਤਮ ਦਿਨ ਦਿੱਲੀ ਵਿੱਚ ਬੀਤੇ, ਹੁਕਮਨਾਮੇ ਕਈ ਪੰਥ ਲਈ ਉਹਨਾਂ ਜਾਰੀ ਕੀਤੇ। ਖਾਲਸੇ ਨੇ ਵੀ ਹੁਕਮ ਉਹਨਾਂ ਦਾ ਨਹੀਂ ਪਲਟਾਇਆ, ਪੰਥ ਖਾਲਸਾ ਉਸ ਦੀ ਝੋਲੀ ਵਿੱਚ ਪਾਇਆ। ਬਹੁਤ ਅੱਛਾ ਪੇਸ਼ ਕਰ ਰਿਹਾ ਜੀ। ਬਹੁਤ ਅੱਛੇ। ਸਾਹਿਬ ਕੌਰ ਦੀ ਦੇਣ ਪੰਥ ਕਦੇ ਭੁੱਲ ਨਹੀਂ ਸਕਦਾ, ਸਾਹਿਬ ਕੌਰ ਦੀ ਦੇਣ ਪੰਥ ਕਦੇ ਭੁੱਲ ਨਹੀਂ ਸਕਦਾ, ਉਸ ਦੇ ਤੁਲ ਸੁਜਾਨ ਕੋਈ ਵੀ ਤੁਲ ਨਹੀਂ ਸਕਦਾ। ਬਹੁਤ ਅੱਛੇ। ਤੇ ਤੁਲ ਸੁਜਾਨ ਕੋਈ ਵੀ ਤੁਲ ਨਹੀਂ ਸਕਦਾ, ਆਨ ਪਿਤਾ ਦਸ਼ਮੇਸ਼ ਦਾ ਨਾ ਜਾਏ ਭੁਲਾਇਆ, ਉਸ ਦੀ ਝੋਲੀ ਵਿੱਚ ਪਾਇਆ। ਤੋ ਮੈਂ ਸ਼ਾਰਟ ਕੀਤਾ ਜੀ ਕਿਉਂਕਿ ਸਮਾਂ ਜਿਹੜਾ ਸਮੇਂ ਦੀ ਸੀਮਾ ਅੰਦਰ ਰਹਿ ਕੇ ਕੰਮ ਹੋਵੇ ਤਾਂ ਵਧੀਆ ਲੱਗਦਾ ਆ। ਤੋ ਇਹ ਦਸਵੇਂ ਪਾਤਸ਼ਾਹ ਦਾ ਕਰਮ ਆ ਸਾਡੇ ਤੇ, ਸਾਨੂੰ ਨਿਮਾਣਿਆਂ ਨੂੰ ਸਰਦਾਰੀਆਂ ਬਖਸ਼ ਦਿੱਤੀਆਂ ਉਹਨਾਂ ਨੇ, ਕਿੰਨਾ ਮਾਣ ਬਖਸ਼ਿਸ਼ ਕੀਤਾ। ਤੋ ਇਸ ਦੇ ਨਾਲ ਮੈਂ ਖਿਮਾ ਚਾਹੁੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ ਜੀ, ਤੁਸੀਂ ਸਮੇਂ ਦੀ ਸੀਮਾ 'ਚ ਰਹਿ ਕੇ ਬਹੁਤ ਸੋਹਣਾ ਆਪਣਾ ਗੀਤ ਆਪਣੀ ਬੁਲੰਦ ਆਵਾਜ਼ ਦੇ ਵਿੱਚ ਸਾਨੂੰ ਸਰਵਣ ਕਰਵਾਇਆ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਜੀ। ਹਾਂ ਸੱਚ, ਇਹ ਸਾਰੇ ਕਵੀਆਂ ਨੂੰ ਇੱਕ ਬੇਨਤੀ ਹੈ ਜੀ, ਜਿਵੇਂ ਪਹਿਲਾਂ ਆਪਣੇ ਡਾਕਟਰ ਬਲਰਾਜ ਸਿੰਘ ਨੇ ਵੀ ਦੱਸਿਆ ਕਿ ਅਸੀਂ ਇੱਕ ਆਨਲਾਈਨ ਮੈਗਜ਼ੀਨ ਵੀ ਸ਼ੁਰੂ ਕੀਤਾ ਹੋਇਆ, ਇਸ ਨਵੇਂ ਸਾਲ ਤੋਂ ਸ਼ੁਰੂ ਕੀਤਾ। ਸੋ ਕਵੀ ਸਾਹਿਬਾਨ ਨੂੰ ਬੇਨਤੀ ਆ ਕਿ ਆਪਣੀਆਂ ਜਿੰਨੀਆਂ ਵੀ ਤੁਸੀਂ ਇੱਥੇ ਰਚਨਾਵਾਂ ਬੋਲੀਆਂ ਉਹ ਸਾਨੂੰ ਲਿਖਤੀ ਰੂਪ ਦੇ ਵਿੱਚ ਟਾਈਪ ਕਰਕੇ, ਅਨਮੋਲ ਲਿਪੀ ਜਾਂ ਤੁਸੀਂ ਜਿਸ ਦੇ ਵਿੱਚ ਵੀ ਯੂਨੀਕੋਡ 'ਚ ਟਾਈਪ ਕਰਦੇ ਹੋ, ਟਾਈਪ ਕਰਕੇ ਸਾਨੂੰ ਜ਼ਰੂਰ ਭੇਜੋ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਤੁਹਾਡੀਆਂ ਰਚਨਾਵਾਂ ਨੂੰ ਉਸ ਮੈਗਜ਼ੀਨ ਦੇ ਵਿੱਚ ਵੀ ਥਾਂ ਦੇ ਸਕੀਏ। ਸਾਂਝੀ ਵਿਰਾਸਤ ਮੈਗਜ਼ੀਨ ਉਸਦਾ ਨਾਮ ਹੈ ਜੀ। ਸੋ ਬਹੁਤ ਬਹੁਤ ਧੰਨਵਾਦ। ਤੇ ਹੁਣ ਇਸ ਤੋਂ ਬਾਅਦ ਆਪਾਂ ਜੀ BC ਚੱਲਦੇ ਹਾਂ, ਤੇ BC ਤੋਂ ਸਾਡੇ ਹਰਚੰਦ ਸਿੰਘ ਬਾਗੜੀ ਜੀ ਤੇ ਪਲਵਿੰਦਰ ਰੰਧਾਵਾ ਜੀ ਸਾਡੇ ਵਿੱਚ ਸ਼ਾਮਲ ਹੋਏ ਆ, ਤੇ ਪਹਿਲੀ ਵਾਰੀ ਸਾਡੇ ਇਸ ਮੰਚ ਤੇ ਆਏ ਆ। ਇਹਨਾਂ ਦੋਨਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਜੀ। ਹਰਚੰਦ ਸਿੰਘ ਬਾਗੜੀ ਵੀਰ ਜੀ ਨੂੰ ਪਹਿਲਾਂ ਮੈਂ ਬੇਨਤੀ ਕਰਨੀ ਆ, ਸੋ ਇਹਨਾਂ ਦੀ ਮੈਂ ਸ਼ਾਰਟ ਜਿਹੀ ਇੰਟਰੋਡਕਸ਼ਨ ਦੇ ਦਿੰਨੀ ਆ। ਤੇ ਇਹ ਵੀ ਵੈਸੇ ਕਿਸੇ ਜਾਣ ਪਛਾਣ ਦੇ ਮੁਹਤਾਜ ਤਾਂ ਨਹੀਂ, ਕਿਉਂਕਿ ਇਹਨਾਂ ਨੂੰ ਅਕਸਰ ਹੀ ਅਸੀਂ ਇਹਨਾਂ ਦੀਆਂ ਰਚਨਾਵਾਂ YouTube ਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਸੁਣਦੇ ਰਹਿੰਦੇ ਆ। ਇਹ ਸੰਗਰੂਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਆ ਜੀ। ਮਲੇਰਕੋਟਲਾ ਕਾਲਜ ਦੇ ਵਿੱਚ ਪੜ੍ਹੇ ਆ, ਗਵਰਨਮੈਂਟ ਕਾਲਜ ਦੇ ਵਿੱਚ, ਤੇ ਹਾਕੀ ਦੇ ਕੈਪਟਨ ਵੀ ਰਹੇ ਆ, ਤੇ ਕਾਲਜ ਪੜ੍ਹਦੇ ਆ ਇਹਨਾਂ ਨੇ ਆਪਣੀ ਕਲਮ ਚਲਾਉਣੀ ਸ਼ੁਰੂ ਕਰ ਦਿੱਤੀ। 1971 ਦੇ ਵਿੱਚ ਕੈਨੇਡਾ ਆ ਗਏ,
ਤੇ BC ਦੀ ਸੁਪਰੀਮ ਕੋਰਟ ਵਿੱਚ ਜਿਊਰੀ ਮੈਂਬਰ ਬਣ ਕੇ ਇਹਨਾਂ ਨੇ ਫੈਸਲੇ ਵੀ ਕੀਤੇ ਆ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਨਾਲ ਜੁੜੇ ਹੋਏ ਆ, ਉਸ ਦੇ ਸਕੱਤਰ ਪ੍ਰਧਾਨ ਰਹੇ ਆ। ਤੇ ਇਹਨਾਂ ਦੀਆਂ ਪੁਸਤਕਾਂ ਤਾਂ ਇਹਨਾਂ ਦੀਆਂ ਬਹੁਤ ਸਾਰੀਆਂ ਜੀ, 16 ਕਿਤਾਬਾਂ ਇਹਨਾਂ ਦੀਆਂ ਛਪ ਚੁੱਕੀਆਂ, 2 ਕਹਾਣੀਆਂ ਦੀਆਂ, 2 ਮਹਾਕਾਵ, 11 ਕਾਵ ਸੰਗ੍ਰਹਿ ਤੇ ਕਈ ਹੋਰ ਛਪਣ ਲਈ ਤਿਆਰ ਆ। ਤੇ ਇਹਨਾਂ ਦੀ ਇੱਕ ਜੀ ਇਹਨਾਂ ਦਾ ਮਹਾਕਾਵ ਬਹੁਤ ਮਸ਼ਹੂਰ ਹੋਇਆ ਮਹਾਰਾਣੀ ਜਿੰਦਾਂ ਤੇ। ਮਹਾਰਾਣੀ ਜਿੰਦਾਂ ਜਿਹੜੇ ਆ ਉਹ ਸਾਡੇ ਸਿੱਖ ਇਤਿਹਾਸ ਦਾ ਇੱਕ ਅਣਗੌਲਿਆ ਪਾਤਰ ਆ ਤੇ ਇਤਿਹਾਸਕਾਰਾਂ ਨੇ ਉਹਨਾਂ ਦੇ ਨਾਲ ਇਨਸਾਫ ਨਹੀਂ ਕੀਤਾ, ਉਹਨਾਂ ਦੀ ਸ਼ਖਸੀਅਤ ਦੇ ਨਾਲ। ਤੇ ਇਹਨਾਂ ਨੇ ਵੀਰ ਜੀ ਨੇ ਕਈ ਸਾਲ ਲਾ ਕੇ ਉਹਨਾਂ ਦਾ ਇਤਿਹਾਸ ਸਾਰਾ ਪੜ੍ਹ ਕੇ ਤੇ ਉਹਨੂੰ ਕਵਿਤਾ ਦੇ ਵਿੱਚ ਲਿਖਣਾ, ਬੈਂਤ ਛੰਦ ਦੇ ਵਿੱਚ ਇੱਕ ਮਹਾਕਾਵ ਲਿਖਣਾ, ਪੂਰੀ ਪੁਸਤਕ ਉਸ ਤੇ ਲਿਖਣਾ। ਤੇ ਮੈਨੂੰ ਲੱਗਦਾ ਕਿ ਬਹੁਤ ਮਹਾਨ ਕਾਰਜ ਆ ਜਿਹੜਾ ਇਹਨਾਂ ਨੇ ਨੇਪਰੇ ਚਾੜਿਆ। ਸੋ ਮੈਂ ਇਹਨਾਂ ਨੂੰ ਬੇਨਤੀ ਕਰੂੰਗੀ ਕਿ ਅਸੀਂ ਜ਼ਿਆਦਾ ਸਮਾਂ ਤਾਂ ਸਾਡੇ ਕੋਲ ਨਹੀਂ, ਤੇ ਅਸੀਂ ਜਿੰਨਾ ਵੀ ਉਹਨਾਂ ਦੇ ਤੁਸੀਂ 2-4 ਬੰਦ ਉਸ ਮਹਾਕਾਵ ਦੇ ਵਿੱਚੋਂ ਮਹਾਰਾਣੀ ਜਿੰਦਾਂ ਦੇ ਜ਼ਰੂਰ ਸਾਡੇ ਨਾਲ ਸਾਂਝੇ ਕਰੋ। ਇੱਕ ਇਹਨਾਂ ਦੀਆਂ ਦੂਜਾ ਸਤਰਾਂ ਲਿਖਾਰੀ ਤੇ ਵਪਾਰੀ ਦੀ ਆਪਸ ਵਿੱਚ ਗੱਲਬਾਤ, ਉਹ ਵੀ ਬੜੀਆਂ ਮਸ਼ਹੂਰ ਹੋਈਆਂ। ਤੇ ਜੇ ਉਹ ਬਹੁਤਾ ਸਮਾਂ ਨਹੀਂ ਲੈਂਦੀਆਂ ਤੇ ਉਹ 4 ਸਤਰਾਂ ਵੀ ਸਾਡੇ ਨਾਲ ਪਹਿਲਾਂ ਸ਼ੇਅਰ ਕਰ ਦੇਣ ਤੇ ਉਸ ਤੋਂ ਬਾਅਦ ਇਹ ਮਹਾਰਾਣੀ ਜਿੰਦਾਂ ਤੇ ਜ਼ਰੂਰ ਸਾਨੂੰ ਥੋੜਾ ਜਿਹਾ ਉਹਨਾਂ ਦੀ ਝਲਕ ਦਿਖਾਉਣ ਉਸ ਮਹਾਕਾਵ ਦੇ ਵਿੱਚੋਂ ਜੀ, ਤੇ ਸਮੇਂ ਦੀ ਸੀਮਾ 'ਚ ਰਹਿ ਕੇ। ਤੇ ਬਹੁਤ ਬਹੁਤ ਜੀ ਆਇਆਂ ਨੂੰ ਵੀਰ ਜੀ, ਤੇ ਤੁਸੀਂ ਆਪਣੀ ਕਿਸੇ ਉਸ ਰਚਨਾ ਦੇ ਨਾਲ ਸਾਡੇ ਨਾਲ ਸਾਂਝ ਪਾਓ ਜੀ। ਹਰਚੰਦ ਸਿੰਘ ਬਾਗੜੀ ਜੀ BC ਤੋਂ। ਕਰਦੀਸ ਕੌਰ ਗਰੇਵਾਲ ਜੀ, ਆਪ ਜੀ ਨੂੰ ਸਾਰੇ ਆਪਣੇ ਦੇਖਣ ਸੁਣਨ ਵਾਲਿਆਂ ਨੂੰ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਜੀ ਮਹਾਰਾਣੀ ਜਿੰਦਾਂ ਦੀ ਗੱਲ ਕਰਨੀ ਹੈਗੀ ਆ ਜੀ। ਤੇ ਜਦੋਂ ਉਹਨਾਂ ਅਖੀਰਲਾ ਟਾਈਮ ਆਉਂਦਾ ਹੈ, ਉਹ ਮਹਾਰਾਜਾ ਰਣਜੀਤ ਸਿੰਘ ਦੀ ਆਤਮਾ ਨਾਲ ਗੱਲਾਂ ਕਰਦੇ ਨੇ। ਇੱਕ ਸਾਰੰਸ ਹੈਗਾ ਇਸ ਜਿਹੜਾ ਮੇਰੇ ਮਹਾਕਾਵ ਮਹਾਰਾਣੀ ਜਿੰਦਾਂ ਦਾ ਜੀ। ਉਹ ਕੀ ਕਹਿੰਦੇ ਨੇ, ਕਹਿੰਦੇ ਅੰਤ ਸਮਾਂ ਮਹਾਰਾਣੀ ਦਾ ਜਦ ਨੇੜੇ ਆਇਆ, ਜਿੰਦਾਂ ਨੇ ਰਣਜੀਤ ਨੂੰ ਮਨ ਵਿੱਚ ਤੇ ਆਇਆ। ਤੇਰੇ ਬਿਨ ਕਿੰਜ ਰੂੜੀ ਸੁਣ ਸਿਰਦਿਆ ਸਾਈਆਂ, ਕੀ ਆਈਆਂ ਆਫਤਾਂ ਉਹ ਖੋਰ ਸੁਣਾਈਆਂ। ਵਾਹ ਜੀ ਵਾਹ। ਤੂੰ ਜਦੋਂ ਅਸੀਂ ਸੌਂ ਗਿਆ ਛੱਡ ਮਾਲ ਖਜ਼ਾਨੇ, ਤੂੰ ਜਦੋਂ ਅਸੀਂ ਸੌਂ ਗਿਆ ਛੱਡ ਮਾਲ ਖਜ਼ਾਨੇ, ਨਮਕ ਹਰਾਮੀ ਬਣ ਗਏ ਤੇਰੇ ਯਾਰ ਧਿਆਨੇ। ਐਸੀ ਰਲ ਕੇ ਡੋਗਰਿਆਂ ਨੇ ਬੰਤ ਬਣਾਈ, ਉਹਨਾਂ ਮਹਿਲਾਂ ਵਿੱਚ ਸੀ ਅੱਜ ਮੌਤ ਨਚਾਈ। ਵਾਹ ਜੀ ਸਾਹਿਬ, ਬਹੁਤ ਵਧੀਆ। ਖੜਕ ਸਿੰਘ ਸੀ ਮੁਕਿਆ ਬੜੇ ਦੁਖੜੇ ਸਹਿ ਕੇ, ਕੈਦਖਾਨੇ ਵਿੱਚ ਮਾਰਿਆ ਉਹਨੂੰ ਜ਼ਹਿਰਾਂ ਦੇ ਕੇ। ਕਮਰ ਨਾਉ ਨਿਹਾਲ ਸੀ ਤੇਰੀ ਅੱਖ ਦਾ ਤਾਰਾ, ਧਿਆਨ ਸਿੰਘ ਨੇ ਗੇਰਿਆ ਤੇ ਸੱਜਾ ਭਾਰਾ। ਬਹੁਤ ਕਮਾਲ। ਫੇਰ ਕਿਲੇ ਦੇ ਅੰਦਰ ਸੀ ਜਾ ਉਹਨੂੰ ਧਰਿਆ, ਪੱਥਰ ਸਿਰ ਵਿੱਚ ਮਾਰ ਮਾਰ ਕੇ ਉਹ ਖਤਮ ਕਰਿਆ। ਨੂੰ ਤੇਰੀ ਚੰਦ ਕੌਰ ਦੀ ਫਿਰ ਆਈ ਵਾਰੀ, ਹੁਕਮ ਦੇ ਕੇ ਬਾਂਦੀਆਂ ਤੋਂ ਕਟਵਾ ਕੇ ਮਾਰੀ। ਉਹ ਤਨੂੰ ਤੇਰੀ ਨਾਨਕੀ ਦਾ ਹਮਲ ਗਰਾਇਆ, ਤਿਲ ਕਰਕੇ ਉਸ ਨੂੰ ਫਿਰ ਮਾਰ ਮੁਕਾਇਆ। ਕਹਿ ਸ਼ੇਰ ਸਿੰਘ ਨੂੰ ਡੋਗਰਿਆ ਫਿਰ ਰਾਜ ਬਹਾਇਆ, ਸੰਧਾਂ ਵਾਲੀਆਂ ਹੱਥੋਂ ਸੀ ਉਹਨੂੰ ਕਤਲ ਕਰਾਇਆ। ਪ੍ਰਤਾਪ ਸਿੰਘ ਤੇਰਾ ਪੋਤਰਾ ਸੀ ਬਾਲ ਇੰਜਾਣਾ, ਪ੍ਰਤਾਪ ਸਿੰਘ ਤੇਰਾ ਪੋਤਰਾ ਸੀ ਬਾਲ ਇੰਜਾਣਾ। ਲਹਿਣਾ ਸਿੰਘ ਨੇ ਉਸ ਤੇ ਵਰਤਾਇਆ ਭਾਣਾ, ਧਿਆਨ ਸਿੰਘ ਵੀ ਸੰਧਾ ਵਾਲੀਆ ਫੜਿਆ ਆ ਕੇ, ਉਸ ਦਿਨ ਹੀ ਮਾਰਿਆ ਪਾਪੀ ਪਟਕਾ ਕੇ। ਕਹਿ ਧਿਆਨ ਸਿੰਘ ਦੇ ਖੂਨ ਦਾ ਸੀ ਤਿਲਕ ਲਗਾਇਆ, ਸੰਧਾ ਵਾਲੀਆ ਦਲੀਪ ਸਿੰਘ ਨੂੰ ਫਿਰ ਰਾਜ ਬਹਾਇਆ। ਕਹਿ ਹੀਰਾ ਸਿੰਘ ਨੇ ਉਸ ਤੇ ਫਿਰ ਫੌਜ ਚੜਾਈ, ਕਈ ਦਿਨ ਘਮਸਾਨ ਦੀ ਸੀ ਹੋਈ ਲੜਾਈ। ਸੰਧਾ ਵਾਲੀਏ ਲੜਦੇ ਮਰ ਗਏ ਅਖੀਰੀ, ਹੀਰਾ ਸਿੰਘ ਨੇ ਸਾਹਮਣੇ ਫਿਰ ਆਣ ਵਜ਼ੀਰੀ। ਇਹ ਚਾਲਕਾਰ ਉਸ ਅਤਰ ਸਿੰਘ ਪੰਜਾਬ ਬੁਲਾਇਆ, ਭਾਈ ਵੀਰ ਸਿੰਘ ਦੇ ਉਹ ਡੇਰੇ ਆਇਆ। ਕਸ਼ਮੀਰਾ ਸਿੰਘ ਵੀ ਸੱਦ ਲਿਆ ਤੇਰਾ ਪੁੱਤ ਪਿਆਰਾ, ਉਹ ਕਸ਼ਮੀਰਾ ਸਿੰਘ ਵੀ ਸੱਦ ਲਿਆ ਤੇਰਾ ਪੁੱਤ ਪਿਆਰਾ, ਨਾਲ ਉਸਦੇ ਸੱਦਿਆ ਪਰਿਵਾਰ ਵੀ ਸਾਰਾ। ਹੀਰਾ ਸਿੰਘ ਦੀਆਂ ਫੌਜਾਂ ਨੇ ਫਿਰ ਪਾ ਘੇਰਾ, ਬਹੁਤ ਅੱਛਾ। ਹੀਰਾ ਸਿੰਘ ਦੀਆਂ ਫੌਜਾਂ ਨੇ ਫਿਰ ਪਾਇਆ ਘੇਰਾ, ਗੋਲੇ ਮਾਰ ਉਡਾਇਆ ਉਹਨਾਂ ਭਾਈ ਦਾ ਡੇਰਾ। ਬੇਰਹਿਮੀ ਦੇ ਨਾਲ ਸੀ ਸਭ ਕਤਲ ਕਰਾਏ, ਕੁੜੀਆਂ ਨੂੜ ਕੇ ਲਾਹੌਰ ਲੈ ਆਏ। ਹੀਰਾ ਸਿੰਘ ਨੇ ਕੀਤੇ ਉਹ ਕੰਮ ਕੁਚੱਜੇ, ਹੀਰਾ ਵਾਂਗੂ ਸਿੰਘਾਂ ਦੇ ਉਹ ਸੀਨੇ ਵੱਜੇ। ਫਿਰ ਹੀਰਾ ਲੁੱਟ ਖਜ਼ਾਨੇ ਜੰਮੂ ਵਰਤਾਇਆ, ਸਿੰਘਾਂ ਰਾਹ ਵਿੱਚ ਘੇਰ ਕੇ ਉਹਨੂੰ ਮਾਰ ਮੁਕਾਇਆ। ਅੱਗੇ ਕਹਿੰਦੇ ਜੀ, ਕਹਿੰਦੇ ਮੇਰੇ ਵੀਰ ਜਵਾਹਰ ਨੇ ਇਹ ਕਰੀ ਦਲੇਰੀ, ਰਾਖੀ ਕਰੀ ਦਲੀਪ ਦੀ ਤੇ ਨਾਲੇ ਮੇਰੀ। ਕਮਰ ਪਸੌਰਾ ਸਿੰਘ ਨੂੰ ਫਿਰ ਜਾ ਉਕਸਾਇਆ,
ਗੁਲਾਬ ਸਿੰਘ ਨੇ ਉਸ ਤੋਂ ਅਸੀਂ ਗਦਰ ਕਰਾਇਆ। ਵਾਹ ਕਹਿੰਦਾ ਅਟਕ ਕਿਲੇ ਵਿੱਚ ਬਹਿ ਗਿਆ ਹੋ ਕੇ ਆਕੀ, ਅਟਕ ਕਿਲੇ ਵਿੱਚ ਬਹਿ ਗਿਆ ਹੋ ਕੇ ਆਕੀ, ਨਾਲ ਉਸਦੇ ਡੋਗਰੇ ਗਿਆ ਖੇਲ ਚਲਾਕੀ, ਅਟਕ ਦੇ ਕੰਢੇ ਫੌਜ ਨੇ ਉਹ ਮਾਰ ਮੁਕਾਇਆ, ਦੋਸਤ ਜਵਾਹਰ ਸਿੰਘ ਨੇ ਸਿਰ ਤੇ ਲਾਇਆ। ਫਿਰ ਫੌਜਾਂ ਕੋਲੋਂ ਡੋਗਰਿਆਂ ਨੇ ਰੌਲੀ ਪਾਈ, ਫੌਜਾਂ ਕੋਲੇ ਡੋਗਰਿਆਂ ਨੇ ਰੌਲੀ ਪਾਈ, ਅੱਖਾਂ ਸਾਹਮਣੇ ਵੱਢਿਆ ਉਹਨਾਂ ਮੇਰਾ ਭਾਈ, ਸਿੱਖ ਰਾਜ ਦਾ ਰਿਹਾ ਨਾ ਫਿਰ ਕੋਈ ਦਰਦੀ, ਦਿਨ ਰਾਤ ਪਈ ਹੋਮ ਦੀ ਸੀ ਬੁਰਸ਼ਾ ਕਰ। ਵਾਹ ਪੰਚਾਂ ਗੋਂਦਾਂ ਗੁੰਦੀਆਂ ਠੱਲ ਵਿਸ਼ਨੂੰ ਇਸ ਨੂੰ ਪਾਈਏ, ਨਾਲ ਫਰੰਗੀਆਂ ਫੌਜ ਦੇ ਹੁਣ ਸਿੰਘ ਫਸਾਈਏ, ਲਾਲ ਸਿੰਘ ਤੇ ਤੇਜ ਸਿੰਘ ਫਿਰ ਮੁਖੀ ਬਣਾਏ, ਉੱਚੇ ਅਹੁਦੇ ਦੇ ਕੇ ਉਹ ਅੱਗੇ ਲਾਏ। ਦੋਹਾਂ ਨਾਲ ਫਰੰਗੀਆਂ ਨੇ ਜੋੜੀਆਂ ਤਾਰਾਂ। ਵਾਹ ਦੋਹਾਂ ਨਾਲ ਫਰੰਗੀਆਂ ਦੇ ਜੋੜੀਆਂ ਤਾਰਾਂ, ਸਿੱਖ ਮੌਜ ਮਰਵਾ ਦਿੱਤੀ ਇਹਨਾਂ ਰਲ ਗਦਾਰਾਂ, ਬਰੂਦ ਦੀ ਥਾਂ ਤੇ ਸਰੋਂ ਸੀ ਇਹਨਾਂ ਜੰਗ ਵਿੱਚ ਕੱਲੀ, ਕੱਲੀ ਇਹਨਾਂ ਨੇ ਸੀ ਲਾਤੀ ਮਹਾਰਾਣੀ ਜਿੰਦਾਂ ਦੇ ਨਾਲ। ਕਿਆ ਬਰੂਦ ਦੀ ਥਾਂ ਸਰੋਂ ਸੀ ਇਹਨਾਂ ਨੇ ਜੰਗ ਚ ਕੱਲੀ, ਫਿਰ ਖਾਲਸੇ ਫੌਜ ਦੀ ਕੋਈ ਪੇਸ਼ ਨਾ ਚੱਲੀ, ਨਾਲ ਫਰੰਗੀਆਂ ਦੋਵਾਂ ਨੇ ਸੀ ਵਫਾ ਨਿਭਾਈ, ਸਤਲੁਜ ਦੇ ਵਿੱਚ ਡੋਬਤੀ ਉਹਨਾਂ ਸਭ ਸਪਲਾਈ। ਅੱਗੇ ਕਹਿੰਦੇ ਆ ਜੀ, ਕਹਿੰਦਾ ਕੋੜ ਤੋੜ ਕੇ ਫੌਜ ਨੂੰ ਇਹਨਾਂ ਆਪ ਹਰਾਇਆ, ਦੋਸ਼ੀਆਂ ਸਾਰਾ ਦੇਸ਼ ਸੀ ਉਹਨੇ ਮੇਰੇ ਤੇ ਲਾਇਆ, ਸਾਮ ਸਿੰਘ ਅਟਾਰੀ ਰਣ ਗੱਜਿਆ ਜਾ ਕੇ, ਦੁਸ਼ਮਣ ਪਿੱਛੇ ਹਟ ਗਏ ਸੀ ਤੇਗਾ ਖਾ ਕੇ। ਕਹਿੰਦਾ ਮੁੱਕਿਆ ਜਦ ਬਰੂਦ ਸੀ ਫਿਰ ਪੇਸ਼ ਨਾ ਚੱਲੀ, ਦੇਸ਼ ਦੇ ਲੋਕ ਲੇਖੇ ਲਾ ਗਏ ਜਿੰਦ ਕੱਲੀ ਕੱਲੀ, ਕਬਜ਼ਾ ਆਣ ਲਾਹੌਰ ਤੇ ਫਿਰ ਗੋਰਿਆਂ ਕੀਤਾ, ਰਾਜ ਤੇਰਾ ਸੀ ਹੋ ਗਿਆ ਫਿਰ ਫੀਤਾ ਫੀਤਾ। ਫੀਤਾ ਫੀਤਾ ਰਾਜ ਤੇਰਾ ਸੀ ਹੋ ਗਿਆ ਫਿਰ ਫੀਤਾ ਫੀਤਾ, ਬੇਬਸ ਹੋ ਕੇ ਰਹੇਗੀ ਮੇਰੀ ਇੱਕ ਨਾ ਚੱਲੀ, ਕਾਮਾ ਆ ਕੇ ਘੇਰ ਲਈ ਤੇਰੀ ਕੂੰਜ ਇਕੱਲੀ, ਕਾਮਾ ਆ ਕੇ ਘੇਰ ਲਈ ਤੇਰੀ ਕੂੰਜ ਇਕੱਲੀ, ਤੇਰੇ ਪੁੱਤ ਦਲੀਪ ਤੋਂ ਦਸਖਤ ਕਰਵਾ ਕੇ ਉਹ ਬੈਠੇ ਵਿੱਚ ਲਾਹੌਰ ਦੇ ਗੋਰੇ ਸੌਣੀ ਪਾ ਕੇ। ਉਹ ਸ਼ੇਖੂਪੁਰੇ ਕਿਲੇ ਵਿੱਚ ਮੈਂ ਕੈਦ ਸੀ ਕੀਤੀ, ਸ਼ੇਖੂਪੁਰੇ ਕਿਲੇ ਵਿੱਚ ਮੈਂ ਕੈਦ ਸੀ ਕੀਤੀ, ਮੇਰੀ ਸਾਰੀ ਜ਼ਿੰਦਗੀ ਕੈਦਾਂ ਵਿੱਚ ਬੀਤੀ, ਅੱਡ ਪੰਜਾਬੋਂ ਮੈਨੂੰ ਉਹ ਬਨਾਰਸ ਲੈ ਗਏ, ਬਸ ਤਨ ਦੇ ਕੱਪੜੇ ਹੀ ਕੋਲੇ ਰਹਿ ਗਏ, ਬਸ ਤਨ ਦੇ ਕੱਪੜੇ ਹੀ ਕੋਲੇ ਰਹਿ ਗਏ, ਮਰ ਜਾਣੇ ਅੰਗਰੇਜ਼ ਨੇ ਮਾਰਿਆ ਲੋੜਾ, ਮੇਰਾ ਅਤੇ ਦਲੀਪ ਦਾ ਪਾ ਦਿੱਤਾ ਵਿਛੋੜਾ। ਉਹ ਬਦਲਿਆ ਧਰਮ ਦਲੀਪ ਦਾ ਸੀ ਸਿਰ ਮਨਵਾਇਆ, ਉਹ ਈਸਾਈ ਕਰਕੇ ਲੰਦਨ ਪਹੁੰਚਾਇਆ, ਗੁਰਪੀਰ ਤੇ ਔਲੀ ਬੜਾ ਰੱਬ ਤੇ ਆਇਆ, ਮੇਰੀ ਮਦਦ ਵਾਸਤੇ ਪਰ ਕੋਈ ਨਹੀਂ ਆਇਆ, ਉਹ ਮੇਰੀ ਮਦਦ ਵਾਸਤੇ ਪਰ ਕੋਈ ਨਹੀਂ ਆਇਆ, ਮਹਿਮਾ ਵਸਤਰ ਲਾ ਕੇ ਮੇਰੀ ਲਈ ਤਲਾਸ਼ੀ, ਨਾ ਆਇਆ ਕ੍ਰਿਸ਼ਨ ਮੁਰਾਰ ਸੀ ਤੇ ਨਾ ਬਣਬਾਸੀ। ਉਹ ਕਿਲੇ ਚਨਾਰ ਚੋਂ ਭੱਜ ਕੇ ਮੈਂ ਜੰਗਲ ਮੱਲੇ, ਉਹ ਟੁੱਕੜ ਖਾਦੇ ਮੰਗ ਕੇ ਨਾ ਪੈਸਾ ਪੱਲੇ, ਪਹੁੰਚੀ ਵਿੱਚ ਨੇਪਾਲ ਦੇ ਤੇਰੀ ਪਟਰਾਣੀ, ਜੋ ਹੀਰੇ ਕਰਦੇ ਦਾਨ ਸੀ ਮੈਨੂੰ ਮਿਲੇ ਨਾ ਪਾਣੀ, ਉਹ ਜੋ ਹੀਰੇ ਕਰਦੀ ਦਾਨ ਸੀ ਮੈਨੂੰ ਮਿਲੇ ਨਾ ਪਾਣੀ, ਰਾਣਾ ਜੰਗ ਬਹਾਦਰ ਦੇ ਮਨ ਮਿਹਰ ਸੀ ਆਈ, ਠਾਹ ਦਿੱਤੀ ਉਸਨੇ ਨਾਲੇ ਪੈਨਸ਼ਨ ਲਾਈ, ਰਾਣੀ ਸ਼ੇਰੇ ਪੰਜਾਬ ਦੀ ਜੇ ਦੁੱਖਾਂ ਪੰਨੀ, ਤੇ ਰੋਂਦੀ ਰੋਂਦੀ ਅੰਤ ਨੂੰ ਮੈਂ ਹੋ ਗਈ ਅੰਨੀ, ਰੋਂਦੀ ਰੋਂਦੀ ਅੰਤ ਨੂੰ ਮੈਂ ਹੋ ਗਈ ਅੰਨੀ, 13 ਸਾਲ ਪਿੱਛੋਂ ਸੀ ਸਮਾਂ ਰੰਗ ਵਿਖਾਇਆ, ਮੇਰਾ ਪੁੱਤ ਦਲੀਪ ਸੀ ਮੈਨੂੰ ਮਿਲਣ ਆਇਆ, ਕਲਕੱਤੇ ਪਹੁੰਚੀ ਮਿਲਣੀ ਸੀ ਮੈਂ ਪੰਧ ਮੁਕਾ ਕੇ, ਮੀੜੀ ਵਿਛੜੇ ਪੁੱਤਰ ਨੂੰ ਮੈਂ ਜੱਫੀ ਪਾ ਕੇ, ਬਾਹਾਂ ਦੇ ਵਿੱਚ ਘੁੱਟ ਕੇ ਜਦ ਹਿੱਕ ਨਾਲ ਲਾਇਆ, ਮੇਰੀਆਂ ਛਾਤੀਆਂ ਵਿੱਚੋਂ ਸੀ ਮੋਚਾ ਰਾਇਆ। ਕਹਿੰਦਾ 6 ਫੁੱਟ ਦਾ ਗੱਭਰੂ ਹੈ ਜੀ ਚੌੜੀ ਛਾਤੀ, ਮੁਗਦਰ ਵਰਗੇ ਡੋਲੇ ਹੋਏ ਦੂਰ ਉਦਾਸੀ, ਹੌਲੀ ਹੌਲੀ ਹੱਥ ਸੀ ਜਦ ਸਿਰ ਤੇ ਧਰਿਆ, ਸਿਰ ਉਸਨੇ ਆਪਣਾ ਸੀ ਰੁੰਡਣ ਕਰਿਆ। ਰਾਜ ਭਾਗ ਵੀ ਖੋਲਿਆ ਖੋਹੀ ਸਰਦਾਰੀ, ਉੱਠੀ ਚੀਸ ਕਲੇੜੇ ਜਦ ਤਿਲ ਬੱਚੀ ਮੱਜੀ ਆਰੀ, ਮਾਂ ਪੁੱਤ ਸੀ ਦੋਵੇਂ ਫਿਰ ਲੰਦਨ ਆਏ, ਕੁਝ ਮਹੀਨੇ ਇਕੱਠਿਆਂ ਸੀ ਅਸਾਂ ਲੰਘਾਏ, ਮੇਰ ਸਾਡਾ ਅੰਗਰੇਜ਼ ਨੂੰ ਨੌਕਾ ਪਾਇਆ, ਮੈਨੂੰ ਕਮਰ ਦਲੀਪ ਤੋਂ ਅੱਡ ਕਰਵਾਇਆ, 2 ਸਾਲ ਬਲੈਤ ਤੇ ਮੈਂ ਵਿੱਚ ਲੰਘਾਏ, ਇੰਨੇ ਨੂੰ ਪਰਵਾਨੇ ਸੀ ਤੁਰਦੇ ਆਏ, ਰਾਜੇ ਨਾਲ ਹੀ ਰਾਣੀਆਂ ਹੁੰਦੀਆਂ ਨੇ ਨਾਰਾਂ, ਬਿਨ ਰਾਖੇ ਬਿਨਾ ਫਸਲ ਨੂੰ 100 ਪੈਂਦੀਆਂ ਮਾਰਾਂ, 1863 ਮੁੱਕ ਗਈ ਕਹਾਣੀ, ਉਹ 1763 ਮੁੱਕ ਗਈ ਕਹਾਣੀ, ਰਣਜੀਤ ਪਾਸੀ ਪਹੁੰਚ ਗਈ ਫਿਰ ਚਿੰਤਾ ਰਾਣੀ, ਸੱਚ ਅਸਾਂ ਨੇ ਖੋਜਿਆ ਕਰ ਮਿਹਨਤ ਭਾਰੀ, ਕਵਿਤਾ ਵਿੱਚ ਬਿਆਨ ਹੈ ਗੱਲ ਕੀਤੀ ਸਾਰੀ, ਸਿੱਖ ਰਾਜ ਦਾ ਪਤਨ ਕਿਵੇਂ ਤੇ ਕਿਵੇਂ ਕਰਿਆ, ਮਹਾਂਕਾਵਿ ਅੱਗੇ ਹੈ ਲਿਖ ਕੇ ਧਰਿਆ, ਵਿੱਚ ਸਾਰ ਦੇ ਕਾਵਿ ਦੀ ਗੱਲ ਅਸਾਂ ਹੈ ਕੀਤੀ, ਅੱਗੇ ਲਿਖੀ ਖੋਲ ਕੇ ਸਾਰੀ ਹੱਡ ਬੀਤੀ, ਇੱਜ਼ਤ ਅੜਖ ਪੰਜਾਬ ਦੀ ਮਹਾਰਾਣੀ ਜਿੰਦਾ ਮਹਾਰਾਣੀ, ਹਰਚੰਦ ਸਿੰਘਾ ਬਿਆਨ ਤੂੰ ਕਰ ਅਮਰ ਕਹਾਣੀ, ਹਰਚੰਦ ਸਿੰਘਾ ਕਰ ਬਿਆਨ ਤੂੰ ਅਮਰ ਕਹਾਣੀ। ਬਹੁਤ ਵਧੀਆ, ਵਾਹਿਗੁਰੂ ਜੀ ਕਾ ਖਾਲਸਾ।
ਬੋਲੇ ਸੋ ਨਿਹਾਲ। ਧੰਨਵਾਦ ਜੀ। ਮਹਾਕਾਵ ਤੁਹਾਡਾ ਪੂਰੀ ਪੁਸਤਕ ਆ ਜੀ, ਦਿਲ ਤਾਂ ਕਰਦਾ ਸੀ ਸੁਣੀ ਜਾਈਏ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਜੀ। ਜ਼ਰੂਰ ਪੜਾਂਗੇ ਉਹਨੂੰ। ਹਾਂਜੀ ਹਾਂਜੀ, ਸਮਾਂ ਬਹੁਤ ਜ਼ਿਆਦਾ ਹੋ ਗਿਆ ਜੀ, ਮਾਫੀ ਚਾਹੁੰਦੀ ਹਾਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਉਸ ਤੋਂ ਬਾਅਦ ਮੈਂ ਬੇਨਤੀ ਕਰਦੀ ਹਾਂ ਜੀ ਪਲਵਿੰਦਰ ਰੰਧਾਵਾ ਜੀ BC ਤੋਂ, ਤੇ ਪਲਵਿੰਦਰ ਰੰਧਾਵਾ ਜੀ ਵੀ ਬੁਲੰਦ ਆਵਾਜ਼ ਦੇ ਮਾਲਕ ਆ, ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਸੰਬੰਧ ਰੱਖਦੇ ਆ ਜੀ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਇਹਨਾਂ ਨੇ BSc ਐਗਰੀਕਲਚਰ ਕੀਤੀ ਤੇ ਫਿਰ ਕੈਨੇਡਾ ਆ ਗਏ ਤੇ ਇੱਥੇ ਰੀਅਲ ਸਟੇਟ ਦਾ ਜਿਹੜਾ ਕੀਤਾ ਇਹਨਾਂ ਨੇ ਅਪਣਾਇਆ ਹੋਇਆ, ਤੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਨਾਲ ਇਹ ਵੀ ਜੁੜੇ ਹੋਏ ਆ ਤੇ ਇਸ ਸਭਾ ਦੇ ਜਨਰਲ ਸਕੱਤਰ ਆ। ਇਹਨਾਂ ਦੀਆਂ 2 ਗੀਤਾਂ ਦੀਆਂ ਪੁਸਤਕਾਂ ਛਪੀਆਂ ਤੇ ਇੱਕ ਹੋਰ ਇਹਨਾਂ ਦੀ ਛਪ ਰਹੀ ਆ ਤੇ ਇਹਨਾਂ ਦੇ ਅੰਦਰੋਂ ਗੀਤ ਫੁੱਟਦੇ ਆ ਜੀ। ਦੇਖਦੇ ਆ ਹੁਣ ਇਹ ਕਿਹੜੀ ਆਪਣੀ ਨਵੀਂ ਰਚਨਾ ਦੇ ਨਾਲ ਸਾਡੇ ਨਾਲ ਸਾਂਝ ਪਾਉਂਦੇ ਆ। ਪਲਵਿੰਦਰ ਰੰਧਾਵਾ ਜੀ ਪਹਿਲੀ ਵਾਰੀ ਸਾਡੇ ਮੰਚ ਤੇ ਆਏ ਆ ਜੀ, ਜੀ ਆਇਆਂ ਨੂੰ ਤੁਹਾਨੂੰ ਪਲਵਿੰਦਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਤੁਹਾਡੀ ਵੀਡੀਓ ਨਹੀਂ ਆ ਰਹੀ ਪਲਵਿੰਦਰ ਜੀ। ਵੀਡੀਓ ਨਹੀਂ ਆ ਰਹੀ ਜੀ, ਵੀਡੀਓ ਨਹੀਂ ਆ ਰਹੀ। ਪਹਿਲਾਂ ਆ ਰਹੀ ਸੀਗੀ, ਹੁਣ ਨਹੀਂ ਆ ਰਹੀ। ਹੁਣ ਹੋਇਆ ਠੀਕ ਜੀ? ਹਾਂਜੀ ਹੁਣ ਆ ਗਈ, ਠੀਕ ਹੈ, ਆ ਗਈ ਹੁਣ। ਤੇ ਸਾਡੇ ਅੱਜ ਨਾ ਬੜੇ ਮਾਣ ਵਾਲੀ ਗੱਲ ਆ ਵੀ ਸਾਡੇ ਅੰਮ੍ਰਿਤਸਰ ਤੋਂ ਵੀ ਮੈਂ ਦੇਖ ਰਿਹਾ ਨਾ ਸਾਡੀਆਂ ਭੈਣਾਂ ਦੇ, ਬਹੁਤ ਵਧੀਆ ਲੱਗਾ। ਤੇ ਬਾਗੜੀ ਸਾਹਿਬ ਤੇ ਸਾਡੇ ਪਹਿਲਾਂ ਹੀ ਸਤਿਕਾਰਯੋਗ ਨੇ, ਬਹੁਤ ਮਹਾਨ ਸ਼ਖਸੀਅਤਾਂ ਦੇ ਜਿਹੜੇ ਉਹ ਮੇਲ ਹੋਏ ਆ। ਤੇ ਗੀਤ ਮੈਂ ਸਾਰੀਆਂ ਹੀ ਇਹਦੇ ਵਿੱਚ ਜਿੰਨਾ ਗੀਤ ਦੇ 5 ਹੈਗੇ ਅੰਤਰੇ ਤੇ ਮਾਮਾ ਨੂੰ ਸਮਰਪਿਤ ਹੈ ਜੀ। ਹਾਂਜੀ ਅੱਛਾ, ਕੋਸ਼ਿਸ਼ ਕਰਦਾ ਜੇ ਮੈਂ ਇਹਨੂੰ ਜਿਹੜੀ ਕੰਪੋਜੀਸ਼ਨ ਲਿਖਿਆ ਭਗਤੀ ਮਾਂ ਤ੍ਰਿਪਤਾ ਦੀ ਦਾਤ ਦਤਾਰ ਦੀ, ਨੂਰ ਇਲਾਹੀ ਅਤੇ ਜੋਤ ਕਰਤਾਰ ਦੀ, ਬਾਣੀ ਜੀ ਦੀ ਭਵ ਜਲੋਂ ਤਾਰ ਦੀ, ਨਾਨਕ ਜਾਗਰ ਛਲਾਉਣ ਲਈ ਆਇਆ। ਥੋੜਾ ਜਿਹਾ ਮਾਈਕ ਦੇ ਨੇੜੇ ਹੋ ਜਾ ਪਲਵਿੰਦਰ। ਜਿਨੇ ਗੋਦੀ ਵਿੱਚ ਰੱਬ ਨੂੰ ਲੜਾਇਆ, ਧੰਨ ਤ੍ਰਿਪਤਾ। ਤਵੀ ਉੱਤੇ ਬੈਠੇ ਸ਼ਾਂਤ ਦਤਾਰ ਜੀ, ਤਤਾਰੇ ਤਸੀਸ ਵਿੱਚ ਪਵੇ ਵਾਰ-ਵਾਰ ਜੀ, ਤੇਰਾ ਪਾਣਾ ਮਿੱਠਾ ਲੱਗੇ ਮੁਖੋਂ ਰੇ ਉਚਾਰ ਜੀ, ਕਦੇ ਔਗਣ ਨਾ ਕਿਸੇ ਦੇ ਚਤਾਰੇ, ਸਰਤਾਜ ਸ਼ਹੀਦਾਂ ਦੇ ਮਾਤਾ ਭਾਨੀ ਜੀ ਦੀ ਅੱਖ ਦੇ ਸਤਾਰੇ, ਸਰਤਾਜ ਸ਼ਹੀਦਾਂ ਦੇ ਪੁੱਤਰ ਦੇ ਪੁੱਤਰ ਪਿਆਰੇ ਜੀ, ਗੋਦੀ ਵਿੱਚ ਪੁੱਤਰ ਦੇ ਪੁੱਤਰ ਪਿਆਰੇ ਜੀ, ਇੱਕ ਠੰਡਾ ਬੁਰਜ ਤੇ ਕੈਰਦੇ ਨੇ ਪਾਲੇ ਜੀ, ਛੋਟੀਆਂ ਜਿੰਦਾਂ ਦੇ ਕੜੇ ਹੌਸਲੇ ਨਿਆਰੇ ਜੀ, ਜਿਵੇਂ ਆਇਆ ਉਵੇਂ ਵਕਤ ਲੰਘਾਇਆ, ਜਿਵੇਂ ਆਇਆ ਉਵੇਂ ਵਕਤ ਗੁਜ਼ਾਰਿਆ, ਧੰਨ ਧੰਨ ਤਾ ਗੁਜਰੀ ਜਿਨੇ ਕੌਮ ਉਤੋਂ ਸਭ ਕੁਝ ਵਾਰਿਆ, ਧੰਨ ਧੰਨ ਮਾਤਾ ਗੁਜਰੀ। ਮਾਤਾ ਭਾਗੋ ਮਾਝੇ ਦੀ ਹੈ ਹੋਈ ਇੱਕ ਸ਼ੇਰਨੀ, ਉਹਦੇ ਜਿੰਨੀ ਮੁੜ ਅਜੇ ਜੰਮੀ ਨਾ ਦਲੇਰਨੀ, ਉਹਦੇ ਜਿੰਨੀ ਮੁੜ ਅਜੇ ਜੰਮੀ ਨਾ ਦਲੇਰਨੀ, ਗਨ ਵਿੱਚ ਵੈਰੀਆਂ ਨੂੰ ਭੱਜ ਭੱਜ ਘੇਰਨੀ, ਸੁੱਤੀ ਆਤਮਾ ਨੂੰ ਟੁੰਬ ਕੇ ਜਗਾਇਆ, ਨਾਲੇ ਮਾਤਾ ਟੁੱਟੀ ਗੰਢ ਲਈ, ਨਾਲੇ ਮੁਕਤੀ ਦਾ ਦਰਜਾ ਪਾਇਆ, ਨਾਲੇ ਮਾਤਾ ਟੁੱਟੀ ਗੰਢ ਲਈ, ਧੰਨ ਓ ਮਾਵਾਂ ਬੱਚੇ ਨੇਜੀ ਟੰਗਵਾਏ ਸੀ, ਧੰਨ ਓ ਮਾਵਾਂ ਬੱਚੇ ਨੇਜੀ ਟੰਗਵਾਏ ਸੀ, ਆਂਦਰਾਂ ਦੇ ਜਿੰਨਾ ਗਲੀ ਹਾਰ ਪਵਾਏ ਸੀ, ਸਵਾ ਸਵਾ ਮਣ ਨਾਲੇ ਪੀਸਣੇ ਪਸਾਏ ਸੀ, ਨਾ ਸਿਦਕ ਡੋਲਿਆ ਨਾ ਧਰਮ ਹੀ ਹਾਰਿਆ,
ਤਾਨੇ ਓ ਰੰਧਾਵੇ ਮਾਵਾਂ ਨੇ ਸਿੱਖੀ ਰੱਖ ਲਈ ਕੁਟੰਬ ਸਾਰਾ ਵਾਰਿਆ ਤਾਨੇ ਓ ਰੰਧਾਵੇ ਮਾਵਾਂ ਨੇ ਸਿੱਖੀ ਰੱਖ ਲਈ ਕੁਟੰਬ ਸਾਰਾ ਵਾਰਿਆ ਤਾਨੇ ਓ ਰੰਧਾਵੇ ਮਾਵਾਂ ਨੇ। ਅਰੇ ਵਾਹ, ਥੈਂਕ ਯੂ ਜੀ, ਬਹੁਤ ਖੂਬ ਜੀ, ਬਹੁਤ ਅੱਛੇ ਜੀ, ਬਹੁਤ ਅੱਛੇ ਜੀ, ਬਹੁਤ ਅੱਛੇ। ਬੋਲੇ ਸੋਨਿਹਾ। ਸਤਿ ਸ੍ਰੀ ਅਕਾਲ। ਧੰਨਵਾਦ ਪਲਵਿੰਦਰ ਸਿੰਘ ਜੀ, ਤੁਸੀਂ ਬਹੁਤ ਸੋਹਣੀ ਆਪਣੀ ਤਾਜ਼ਾ ਰਚਨਾ ਦੇ ਨਾਲ ਸਾਡੇ ਨਾਲ ਸਾਂਝ ਪਾਈ ਹੈ ਜੀ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਬਹੁਤ ਬਖਸ਼ਿਸ਼ ਹੈ ਜੀ ਤੁਹਾਡੇ ਤੇ, ਤੁਹਾਡੀ ਕਲਮ ਤੇ ਹੁਣ ਮੈਂ ਸਾਰੇ ਕਵੀਆਂ ਦਾ ਧੰਨਵਾਦ ਕਰਦੀ ਹੋਈ, ਜੇ 2 ਮਿੰਟ ਦਾ ਸਮਾਂ ਮੈਨੂੰ ਪ੍ਰਬੰਧਕ ਦੇਣ ਤਾਂ ਮੈਂ ਆਪਣੀ ਕਵਿਤਾ 2 ਮਿੰਟ ਦੀ ਸਾਂਝੀ ਕਰ ਦੇਣੀ। ਵੈਸੇ ਸਮਾਂ ਬਹੁਤ ਹੋ ਗਿਆ ਜੀ। ਤੇ ਸਾਰੇ ਕਵੀਆਂ ਦਾ ਬਹੁਤ ਬਹੁਤ ਧੰਨਵਾਦ ਜੀ, ਤੇ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਤੇ ਸਾਡੇ ਇਸ ਮੰਚ ਤੇ ਸਾਨੂੰ ਨਿਵਾਜਿਆ, ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਅੱਗੋਂ ਵੀ ਤੁਸੀਂ ਇਸੇ ਤਰ੍ਹਾਂ ਸਾਨੂੰ ਸਹਿਯੋਗ ਦਿੰਦੇ ਰਹਿਣਾ। ਇੱਕ ਛੋਟੀ ਜਿਹੀ ਕਵਿਤਾ ਹੈ ਜੀ, 2 ਮਿੰਟ ਦੀ। ਵੈਸੇ ਤਾਂ ਮੇਰੀ ਹਾਜ਼ਰੀ ਲੱਗ ਗਈ ਆ, ਬੱਚੀਆਂ ਨੇ ਮੇਰਾ ਗੀਤ ਗਾ ਦਿੱਤਾ ਸੀ, ਟੋਰਾਂਟੋ ਵਾਲੀਆਂ ਨੇ, ਤੇ ਚਲੋ ਜੇ ਤੁਸੀਂ ਕਹਿੰਦੇ ਤਾਂ ਮੈਂ ਸੁਣਾ ਦਿੰਨੀ ਆ ਜੀ। ਅਬਲਾ ਨਾ ਸਮਝ ਬੈਠੀ, ਇੱਕ ਲਿਖੀ ਸੀ ਵੂਮਨ ਡੇ ਤੇ ਕਵਿਤਾ। ਮੈਂ ਤਾਂ ਪਿਤਾ ਦਸ਼ਮੇਸ਼ ਦੀ ਹਾਂ ਬੱਚੀ, ਮੈਂ ਤਾਂ ਪਿਤਾ ਦਸ਼ਮੇਸ਼ ਦੀ ਹਾਂ ਬੱਚੀ, ਮੈਨੂੰ ਮੋਮ ਦੀ ਗੁੱਡੀ ਨਾ ਜਾਣ ਬੀਬਾ। ਮੈਂ ਤਾਂ ਪਿਤਾ ਦਸ਼ਮੇਸ਼ ਦੀ ਹਾਂ ਬੱਚੀ, ਮੈਨੂੰ ਮੋਮ ਦੀ ਗੁੱਡੀ ਨਾ ਜਾਣ ਬੀਬਾ। ਮੈਨੂੰ ਭੁੱਲ ਕੇ ਅਬਲਾ ਨਾ ਸਮਝ ਬੈਠੀ, ਮੈਨੂੰ ਭੁੱਲ ਕੇ ਅਬਲਾ ਨਾ ਸਮਝ ਬੈਠੀ, ਮੇਰੀ ਸ਼ਕਤੀ ਤੋਂ ਤੂੰ ਅਣਜਾਣ ਬੀਬਾ, ਮੇਰੀ ਸ਼ਕਤੀ ਤੋਂ ਤੂੰ ਅਣਜਾਣ ਬੀਬਾ। ਕਦੇ ਮਾਂ ਗੁਜਰੀ ਕਦੇ ਬਣੀ ਭਾਨੀ, ਕਦੇ ਮਾਂ ਗੁਜਰੀ ਕਦੇ ਬਣੀ ਭਾਨੀ, ਮਾਈ ਭਾਗੋ ਦਾ ਬਣੀ ਕਿਰਦਾਰ ਹਾਂ ਮੈਂ। ਬਣ ਸ਼ਰਨ ਕੌਰ ਕਦੇ ਢੋਲ ਆਸ਼ਾਂ, ਸ਼ਹੀਦ ਸਿੰਘਾਂ ਦਾ ਕਰਦੀ ਸੰਸਕਾਰ ਹਾਂ ਮੈਂ, ਸ਼ਹੀਦ ਸਿੰਘਾਂ ਦਾ ਕਰਦੀ ਸੰਸਕਾਰ ਹਾਂ ਮੈਂ। ਮੇਰਾ ਮਨ ਨੀਵਾਂ ਐ ਪਰ ਮੱਤ ਉੱਚੀ, ਮੇਰਾ ਮਨ ਨੀਵਾਂ ਐ ਪਰ ਮੱਤ ਉੱਚੀ, ਕਿਹੜੀ ਮੈਂ ਪੜ੍ਹਾਈ ਨਹੀਂ ਪੜ੍ਹ ਸਕਦੀ। ਐ ਪਰ ਮੱਤ ਉੱਚੀ, ਕਿਹੜੀ ਮੈਂ ਪੜ੍ਹਾਈ ਨਹੀਂ ਪੜ੍ਹ ਸਕਦੀ। ਲੋੜ ਪਏ ਤਾਂ ਮੋਢੇ ਨਾਲ ਜੋੜ ਮੋਢਾ, ਮੈਂ ਤਾਂ ਜੰਗ ਮੈਦਾਨੇ ਵੀ ਖੜ ਸਕਦੀ, ਮੈਦਾਨੇ ਵੀ ਖੜ ਸਕਦੀ। ਬਹੁਤ ਵਧੀਆ ਭੈਣ ਜੀ, ਬਹੁਤ ਵਧੀਆ, ਧੰਨਵਾਦ ਜੀ। ਰਹੀ ਯੁੱਗਾਂ ਤੋਂ ਮਮਤਾ ਦੀ ਮੂਰਤ ਹਾਂ ਮੈਂ, ਰਹੀ ਯੁੱਗਾਂ ਤੋਂ ਮਮਤਾ ਦੀ ਮੂਰਤ ਹਾਂ ਮੈਂ, ਜਿਹੜੀ ਘਰ ਸੰਸਾਰ ਵਸਾ ਸਕਦੀ। ਲੋੜ ਪਏ ਤਾਂ ਸਿੱਖੀ ਤੋਂ ਵਾਰ ਮਮਤਾ, ਟੋਟੇ ਜਿਗਰ ਦੇ ਟੋਟੇ ਕਰਵਾ ਸਕਦੀ। ਲੋੜ ਪਏ ਤਾਂ ਸਿੱਖੀ ਤੋਂ ਵਾਰ ਮਮਤਾ, ਟੋਟੇ ਜਿਗਰ ਦੇ ਟੋਟੇ ਕਰਵਾ ਸਕਦੀ। ਕੀ ਕਰੇਗਾ ਮਹਿਲਾਂ ਚੁਬਾਰਿਆਂ ਨੂੰ, ਕੀ ਕਰੇਗਾ ਮਹਿਲਾਂ ਚੁਬਾਰਿਆਂ ਨੂੰ, ਮੇਰੇ ਬਾਝੋਂ ਇਹ ਘਰ ਮਕਾਨ ਰਹਿਣਾ, ਕੱਲਾ ਨਹੀਂ ਤੂੰ ਦੁਨੀਆ ਵਸਾ ਸਕਦਾ, ਮੇਰੀ ਹੋਂਦ ਦੇ ਨਾਲ ਜਹਾਨ ਰਹਿਣਾ, ਮੇਰੀ ਹੋਂਦ ਦੇ ਨਾਲ ਜਹਾਨ ਰਹਿਣਾ। ਸਾਂਭ ਰੱਖਿਆ ਘਰ ਪਰਿਵਾਰ ਤੇਰਾ, ਸਾਂਭ ਰੱਖਿਆ ਘਰ ਪਰਿਵਾਰ ਤੇਰਾ, ਤੇਰੀ ਸ਼ਕਤੀ ਤੇ ਤੇਰਾ ਪਿਆਰ ਹਾਂ ਮੈਂ। ਮੇਰੇ ਕਾਰਨ ਉਡਾਰੀਆਂ ਲਾਈ ਜਾਵੇਂ, ਮੇਰੇ ਕਾਰਨ ਉਡਾਰੀਆਂ ਲਾਈ ਜਾਵੇਂ, ਤੇਰੇ ਘਰ ਦਾ ਬਣੀ ਸ਼ਿੰਗਾਰ ਹਾਂ ਮੈਂ, ਤੇਰੇ ਘਰ ਦਾ ਬਣੀ ਸ਼ਿੰਗਾਰ ਹਾਂ। ਮੈਂ ਤਾਂ ਜਨਮਦਾਤੀ ਰਾਜੇ ਰਾਣਿਆਂ ਦੀ, ਮੈਂ ਤਾਂ ਜਨਮਦਾਤੀ ਰਾਜੇ ਰਾਣਿਆਂ ਦੀ, ਬਾਬੇ ਨਾਨਕ ਨੇ ਮੈਨੂੰ ਖਿਤਾਬ ਦਿੱਤਾ। ਮੈਂ ਤਾਂ ਜਨਮਦਾਤੀ ਰਾਜੇ ਰਾਣਿਆਂ ਦੀ, ਬਾਬੇ ਨਾਨਕ ਨੇ ਮੈਨੂੰ ਖਿਤਾਬ ਦਿੱਤਾ। ਤੂੰ ਤਾਂ ਪੈਰ ਦੀ ਜੁੱਤੀ ਹੀ ਸਮਝ ਛੱਡਿਆ, ਤੂੰ ਤਾਂ ਪੈਰ ਦੀ ਜੁੱਤੀ ਹੀ ਸਮਝ ਛੱਡਿਆ, ਮੈਨੂੰ ਪੈਰਾਂ 'ਚ ਰੋਲ ਜਨਾਬ ਦਿੱਤਾ, ਮੈਨੂੰ ਪੈਰਾਂ 'ਚ ਰੋਲ ਜਨਾਬ ਦਿੱਤਾ। ਲਾਸਟ 2 ਲਾਈਨਾਂ ਜੀ ਕਵਿਤਾ ਦੀਆਂ। ਭਾਵੇਂ ਸਬਰ ਸੰਤੋਖ ਦੀ ਦੀਸ਼ ਮੂਰਤ, ਭਾਵੇਂ ਸਬਰ ਸੰਤੋਖ ਦੀ ਦੀਸ਼ ਮੂਰਤ, ਲੇਕਿਨ ਫੁੱਲ ਹੀ ਨਹੀਂ ਫੁਲਾਦ ਹਾਂ ਮੈਂ। ਭਾਵੇਂ ਸਬਰ ਸੰਤੋਖ ਦੀ ਦੀਸ਼ ਮੂਰਤ, ਲੇਕਿਨ ਫੁੱਲ ਹੀ ਨਹੀਂ ਫੁਲਾਦ ਹਾਂ ਮੈਂ। ਲਿਖਿਆ ਪਿੱਠ ਤੇ ਗਿਆ ਇਤਿਹਾਸ ਮੇਰਾ, ਸਾਹਿਬ ਕੌਰ ਦੀ ਨੇਕ ਔਲਾਦ ਹਾਂ ਮੈਂ, ਸਾਹਿਬ ਕੌਰ ਦੀ ਨੇਕ ਔਲਾਦ ਹਾਂ ਮੈਂ। ਧੰਨਵਾਦ ਜੀ, ਤੇ ਬਹੁਤ ਬਹੁਤ ਸਾਰਿਆਂ ਦਾ ਫੇਰ ਇੱਕ ਵਾਰੀ ਧੰਨਵਾਦ। ਸੋ ਹੁਣ ਮੈਂ ਤੁਹਾਡਾ ਜੀ, ਤੁਸੀਂ ਸਾਰਾ ਇੰਤਜ਼ਾਮ ਕੀਤਾ, ਸਾਰਾ ਕੁਝ ਕੀਤਾ, ਸਾਰੀ ਟੀਮ ਦਾ ਧੰਨਵਾਦ ਜੀ, ਬਹੁਤ ਬਹੁਤ ਜੀ। ਹੁਣ ਮੈਂ ਬੇਨਤੀ ਕਰਦੀ ਹਾਂ ਜੀ ਜਗਬੀਰ ਜੀ ਨੂੰ, ਤੇ ਉਹ ਅੱਗੋਂ ਆਪਣਾ ਮੰਚ ਦੀ ਸੇਵਾ ਕਰਨ ਤੇ ਆਪਣੇ ਬੱਚਿਆਂ ਨੂੰ ਟਾਈਮ ਦੇਣ, ਤੇ ਇਸ ਦੀਵਾਨ ਦੀ ਜਿਵੇਂ ਵੀ ਸਮਾਪਤੀ ਕਰਨੀ, ਅੱਗੋਂ ਦਾ ਪ੍ਰੋਗਰਾਮ ਉਹ ਦੱਸਣਗੇ। ਜਗਬੀਰ ਜੀ, ਇਹ ਉਪਰਾਲਾ ਜਾਰੀ ਰੱਖਿਓ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਸਾਰੇ ਕਵੀਆਂ ਦਾ, ਸਾਰੇ ਜੁੜੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਰਾਜਾ ਭਾਜੀ ਅੱਗੋਂ ਕਿਸੇ ਬੱਚੇ ਨੇ ਹੋਰ ਕੀਰਤਨ ਦੀ ਹਾਜ਼ਰੀ ਭਰਨੀ ਹੈ ਜੀ? ਮੇਰੇ ਖਿਆਲ ਨਾਲ ਆਪਾਂ ਆਨੰਦ ਸਾਹਿਬ ਦਾ ਪਾਠ ਕਰਕੇ ਸਮਾਪਤੀ ਕਰ ਦਈਏ। ਠੀਕ ਹੈ ਜੀ। ਬੱਚੇ ਮੇਰੇ ਖਿਆਲ ਸਾਰੇ ਆਪਣੇ ਆਪਣੇ ਕਲਾਸਾਂ 'ਚ ਨੇ। ਇੱਕ ਸ਼ਬਦ ਪੜ੍ਹਾ ਲਓ ਜੇ ਟਾਈਮ ਹੈ ਤਾਂ ਬੱਚਿਆਂ ਤੋਂ। ਬੱਚੇ ਮੇਰੇ ਖਿਆਲ ਨਾਲ ਸਾਰੇ ਆਪਣੀ ਆਪਣੀ ਕਲਾਸਾਂ 'ਚ ਨੇ। ਅੱਛਾ ਜੀ, ਚਲੋ ਕੋਈ ਨਹੀਂ, ਆਨੰਦ ਸਾਹਿਬ ਪੜ੍ਹ ਕੇ ਸਮਾਪਤੀ ਕਰ ਦਿੰਦੇ। ਤੇ ਆਪਾਂ ਆਨੰਦ ਸਾਹਿਬ ਪੜ੍ਹ ਕੇ ਤੇ ਸਮਾਪਤੀ ਕਰ ਦਿੰਦੇ। ਤੇ ਵੀਰ ਜੀ ਤੁਸੀਂ ਕੁਝ ਪਹਿਲੇ ਲਾਸਟ ਵਰਡਸ ਅਖੀਰ 'ਚ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਜਾਂ ਪਾਪਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਮਾਪਤੀ ਕਰਨ ਤੋਂ ਪਹਿਲੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਨੇ ਵਿਦਵਾਨ ਔਰ ਸੁਲਝੇ ਹੋਏ ਵਿਅਕਤੀਆਂ ਦੇ ਵਿੱਚ ਆਪਣੇ ਆਪ ਨੂੰ ਪਾ ਕੇ ਮੈਂ ਬੜਾ ਖੁਸ਼ਕਿਸਮਤ ਸਮਝਦਾ ਕਿ ਇਹਨਾਂ ਦੇ ਵਿਚਾਰ ਸੁਣਨ ਦਾ ਮੌਕਾ ਮਿਲਿਆ। ਮੇਰਾ ਬੇਟਾ ਡਾਕਟਰ ਰਾਜਾ ਬਲਰਾਜ ਸਿੰਘ ਜਿਨ੍ਹਾਂ ਨੇ ਹੁਣੇ ਮੈਨੂੰ ਇੰਟਰੋਡਿਊਸ ਕਰਵਾਇਆ, ਇਹਨਾਂ ਨੇ ਇਹ ਦੀਵਾਨ 2 ਸਾਲ ਪਹਿਲੇ ਸ਼ੁਰੂ ਕੀਤਾ ਸੀ ਤੇ ਵਾਹਿਗੁਰੂ ਦੀ ਮਿਹਰ ਨਾਲ ਇਸ ਦੇ ਵਿੱਚ ਵਾਧਾ ਹੁੰਦਾ ਹੀ ਗਿਆ, ਤਰੱਕੀ ਕਰਦੇ ਗਏ ਔਰ ਅੱਜ ਸਾਡੇ ਕੋਲ ਬਹੁਤ ਵੱਡੀ ਗਿਣਤੀ ਦੇ ਵਿੱਚ ਬੜੇ ਵੱਡੇ ਵਿਦਵਾਨ ਸ਼ਾਇਰ ਸ਼ਾਮਲ ਹਨ, ਹੋਰ ਲੇਖਕ ਹਨ। ਤੁਸੀਂ ਸਾਰੇ ਆਏ ਹੋ, ਬਹੁਤ ਬਹੁਤ ਧੰਨਵਾਦ। ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਕਵੀ ਦਰਬਾਰਾਂ ਵਿੱਚ ਜਿਹੜਾ ਤੁਹਾਨੂੰ ਪਤਾ ਹੀ ਹੈ ਰੋਲ ਜਿਹੜਾ ਸੀ ਉਹ ਇਹਨਾਂ ਦਾ, ਭੈਣ ਜੀ ਦਾ, ਮਿਸਿਸ ਗੁਰਦੀਸ਼ ਕੌਰ ਗਰੇਵਾਲ ਜੀ ਦਾ ਹੈ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਇਹ ਪ੍ਰਸ਼ੰਸਾ ਦੇ ਲਾਇਕ ਨੇ, ਜਿਨ੍ਹਾਂ ਨੇ ਆਪ ਸਭ ਨੂੰ ਇੱਥੇ ਆਮੰਤਰਿਤ ਕਰਕੇ ਸਾਡੇ ਨਾਲ ਮਿਲਾਇਆ ਹੈਗਾ। ਮੈਂ ਸਿਰਫ ਇਹ ਨਹੀਂ ਬੇਨਤੀ ਕਰਨਾ ਚਾਹੁੰਦਾ ਕਿ ਜਿੱਦਾਂ ਆਪ ਜੀ ਨੂੰ ਪਹਿਲੇ ਵੀ ਦੱਸਿਆ ਗਿਆ, ਇੱਕ ਮੈਗਜ਼ੀਨ ਸਾਂਝੀ ਵਿਰਾਸਤ ਇਸ ਸੰਗਤ ਨੇ ਸ਼ੁਰੂ ਕੀਤੀ ਹੈ ਰਲ ਮਿਲ ਕੇ, ਔਰ ਉਹਦਾ ਮਕਸਦ ਇਹ ਹੈ ਕਿ ਜੋ ਵੀ ਲੇਖ ਕੋਈ ਟਾਕਸ ਜਾਂ ਕੋਈ ਕਵਿਤਾਵਾਂ ਇਸ ਦੀਵਾਨ 'ਚ ਪੜ੍ਹੀਆਂ ਜਾਣ, ਉਹਨਾਂ ਨੂੰ ਲੇਖਕਾਂ ਔਰ ਕਵੀਆਂ ਦੇ ਸਹਿਯੋਗ ਨਾਲ ਉਹਨਾਂ ਨੂੰ ਉਸ ਮੈਗਜ਼ੀਨ ਦੇ ਵਿੱਚ ਪਾਇਆ ਜਾਵੇ, ਤਾਂ ਕਿ ਜਿਹੜੇ ਸੱਜਣ ਇਸ ਜਗ੍ਹਾ ਤੇ ਅੱਜ ਸ਼ਾਮਿਲ ਨਹੀਂ ਵੀ ਹੋ ਸਕੇ ਇਸ ਫੋਰਮ ਤੇ, ਉਹ ਵੀ ਉਸ ਦਾ ਫਾਇਦਾ ਉਠਾ ਸਕਣ। ਸੋ ਇਹ ਸਾਡੀ, ਜਿਸ ਤਰ੍ਹਾਂ ਆਪ ਜੀ ਨੂੰ ਪਹਿਲੇ ਬੇਨਤੀ ਕੀਤੀ ਹੈ ਭੈਣ ਜੀ ਨੇ, ਮੈਂ ਵੀ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਕਿ ਤੁਸੀਂ ਆਪਣੀਆਂ ਕਵਿਤਾਵਾਂ ਨੂੰ ਲਿਖ ਕੇ ਤੇ ਭੇਜ ਦਿਓ ਭੈਣ ਜੀ ਨੂੰ, ਮਿਸਿਸ ਗਰੇਵਾਲ ਨੂੰ, ਤੇ ਨਾਲ ਇੱਕ ਕਾਪੀ ਮੇਰਾ ਉਸ ਦੇ ਵਿੱਚ ਹੈਗਾ, ਮੈਨੂੰ ਵੀ ਕਾਪੀ ਕਰ ਸਕਦੇ ਹੋ, ਤਾਂ ਕਿ ਅਸੀਂ ਦੋਨੋਂ ਆਪਸ ਦੇ ਵਿੱਚ ਕੋਆਰਡੀਨੇਟ ਕਰ ਸਕਦੇ ਹਾਂ। ਸੰਗਤ ਨੇ ਮੈਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ ਉਹ ਇੱਕ ਕੋਆਰਡੀਨੇਟਰ ਦੀ ਹੈ, ਔਰ ਮੈਂ ਇਹਨਾਂ ਦੀ ਸੇਵਾ 'ਚ ਹਾਜ਼ਰ ਹਾਂ ਔਰ ਤੁਹਾਡੇ ਸਾਰਿਆਂ ਦਾ ਸਹਿਯੋਗ ਮੈਂ ਮੰਗਦਾ ਹਾਂ। ਤੇ